अस्सलाम वालेकुम सारिਆਂ सुनने वालिਆਂ ਨੂੰ ਤੁਸੀਂ ਸੁਣਦੇ ਪਿਓ ਪੰਜਾਬ ਰੰਗ ਰੇਡੀਓ FM 95 ਲਾਹੌਰ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਇਸਾਨ ਚੀਨਾ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਇਆ ਸੂਰਤ ਨਗਰੀ ਜਿਹੜਾ ਤੁਸੀਂ ਸੁਣਦੇ ਹੋ ਹਰ ਜੁਮੇਰਾਤ ਨੂੰ 2 ਤੋਂ 4 ਵਜੇ ਦੇ ਦਰਮਿਆਨ ਔਰ ਅਸੀਂ ਇਸ ਪ੍ਰੋਗਰਾਮ ਵਿੱਚ ਮੁxtਲਿਫ ਸ਼ਖਸੀਅਤ ਦੇ ਫਨ ਤੇ ਗੱਲ ਕਰਨੇ ਆ ਵੈਸੇ ਤੇ ਮੁxtਲਿਫ ਸੈਗਮੈਂਟ ਨੇ ਵਿੱਚ ਅਸੀਂ ਸ਼ੇਅਰਾਂ ਤੇ ਵੀ ਗੱਲ ਕਰਨੇ ਆ ਲੇਕਿਨ ਸ਼ਖਸੀਅਤ ਤੇ ਗੱਲ ਕਰਨਾ ਵੀ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦਾ ਹੈ ਉਹਦੇ ਨਾਲ ਅਸੀਂ ਕੋਸ਼ਿਸ਼ ਕਰਨੇ ਆ ਕਿ ਜੋ ਤੁਹਾਨੂੰ ਇਸ ਵੇਲੇ ਆਪਣੇ ਅੱਗੇ ਪਿੱਛੇ ਨਜ਼ਰ ਆ ਰਿਹਾ ਜੋ ਕਰੰਟ ਅਫੇਅਰ ਹੈ ਹਾਲਾਤ ਹਾਜ਼ਰ ਹੈ ਉਹਦੇ ਹਵਾਲੇ ਨਾਲ ਵੀ ਅਸੀਂ ਪੋਜ਼ਿਟਿਵ ਅੰਦਾਜ਼ ਵਿੱਚ ਮਸਬਤ ਅੰਦਾਜ਼ ਵਿੱਚ ਅੱਛੇ ਅੰਦਾਜ਼ ਵਿੱਚ ਗੱਲ ਕਰੀਏ ਔਰ ਜਿਹੜੇ ਅਹਿਮ ਇਸ਼ੂਜ਼ ਨੇ ਉਹਨਾਂ ਤੇ ਜ਼ਰੂਰ ਗੱਲ ਕਰੀਏ ਮੁxtਲਿਫ ਪ੍ਰੋਗਰਾਮਾਂ ਵਿੱਚ ਅਸੀਂ ਮੁxtਲਿਫ ਪ੍ਰਾਹੁਣੇ ਲੈ ਕੇ ਆਉਂਦੇ ਹਾਂ ਔਰ ਅੱਜ ਦੇ ਪ੍ਰੋਗਰਾਮ ਵਿੱਚ ਬੜੇ ਹੀ ਸਾਡੇ ਪਿਆਰੇ ਤੇ ਚੰਗੇ ਪ੍ਰਾਹੁਣੇ ਸਾਬਕ ਵਜ਼ੀਰ ਤਲੀਮੀਆ ਇਮਰਾਨ ਮਸੂਦ ਸਾਹਿਬ ਨੇ ਜਿਹੜੇ ਸਾਡੇ ਨਾਲ ਬੈਠੇ ਹੋਏ ਨੇ ਮੈਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਕਹਿਣਾ ਉਹਦੇ ਨਾਲ ਅਗਰ ਤੁਸੀਂ ਜਿਹੜੇ ਸਾਨੂੰ ਵੇਖ ਰਹੇ ਹੋ ਤੇ ਸੁਣ ਰਹੇ ਹੋ ਉਹ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੋ ਤੇ ਉਹਦੇ ਲਈ ਸਾਡੇ ਸਟੂਡੀਓ ਦੇ 2 ਨੰਬਰ ਨੇ 042 99 23 21 67 ਔਰ 99 23 21 68 ਉਹਨਾਂ ਤੇ ਸਾਨੂੰ ਤੁਸੀਂ ਅਗਰ ਕਾਲ ਕਰੋਗੇ 3:30 ਵਜੇ ਤੋਂ ਬਾਅਦ ਤੇ ਫਿਰ ਤੁਹਾਡੀਆਂ ਕਾਲਾਂ ਪ੍ਰੋਗਰਾਮ ਦਾ ਹਿੱਸਾ ਬਣਨਗੀਆਂ ਇਸ ਤਰ੍ਹਾਂ ਹੀ ਤੁਸੀਂ ਅਗਰ ਸਾਨੂੰ ਮੈਸੇਜ ਕਰਨਾ ਚਾਹੋ ਤੇ 8881 ਤੇ ਜਾ ਕੇ ਸਾਨੂੰ ਮੈਸੇਜ ਕਰੋ ਆਪਣਾ ਸੁਨੇਹਾ ਸਾਡੇ ਤੱਕ ਭਿਜਵਾਓ ਤੇ ਅਸੀਂ ਫਿਰ ਉਹਦੇ ਤੇ ਵੀ ਗੱਲ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਮੀਆਂ ਇਮਰਾਨ ਮਸੂਦ ਸਾਹਿਬ ਜਿਹੜੇ ਨੇ ਇਹਨਾਂ ਨੇ 2:30 ਵਜੇ ਦੇ ਕਰੀਬ ਚਲੇ ਜਾਣਾ ਤੇ ਅੱਜ ਅਸੀਂ ਇਹਨਾਂ ਨੂੰ ਸਪੈਸ਼ਲ ਦਾਵਤ ਦਿੱਤੀ ਖਾਸ ਗੱਲ ਸੀ ਉਸ ਹਵਾਲੇ ਨਾਲ ਹਾਲਾਂਕਿ ਬੜੀ ਮਸਰੂਫੀਅਤ ਜ਼ਾਹਿਰ ਹੈ ਇਹਨਾਂ ਦੀਆਂ ਹੁੰਦੀਆਂ ਨੇ ਤੇ ਮੇਰਾ ਖਿਆਲ ਹੈ ਕਿ ਅਸੀਂ ਬਰਾਤ ਤਮਹੀਦ ਉਹਦੇ ਤੇ ਗੱਲ ਕਰੀਏ ਮੀਆਂ ਸਾਹਿਬ ਬੜਾ ਸ਼ੁਕਰੀਆ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆਉਣ ਦਾ ਔਰ ਉਹਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਵੀ ਕਿ ਤੁਹਾਨੂੰ ਕੋਈ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਸਾਹਿਬ ਨੇ ਆਲਾ ਖਿਦਮਾਤ ਤੇ ਕੋਈ ਅਵਾਰਡ ਵੀ ਦਿੱਤਾ ਉਹ ਮੈਂ ਵੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿਸੇ ਅਖਬਾਰ 'ਚ ਵੀ ਵੇਖਿਆ ਤੇ ਇਹ ਦੱਸੋ ਕਿ ਹਕੂਮਤ ਨੇ ਜਿਹੜਾ ਪਹਿਲੀ ਤੋਂ 5ਵੀਂ ਤੱਕ ਯਕਸਾ ਨਿਜ਼ਾਮੇ ਤਾਲੀਮ ਨਾਫਜ਼ ਕੀਤਾ ਹੈ ਉਹਦੇ ਹਵਾਲੇ ਨਾਲ ਤੁਹਾਡਾ ਕੀ ਨੁਕਤਾ ਨਜ਼ਰ ਹੈ ਬਹੁਤ ਸਾਰੇ ਲੋਕ ਤੁਹਾਨੂੰ ਬੜਾ ਅੱਛਾ ਕਦਮ ਕਰਾਰ ਦੇ ਰਹੇ ਨੇ ਮੈਂ ਸ਼ੁਕਰੀਆ ਸ਼ੀਨਾ ਸਾਹਿਬ ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਵੈਲਕਮ ਕੀਤਾ ਯਕਸਾ ਨਿਸਾਬ ਜਿਹੜਾ ਸਿੰਗਲ ਨੈਸ਼ਨਲ ਕਰਿਕੂਲਾ ਇਹ ਨਾਫਜ਼ ਹੋ ਚੁੱਕਿਆ ਹੈ ਔਰ ਗਵਰਨਮੈਂਟ ਆਫ ਪਾਕਿਸਤਾਨ ਔਰ ख़ास तौर ਤੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਇਮਰਾਨ ਖਾਨ ਸਾਹਿਬ ਦਾ ਇੱਕ ਵਿਜ਼ਨ ਸੀ ਕਿ ਇੱਕ ਕੌਮ ਇੱਕ ਕਿਤਾਬ ਜਿਹੜਾ ਉਹ ਆਪਣਾ ਨਿਸਾਬ ਜਿਹੜਾ ਉਹ ਲਾਗੂ ਕੀਤਾ ਜਾਏ ਜੀ ਇਹਦੇ ਵਿੱਚ ਜਿਹੜੀ ਮੋਟੀ ਗੱਲ ਹੈ ਵੇ ਕਿ ਇਹ ਨਿਸਾਬ ਦੀ ਤਿਆਰੀ ਕੀਤੀ ਗਈ ਹੈ ਪਹਿਲੀ ਤੋਂ 5ਵੀਂ ਦਾ ਨਿਸਾਬ ਉਹਨਾਂ ਨੇ ਤਿਆਰ ਕਰ ਲਿਆ ਹੈ ਜੀ ਔਰ ਕਿਤਾਬਾਂ ਵੀ ਤਿਆਰ ਹੋ ਗਈਆਂ ਨੇ ਔਰ ਉਹ ਕਿਤਾਬਾਂ ਜਿਹੜੀਆਂ ਨੇ ਉਹ ਸਕੂਲਾਂ ਵਿੱਚ ਲਾਗੂ ਹੋ ਗਈਆਂ ਨੇ ਜੀ ਠੀਕ ਔਰ ਉਹ ਪਹਿਲੀ ਤੋਂ 5ਵੀਂ ਹੁਣ ਇਹ ਕਿਤਾਬਾਂ ਜਿਹੜੀਆਂ ਨੇ ਇਹ ਪੜ੍ਹਾਈਆਂ ਜਾ ਰਹੀਆਂ ਨੇ ਹੁਣ ਇਹਦੇ 'ਚ 2 ਪਹਿਲੂ ਨੇ ਇਸ ਯਕਸਾ ਨਿਸਾਬ ਦੇ ਜੀ ਪਹਿਲੀ ਤਾਂ ਇਹ ਗੱਲ ਹੈ ਕਿ 2006 ਵਿੱਚ ਵੀ ਜਦੋਂ ਨਿਸਾਬ ਬਣਿਆ ਸੀ ਜੀ ਫੈਡਰਲ ਗਵਰਨਮੈਂਟ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਬਣਾਇਆ ਸੀ ਉਸ ਵੇਲੇ ਫੈਡਰਲ ਗਵਰਨਮੈਂਟ ਦਾ ਇਖਤਿਆਰ ਸੀ ਨਿਸਾਬ ਬਣਾਉਣਾ ਜੀ 18ਵੀਂ ਤਰਮੀਮ ਦੇ ਬਾਅਦ ਜਿਹੜਾ ਇਹ ਇਖਤਿਆਰ ਥੱਲੇ ਸੂਬਿਆਂ ਦੇ ਕੋਲ ਚਲਾ ਗਿਆ ਹੈ ਜੀ ਅੱਜ ਯਾਨੀ ਕਿ ਇਖਤਿਆਰ ਜਿਹੜਾ ਸੂਬਿਆਂ ਦੇ ਕੋਲ ਹੈ ਕਿ ਉਹ ਇਹਦਾ ਆਪਣਾ ਨਿਸਾਬ ਬਣਾਉਣਗੇ ਕਰਿਕੂਲਾ ਜਿਹਨੂੰ ਅਸੀਂ ਕਹਿੰਦੇ ਹਾਂ ਹੁਣ ਅਸੀਂ ਇਹਦੇ 'ਚ ਜੇ ਕੋਈ ਟੈਕਨੀਕਲ ਗੱਲਾਂ ਜੇ ਤੁਸੀਂ ਮੇਰਾ ਮੌਕਫ ਪੁੱਛਣਾ ਚਾਹੁੰਦੇ ਹੋ ਜੀ ਮੇਰਾ ਮੌਕਫ ਹੈ ਵੇ ਕਿ ਜਦੋਂ ਇਹ ਸ਼ੁਰੂ ਹੋਇਆ ਇਹਦੀ ਤਿਆਰੀ ਸ਼ੁਰੂ ਹੋਈ ਤੇ ਉਸ ਵੇਲੇ ਪ੍ਰਾਈਵੇਟ ਸੈਕਟਰ ਨੂੰ ਜ਼ਿਆਦਾ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿ ਉਹ ਆਪਣਾ ਪੁਆਇੰਟ ਆਫ ਵਿਊ ਜਾਂ ਆਪਣਾ ਜਿਹੜਾ ਮੌਕਫ ਹੈ ਉਹ ਇਹਦੇ 'ਚ ਉਹ ਦੇਣ ਠੀਕ ਖਾਸ ਤੌਰ ਤੇ ਉਹ ਇਦਾਰੇ ਉਹ ਸਕੂਲਸ ਜਿਹੜਾ ਕਿ ਗਰਾਊਂਡ ਤੇ ਚੱਲ ਰਹੇ ਨੇ ਜਿਹੜਾ ਬੱਚਿਆਂ ਨੂੰ ਪੜ੍ਹਾ ਰਹੇ ਨੇ ਔਰ 80-90 ਹਜ਼ਾਰ ਜਿਹੜਾ ਪ੍ਰਾਈਵੇਟ ਸਕੂਲ ਹੈ ਸਿਰਫ ਪੰਜਾਬ ਵਿੱਚ ਚੱਲ ਰਿਹਾ ਹੈ ਜੀ ਔਰ ਪੂਰੇ ਪਾਕਿਸਤਾਨ ਵਿੱਚ ਤੇ ਲੱਖਾਂ ਦੀ ਤਾਦਾਦ ਹੈ ਪ੍ਰਾਈਵੇਟ ਸਕੂਲਾਂ ਦੀ ਤੇ ਉਹਨਾਂ ਕੋਲੋਂ ਡਾਇਰੈਕਟ ਜਿਹੜਾ ਮਸ਼ਵਰਾ ਨਹੀਂ ਲਿਆ ਗਿਆ ਪਹਿਲੀ ਗੱਲ ਅੱਛਾ ਬਰਾਹ ਰਾਸਤ ਨਹੀਂ ਪੁੱਛਿਆ ਗਿਆ ਹੁਣ ਹੈ ਕਿ ਤੁਸੀਂ ਹਕੂਮਤ ਨਾਲ ਤਸਾਦਮ ਤੇ ਨਹੀਂ ਕਰ ਸਕਦੇ ਜੋ ਹਕੂਮਤ ਦਾ ਜਿਹੜਾ ਹੁਕਮ ਹੁੰਦਾ ਉਹ ਮੰਨਣਾ ਪੈਂਦਾ ਔਰ ਟੈਕਸਟ ਬੁੱਕ ਬੋਰਡ ਜਿਹੜਾ ਉਹ ਕਿਤਾਬਾਂ ਛਾਪਦਾ ਔਰ ਸਪਲਾਈ ਕਰਦਾ ਹੈ ਇਹਦੇ ਵਿੱਚ ਜਦੋਂ ਇਹ ਨਿਸਾਬ ਆਇਆ ਤੇ ਪਤਾ ਚੱਲਿਆ ਕਿ O ਲੈਵਲ A ਲੈਵਲ ਔਰ IB ਜਿਹੜਾ ਹੈ ਉਹ ਸਾਰਾ ਖਤਮ ਔਰ ਖਾਲੀ ਇੱਕੋ ਨਿਸਾਬ ਹੋਏਗਾ ਜੀ ਬੜੀ ਪਰੇਸ਼ਾਨੀ ਹੋ ਗਈ ਜੀ ਕਿ ਇਹ ਜਿਹੜੇ ਇੰਗਲਿਸ਼ ਮੀਡੀਅਮ ਜਿਹੜੇ ਸਕੂਲਸ ਨੇ ਇਹਨਾਂ ਦਾ ਕੀ ਬਣੇਗਾ ਯਾਨੀ ਕਿ ਸਿਰਫ ਮੈਟ੍ਰਿਕ ਰਹਿ ਜਾਏਗਾ ਸਹੀ ਦੂਜਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇੱਕ ਕਦਮ ਉਠਾਇਆ ਇਹਨਾਂ ਨੇ ਹਕੂਮਤ ਨੇ ਉਹ ਹੈ ਕਿ ਇਹ ਜਿਹੜਾ ਨਿਸਾਬ ਜਿਹੜਾ ਹੈ ਇਹ ਸਾਰੇ ਦਾ ਸਾਰਾ ਉਰਦੂ ਜ਼ੁਬਾਨ ਵਿੱਚ ਪੜ੍ਹਾਇਆ ਜਾਏਗਾ ਠੀਕ ਯਾਨੀ ਕਿ ਅੰਗਰੇਜ਼ੀ ਮੀਡੀਅਮ ਜਿਹੜਾ ਹੈ
ਉਹ ਹੁਣ ਨਹੀਂ ਹੋਏਗਾ, ਇਹ ਉਰਦੂ ਮੀਡੀਅਮ ਵਿੱਚ ਹੋਏਗਾ। ਸਹੀ। ਤੇ 6 ਇਹਦੇ ਮਜ਼ਮੂਨ ਨੇ ਜਿਹੜੇ ਪਹਿਲੀ ਤੋਂ 5ਵੀਂ, ਜਿਹਦੇ 'ਚ ਇਸਲਾਮੀਆਤ, ਜਿਹਦੇ ਵਿੱਚ ਇੰਗਲਿਸ਼, ਉਰਦੂ, ਮੈਥ, ਜਨਰਲ ਸਾਇੰਸ ਔਰ ਇੱਕ ਦੋ ਹੋਰ ਜਿਹੜੇ ਮਜ਼ਮੂਨ ਨੇ। ਤੇ ਉਹਦੇ ਵਿੱਚ ਲੋਕਾਂ ਨੇ ਕਿਹਾ ਜੀ ਅਸੀਂ ਹਿਸਾਬ ਜਿਹੜਾ ਮੈਥ ਜਿਹੜਾ ਅਸੀਂ ਉਰਦੂ 'ਚ ਕਿਸ ਤਰ੍ਹਾਂ ਪੜ੍ਹਾਂਗੇ, ਠੀਕ ਹੈ, ਤੇ ਜਿਹੜਾ ਜਨਰਲ ਸਾਇੰਸ ਅਸੀਂ ਕਿਸ ਤਰ੍ਹਾਂ ਪੜ੍ਹਾਂਗੇ। ਉਹ ਬਹਰਹਾਲ 2 ਸਬਜੈਕਟ ਜਿਹੜੇ ਨੇ ਅੰਗਰੇਜ਼ੀ 'ਚ ਹੋ ਗਏ ਨੇ। ਠੀਕ। ਦੇਖੋ ਜੇ ਤੁਸੀਂ ਮੇਰੇ ਕੋਲੋਂ ਮੌਕਫ ਹੈ ਪੁੱਛੋ, ਮੇਰਾ ਮੌਕਫ ਇਹ ਹੋਏਗਾ ਕਿ ਸਿੰਗਲ ਨੈਸ਼ਨਲ ਕਰਿਕੂਲਾ ਤੁਸੀਂ ਗ੍ਰੇਡ 1 ਤੋਂ ਸ਼ੁਰੂ ਕਰੋ। ਠੀਕ। ਜਿਹੜੇ ਬੱਚੇ ਅੰਗਰੇਜ਼ੀ 'ਚ ਪੜ੍ਹ ਰਹੇ ਨੇ 5ਵੀਂ ਵਿੱਚ, 4ਥੀ ਵਿੱਚ, ਇੱਕਦਮ ਉਹਨਾਂ ਉੱਤੇ ਇੰਪੋਜ਼ ਕਰ ਦੇਣਾ, ਲਾਗੂ ਕਰ ਦੇਣਾ, ਉੱਥੇ ਬੜੀ ਸਖਤ ਜਿਹੜੀ ਉਹ ਪਰੇਸ਼ਾਨੀ ਹੋਈ ਹੈ। ਜਿਉਂ ਫਿਰ ਅਗਲੀਆਂ ਕਲਾਸਾਂ ਜਾਂਦੇ ਹੋ ਜੀ ਹਾਂ, ਤੁਸੀਂ ਦੇਖੋ ਨਾ, ਇਹ ਤਜਰਬਾਤ ਬੜੇ ਹੋਏ ਨੇ ਇਸ ਮੁਲਕ 'ਚ। ਸਹੀ। ਇਹ ਵੀ ਇੱਕ ਤਜਰਬਾ ਹੈ, ਅੱਲਾ ਕਰੇ ਕਿ ਇਹ ਰੁਕ ਜਾਏ, ਯਕਸਾ ਨਿਸਾਬ ਜਿਹੜਾ ਟੁਰ ਪਵੇ। ਹੁਣ ਕਿਤਾਬਾਂ ਦੀ ਜਿਹੜੀ ਤਿਆਰੀ, ਕਿਤਾਬਾਂ ਦੀ ਸਪਲਾਈ, ਕਿਤਾਬਾਂ ਦਾ ਜਿਹੜਾ NOC ਜਿਹੜਾ ਉਹਦੇ 'ਚ ਬੜੀ ਜ਼ਿਆਦਾ ਤਾਖੀਰ, ਬੜਾ ਡਿਲੇ ਹੋ ਰਿਹਾ ਹੈ। ਔਰ ਇਸ ਵੇਲੇ 6ਵੀਂ 7ਵੀਂ 8ਵੀਂ ਦੇ ਜਿਹੜੇ ਬੱਚੇ ਨੇ ਉਹਨਾਂ ਕੋਲ ਕੋਈ ਕਿਤਾਬ ਨਹੀਂ, ਪ੍ਰਾਈਵੇਟ ਸੈਕਟਰ ਦੀ ਗੱਲ ਪੈ ਕਰਨਾ ਵਾ। ਸਹੀ। ਉਹਨਾਂ ਦੇ ਸਾਰੇ NOCs ਜਿਹੜੇ ਨੇ ਉਹ ਟੈਕਸਟ ਬੁੱਕ ਬੋਰਡ 'ਚ ਰੁਕੇ ਹੋਏ ਨੇ। ਅਸੀਂ ਬੜੀ ਮੁਸ਼ਕਿਲ ਦੇ ਨਾਲ तमाम ਜਿਹੜੇ ਪ੍ਰਾਈਵੇਟ ਸੈਕਟਰ ਦੀ ਐਸੋਸੀਏਸ਼ਨ ਸਨ, ਜਿਹੜੇ ਵੀ ਸਾਡੇ ਦੋਸਤ ਸਾਥੀ ਸਨ, ਸਭ ਨੇ ਜ਼ੋਰ ਲਾਇਆ, ਸਭ ਨੇ ਇਹ ਕਿਹਾ ਕਿ ਜੀ ਤੁਸੀਂ ਜਿਹੜੇ ਅਸੀਂ ਸਪਲੀਮੈਂਟਰੀ ਜਿਹੜਾ ਅਸੀਂ ਰੀਡਰਸ ਪੜ੍ਹਾਉਂਦੇ ਆ, ਕੋਈ ਆਪਣੀ ਕਿਤਾਬਾਂ ਪੜ੍ਹਾਉਂਦੇ ਹੋ, ਸਾਨੂੰ ਇਜਾਜ਼ਤ ਦੇ ਦਿਓ। ਠੀਕ। ਉਹਦੀ ਵੀ ਅਸੀਂ ਬੜੀ ਮੁਸ਼ਕਿਲ ਨਾਲ ਇਜਾਜ਼ਤ ਲਈ। ਜਿਨ੍ਹਾਂ ਨੇ ਇਹਨਾਂ 6 ਸਬਜੈਕਟਸ ਤੋਂ ਇਲਾਵਾ ਕਿਹੜੇ ਮਜ਼ਮੂਨ ਪੜ੍ਹਾਣੇ ਨੇ, ਕਿਸੇ ਨੇ ਫ੍ਰੈਂਚ ਪੜ੍ਹਾਣੀ ਹੈ, ਕਿਸੇ ਨੇ ਪਰਸ਼ੀਅਨ ਪੜ੍ਹਾਣੀ ਹੈ, ਕਿਸੇ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਣੀ ਹੈ, ਕਿਸੇ ਨੇ IT ਪੜ੍ਹਾਣਾ ਹੈ ਜੀ। ਤੇ ਹਕੂਮਤ ਦਾ ਹੁਕਮ ਸੀ ਕਿ ਸਿਰਫ ਤੁਸੀਂ 6 ਸਬਜੈਕਟ ਪੜ੍ਹਾ ਸਕਦੇ ਹੋ, ਹੋਰ ਕੋਈ ਨਹੀਂ ਪੜ੍ਹਾ ਸਕਦੇ। ਉਹ ਬਹਰਹਾਲ ਉਹਦੀ ਵੀ ਇਜਾਜ਼ਤ ਅਸਾਂ ਲੈ ਲਈ। ਉਹਦੇ 'ਚ ਬੜੀ ਬਹਿਸ ਮੁਬਾਹਿਸਾ ਵੀ ਹੋਇਆ, ਸ਼ਫਕਤ ਮਹਿਮੂਦ ਸਾਹਿਬ ਨਾਲ ਵੀ ਕਈ ਬੈਠਕਾਂ ਹੋਈਆਂ, ਮੁਰਾਦ ਰਾਸ ਨਾਲ ਵੀ ਹੋਈਆਂ, ਟੈਕਸਟ ਬੁੱਕ ਬੋਰਡ ਦੇ ਨਾਲ ਵੀ ਹੋਈਆਂ। ਤੇ ਉਹ ਹੁਣ ਕਿਤਾਬ ਕੋਈ ਨਹੀਂ ਹੈ ਇਸ ਵੇਲੇ ਪ੍ਰਾਈਵੇਟ ਸੈਕਟਰ ਵਿੱਚ। ਹੋਰ ਵੀ ਜਿਹੜਾ ਸੀ ਉਹ ਗਿਲਾ ਜਿਹਾ ਟੀਚਰਸ ਵੱਲੋਂ ਆਇਆ ਕਿ ਜਿਹੜਾ ਇਹ ਇਸ ਮਿਡ ਸੀਜ਼ਨ ਦੇ ਵਿੱਚ ਆ ਕੇ ਨਾਫਜ਼ ਕੀਤਾ, ਅਗਰ ਇਹ ਨਵੇਂ ਤਲੀਮੀ ਸਾਲ ਤੋਂ ਨਾਫਜ਼ ਕੀਤਾ ਜਾਂਦਾ ਯਕਸਾ ਨਿਜ਼ਾਮੇ ਤਲੀਮ, ਤਾਂ ਜ਼ਿਆਦਾ ਫਾਇਦਾਮੰਦ ਹੁੰਦਾ। ਹੁਣ ਕੁਝ ਕਿਤਾਬਾਂ ਪਿਛਲੀਆਂ ਜਿਹੜੀਆਂ ਨੂੰ ਪੜ੍ਹ ਲਈਆਂ ਹੋਈਆਂ ਨੇ ਬੱਚਿਆਂ ਨੇ ਜਾਂ ਸਕੂਲ ਪੜ੍ਹਾ ਬੈਠੇ ਨੇ, ਤੇ ਇਸ ਮੌਕੇ ਤੇ ਉਹ ਮੁਸ਼ਕਿਲ ਪੈਦਾ ਹੋਏਗੀ। ਦਰਅਸਲ ਦੇਖੋ ਅਹਿਸਾਨ ਸਾਹਿਬ, ਇਹ ਨਲਾਇਕੀ ਹੈ ਹਕੂਮਤ ਦੀ ਕਿ ਪ੍ਰਾਈਵੇਟ ਸੈਕਟਰ ਵਿੱਚ ਜਿਹੜਾ ਐਕੈਡੈਮਿਕ ਸੈਸ਼ਨ ਹੈ ਉਹ ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਔਰ ਦੂਜਾ ਜਿਹੜਾ ਹੈ ਕਿ ਬਾਕੀ ਪ੍ਰਾਈਵੇਟ ਜਿਹੜਾ ਸਰਕਾਰੀ ਸੈਕਟਰ ਹੈ ਉਹ ਉਹਨਾਂ ਨੇ ਅਗਸਤ 'ਚ ਹੁਣ ਸ਼ੁਰੂ ਕੀਤਾ ਹੈ। ਤੇ ਇਹ ਨਾ ਕਨਫਿਊਜ਼ਨ ਹੋ ਰਹੀ ਹੈ, ਔਰ ਇਹਦੇ 'ਚ ਬੜਾ ਸਖਤ ਪਰੇਸ਼ਾਨੀ ਹੋਈ ਹੈ। ਕੋਵਿਡ ਜਿਹੜਾ ਕਰੋਨਾ ਦੇ ਹਵਾਲੇ ਦੇ ਨਾਲ ਤੁਹਾਨੂੰ ਪਤਾ ਹੈ ਕਿੰਨੇ ਲੋਕ ਪਰੇਸ਼ਾਨ ਰਹੇ ਨੇ, ਕਿੰਨੀ ਮਜਬੂਰੀਆਂ ਤੋਂ ਲੋਕ ਗੁਜ਼ਰੇ ਨੇ, ਔਰ ਤਾਲੀਮ ਬੰਦ ਹੋ ਗਈ, ਆਨਲਾਈਨ ਐਜੂਕੇਸ਼ਨ ਹੋਈ ਹੈ ਨਹੀਂ ਹੋਈ ਅੱਲਾ ਹੀ ਜਾਣਦਾ ਹੈ। ਔਰ ਇਹਦੇ ਵਿੱਚ ਫਿਰ 20% ਜਿਹੜਾ ਉਹ ਕੱਟ ਵੀ ਲੱਗ ਗਿਆ, ਲੋਕਾਂ ਕੋਲ ਫੀਸਾਂ ਦੇਣ ਜੋਗੇ ਪੈਸੇ ਨਹੀਂ ਸਨ, ਔਰ ਇਦਾਰਿਆਂ ਕੋਲ ਜਿਹੜਾ ਉਹ ਸੈਲਰੀ ਦੇਣ ਦੇ ਪੈਸੇ ਨਹੀਂ ਸਨ, ਤਨਖਾਹਾਂ ਨਹੀਂ ਜਾ। ਇਹ ਇੱਕ ਮਜਮੂਈ ਇੱਕ ਜਿਹੜੀ ਜ਼ਿੰਮੇਦਾਰੀ ਸੀ ਉਹਨੂੰ ਸਾਹਮਣੇ ਰੱਖ ਕੇ ਫੈਸਲੇ ਕਰਨੇ ਬੜੇ ਜ਼ਰੂਰੀ ਸਨ। ਬਹਰਹਾਲ ਮਜਮੂਈ ਤੌਰ ਤੇ ਵੈਸੇ ਤੁਸੀਂ ਸਮਝਦੇ ਹੋ ਕਿ ਹੈ ਅੱਛਾ ਕਦਮ? ਦੇਖੋ ਫਰੇਮਵਰਕ ਬਹੁਤ ਅੱਛਾ ਹੈ ਜਿਹੜਾ ਉਹਨਾਂ ਨੇ ਇੱਕ ਦਿੱਤਾ ਨਾ ਜੀ, ਵਿਜ਼ਨ, ਇੱਕ ਫਰੇਮਵਰਕ ਹੁੰਦਾ ਹੈ। ਉਹ ਕਹਿੰਦੇ ਨੇ ਬਈ ਇਸ ਫਰੇਮਵਰਕ, ਹੁਣ ਪਤਾ ਨਹੀਂ ਫਰੇਮਵਰਕ ਨੂੰ ਕੀ ਕਹੀਦਾ ਪੰਜਾਬੀ 'ਚ, ਮੈਨੂੰ ਤਾਂ ਨਹੀਂ ਆਉਂਦਾ। ਉਸ ਫਰੇਮਵਰਕ ਹੀ ਕਹਿ ਲਓ, ਕੋਈ ਫਰੇਮਵਰਕ ਵਿੱਚ ਰਹਿ ਕੇ ਤੁਸੀਂ ਕਿਤਾਬਾਂ ਆਪਣੀਆਂ ਬਣਾਉਣੀਆਂ ਨੇ, ਸਿਲੇਬਸ ਬਣਾਉਣਾ ਹੈ। ਠੀਕ। ਉਹ ਤੁਸੀਂ ਛਾਪ, ਉਹ ਫਰੇਮਵਰਕ ਅੱਛਾ ਹੈ, ਚਲੋ ਐਸਾ ਚੀਜ਼ਾਂ ਬਿਹਤਰ ਹੋ ਜਾਣਗੀਆਂ, ਉਹਦੇ ਤੇ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਅਸੀਂ ਕਹਿੰਦੇ ਟ੍ਰੇਨਿੰਗ, ਟੀਚਰਸ ਦੀ ਟ੍ਰੇਨਿੰਗ ਜਿਹੜੀ ਉਹ ਕਿਸ ਤਰ੍ਹਾਂ ਹੋਣੀ ਹੈ। ਜੇ ਇਹੀ ਰੱਟਾ ਲੱਗਣਾ ਫੇਰ ਵੀ ਦੁਬਾਰਾ, ਤੇ ਕੀ ਫਾਇਦਾ ਸਿੰਗਲ ਨੈਸ਼ਨਲ ਕਰਿਕੂਲਾ ਦਾ? ਅੰਗਰੇਜ਼ੀ ਵੀ ਤੁਸੀਂ ਖਤਮ ਕਰ ਦਿੱਤੀ, ਔਰ ਤੁਸੀਂ ਨਏ ਆਪਣਾ ਮਜ਼ਮੂਨ, ਨया ਤਰੀਕਾਕਾਰ। ਤੇ ਟ੍ਰੇਨਿੰਗ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਪਤਾ ਨਹੀਂ ਹੁਣ ਹਕੂਮਤ ਨੇ ਟ੍ਰੇਨਿੰਗ ਕਰਵਾਈ ਹੈ ਕਿ ਨਹੀਂ ਕਰਵਾਈ। ਪ੍ਰਾਈਵੇਟ ਸੈਕਟਰ ਤੇ ਟ੍ਰੇਨਿੰਗ ਕਰਵਾਉਂਦਾ ਹੈ, ਉਹ ਪੈਸੇ ਖਰਚ ਕਰਦਾ ਹੈ ਆਪਣੀ ਕੁਆਲਿਟੀ ਨੂੰ ਮੇਨਟੇਨ ਕਰਨ ਵਾਸਤੇ। ਲੇਕਿਨ ਹਕੂਮਤ ਨੂੰ ਇਹ ਚਾਹੀਦਾ ਹੈ ਕਿ ਮੇਰੀ ਤੇ ਇਹ ਤਜਵੀਜ਼ ਸੀ ਕਿ ਤੁਸੀਂ ਪਹਿਲੀ ਜਮਾਤ ਤੋਂ ਇਹ ਸ਼ੁਰੂ ਕਰਦੇ। ਬੜਾ ਨਾਜ਼ਰਾ ਵੀ ਕੰਪਲਸਰੀ ਹੈ, ਯਾਨੀ ਕਿ ਲਾਜ਼ਮੀ ਹੈ ਨਾਜ਼ਰੇ ਦੀ ਤਾਲੀਮ। ਹੁਣ ਸੀਰਤੁਨ ਨਬੀ ਵੀ ਜਿਹੜਾ ਪ੍ਰਾਈਮ ਮਿਨਿਸਟਰ ਨੇ ਕਿਹਾ ਠੀਕ ਹੈ, ਬੜੀ ਅੱਛੀ ਗੱਲ ਹੈ, ਤੁਸੀਂ ਕੁਰਾਨੀ ਤਾਲੀਮਾਤ ਬੱਚਿਆਂ ਨੂੰ ਜ਼ਰੂਰ ਦਿਓ। ਔਰ ਲੇਕਿਨ ਇਹ ਵੇ ਕਿ ਮੇਰੀ ਦਰਖਾਸਤ ਹੈ ਇਹ ਹਮੇਸ਼ਾ ਰਹੀ ਹੈ, ਮੈਂ ਦਰਖਾਸਤ ਕੀਤੀ ਹੈ ਹਕੂਮਤ ਪੰਜਾਬ ਨੂੰ ਵੀ, ਪਾਕਿਸਤਾਨ ਨੂੰ ਵੀ, ਕਿ ਤੁਸੀਂ ਇਹ ਪ੍ਰਾਈਵੇਟ ਸੈਕਟਰ ਨੂੰ ਬਿਠਾ ਕੇ ਉਹਨਾਂ ਦਾ ਮਸ਼ਵਰਾ ਤੇ ਲਵੋ ਨਾ। ਜਿਨ੍ਹਾਂ ਨੇ ਤੁਹਾਡਾ ਕਾਨੂੰਨ ਅੱਗੇ ਚਲਾਣਾ ਹੈ, ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਹੈ, ਉਹਨਾਂ ਨੂੰ ਇਤਮਾਦ ਵਿੱਚ ਤੇ ਤੁਸੀਂ ਲਓ। ਬਿਲਕੁਲ ਠੀਕ। ਬਹਰਹਾਲ ਉਹਨਾਂ ਨੇ ਇਹ ਗੱਲ ਸਾਡੀ ਮੰਨੀ, ਔਰ ਆਹਿਸਤਾ ਆਹਿਸਤਾ ਜਿਹੜਾ ਕੰਸਲਟੇਸ਼ਨ ਸ਼ੁਰੂ ਹੋ ਗਈ ਹੈ।
ਤੇ ਹੁਣ ਉਹ ਜਿਹੜਾ ਬਹਿਸ ਮੁਬਾਹਿਸੇ ਤੋਂ ਬਾਅਦ ਅੱਛੀਆਂ ਚੀਜ਼ਾਂ ਹੋ ਜਾਣਗੀਆਂ ਜੀ ਇਨਸ਼ਾਅੱਲਾ ਜੀ ਬਿਲਕੁਲ ਬਿਲਕੁਲ। ਚਲੋ ਤੇ ਤੁਹਾਡੀਆਂ ਅੱਛੀਆਂ ਜਿਹੜੀਆਂ ਚੀਜ਼ਾਂ ਸਨ ਉਹ ਤੁਸੀਂ ਦੱਸੀਆਂ, ਬਿਲਕੁਲ। ਔਰ ਮਜਮੂਈ ਤੌਰ ਤੇ ਜਿਹੜਾ ਇਹਦੇ ਵੱਲ ਨਾ ਰਾਏ ਆਈ ਹੈ ਉਹ ਬਹੁਤ ਹੀ ਅੱਛੀ ਹੈ। ਜਿਹੜੇ ਬਜ਼ੁਰਗ ਸਤਿਜ਼ਾ ਨੇ ਸੁਸਾਇਟੀ ਦੇ ਸਿਆਣੇ ਲੋਕ ਨੇ ਸਾਰੇ ਕਹਿ ਰਹੇ ਨੇ ਕਿ ਸਟੈਪ ਅੱਛਾ ਹੈ। ਚਲੋ ਚੀਜ਼ਾਂ ਐਸਾ ਜਿਹੜੀਆਂ ਪਾਲਿਸ਼ ਹੋ ਜਾਣਗੀਆਂ, ਬਿਹਤਰੀ ਹੋ ਜਾਏਗੀ, ਤਫਜ਼ਾਤ ਜਿਹੜੇ ਪ੍ਰਾਈਵੇਟ ਸੈਕਟਰ ਦੇ ਨੇ ਉਹ ਵੀ ਜ਼ਾਹਿਰ ਦੂਰ ਹੋ ਜਾਣਗੇ। ਜਿਵੇਂ ਤੁਸੀਂ ਮਿਲ ਬੈਠੇ ਹੋ ਮਿਨਿਸਟਰਸ ਦੇ ਨਾਲ, ਮੁਤਲਕਾ ਲੋਕਾਂ ਦੇ ਨਾਲ, ਤੇ ਫਿਰ ਚੀਜ਼ਾਂ ਫਾਈਨ ਹੋ ਜਾਣਗੀਆਂ। ਇਹਦੇ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਜਿਹੜੀ ਇੰਪੋਰਟੈਂਟ ਹੈ ਵੇ ਕਿ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਇਹਦੇ ਉੱਤੇ ਅਮਲ ਪਿਆ ਕਰਦਾ ਹੈ। ਇਹਨਾਂ ਨੇ ਕਿਹਾ ਕਿ ਜੀ ਬੱਚੇ ਤੁਸੀਂ ਅੱਧੇ ਬੱਚੇ ਅਜੇ ਲੈ ਆਓ, ਅੱਧੇ ਨੂੰ ਅਜੇ ਰੋਕ ਕੇ ਰੱਖੋ ਕੋਵਿਡ ਦੀ ਵਜ੍ਹਾ ਤੋਂ। ਜੀ ਜੀ। ਲੇਕਿਨ ਕੁਝ ਐਸੇ ਇਦਾਰੇ ਹੈ ਨੇ ਜਿਹਦੇ ਵਿੱਚ ਬੱਚੇ 5 ਦਿਨਾਂ ਦੇ ਜਾਂਦੇ ਨੇ ਉੱਥੇ, ਪੂਰਾ ਹਫਤਾ ਯਾਨੀ ਕਿ ਜਾਂਦੇ ਨੇ। ਠੀਕ ਠੀਕ। ਫਿਰ ਉਹ ਐਸਐਨਸੀ ਯਕਸਾ ਨਿਸਾਬ ਨੂੰ ਵੀ ਨਹੀਂ ਲਾਗੂ ਕੀਤਾ ਉਹਨਾਂ ਨੇ ਆਪਣੇ ਆ ਉੱਤੇ। ਇਹ ਵੀ ਸਾਡੇ ਕੋਲ ਖਬਰ ਹੈ ਵੇ, ਅਸਾਂ ਉਹਨੂੰ ਟੀਵੀ ਤੇ ਵੀ ਕਿਹਾ, ਅਖਬਾਰ ਵਿੱਚ ਵੀ ਕਿਹਾ, ਤੇ ਸ਼ਫਕਤ ਮਹਿਮੂਦ ਸਾਹਿਬ ਦੀ ਉਹਦੇ ਇਲਮ ਚ ਵੀ ਲਿਆਂਦਾ, ਉਹਦੇ ਇਲਮ ਵਿੱਚ ਲਿਆਂਦਾ। ਉਹਨਾਂ ਕਿਹਾ ਜੀ ਕਿ ਨੋਬਡੀ ਇਜ਼ ਅਬਵ ਲਾਅ, ਯਾਨੀ ਕਾਨੂੰਨ ਤੋਂ ਕੋਈ ਬਾਲਾਤਰ ਨਹੀਂ ਹੈ। ਇਹ ਜਿਹੜੇ ਵੱਡੇ ਵੱਡੇ ਸਕੂਲ ਨੇ ਜਿਨ੍ਹਾਂ ਦੇ ਬੋਰਡ ਆਫ ਗਵਰਨਰਸ ਨੇ, ਚਲੋ ਹਕੂਮਤ ਪੁੱਛ ਲੇਗੀ। ਤੇ ਅਸੀਂ ਕਹਿੰਦੇ ਆ ਕਿ ਬਈ ਇਹ ਸਾਡੇ ਜਿਹੜੇ ਪ੍ਰਾਈਵੇਟ ਸਕੂਲ ਨੇ ਮਾਤੜ ਨੇ, ਇਹਨਾਂ ਨਾਲ ਵਿਚਾਰਿਆਂ ਨਾਲ ਇੰਨੀ ਆਪਣੀ ਮਦਦ ਆਪ ਨਾਲ ਚੱਲਦੇ ਨੇ। ਕਈ ਇਦਾਰੇ ਬੰਦ ਹੋ ਗਏ ਨੇ, ਬੜੀ ਮੁਸ਼ਕਿਲ ਦੇ ਨਾਲ ਜਿਹੜਾ ਹੈ ਇਹ ਸਿਲਸਿਲਾ ਅੱਗੇ ਚੱਲਦਾ ਹੈ। ਤੇ ਤਾਲੀਮ ਨੂੰ ਆਮ ਹੋਣਾ ਚਾਹੀਦਾ ਹੈ, ਤਾਲੀਮ ਨੂੰ ਜਿਹੜਾ ਉਹ ਪਾਬੰਦੀਆਂ ਉਹਦੇ ਤੇ ਜ਼ਿਆਦਾ ਨਹੀਂ ਲਾਣੀ ਚਾਹੀਦੀਆਂ। ਆਰਟੀਕਲ 25A ਕਨਸਟੀਟਿਊਸ਼ਨ ਹੈ ਕਿ ਹਕੂਮਤ ਪਾਕਿਸਤਾਨ ਨੇ ਮੁਫਤ ਔਰ ਲਾਜ਼ਮੀ ਤਾਲੀਮ ਦੇਣੀ ਹੈ ਬੱਚੇ ਨੂੰ। ਬਿਲਕੁਲ ਠੀਕ। ਇਹ ਤੁਹਾਡਾ ਇੱਕ ਕਾਨੂੰਨ ਹੈ, ਤੇ ਜਿਹੜੇ ਇਸ ਕਾਨੂੰਨ ਨੂੰ ਆਪਣੀ ਮਦਦ ਆਪ ਦੇ ਨਾਲ ਪੜ੍ਹਾ ਰਹੇ ਨੇ, ਚਲਾ ਰਹੇ ਨੇ ਸਕੂਲ, ਉਹਨਾਂ ਦਾ ਇਤਰਾਮ ਤੇ ਕਰੋ ਨਾ ਤੁਸੀਂ। ਬਿਲਕੁਲ ਠੀਕ। ਤੇ ਲਿਹਾਜ਼ਾ ਇਹ ਜਿਹੜੇ ਸਾਡੇ ਸਕੂਲ ਸਿਸਟਮਸ ਨੇ ਵੱਡੇ ਵੱਡੇ ਨੇ, ਜਿਹੜਾ ਜਿਨ੍ਹਾਂ ਦੀ ਫੀਸ ਬਹੁਤ ਘੱਟ ਹੈ, ਨਾਰਮਲ ਫੀਸ ਹੈ, 500 ਹੈ, 1000 ਹੈ, 2000 ਹੈ, 3 ਹੈ, 4 ਹੈ, ਤੇ ਜਿਹੜੇ 4000 ਵਾਲੇ ਜਿਹੜੇ ਸਕੂਲ ਨੇ ਕਮ ਸੇ ਕਮ ਉਹਨੂੰ ਸ਼ਾਬਾਸ਼ ਤੇ ਦਿਓ ਤੁਸੀਂ। ਠੀਕ ਹੈ। ਜਿਹੜਾ ਕੰਮ ਤੇ ਕਰਦੇ ਨੇ, ਪਤਾ ਨਹੀਂ ਕਿੰਨੀ ਮੁਸ਼ਕਿਲ ਨਾਲ 21-22 ਟੈਕਸ ਦਿੰਦੇ ਨੇ, ਉਹ 21-22 ਅਕਸਾਮ ਦੇ ਟੈਕਸਿਸ ਉਹ ਦਿੰਦੇ ਨੇ। ਕਦੀ LDA ਦਾ ਟੈਕਸ ਹੈ, ਕਦੀ ਮਿਊਨਿਸਪਲ ਟੈਕਸ ਹੈ, ਕਦੀ ਕਮਰਸ਼ੀਅਲ ਬਿਜਲੀ ਹੈ, ਕਮਰਸ਼ੀਅਲ ਸੂਈ ਗੈਸ ਹੈ, ਪਾਣੀ ਦਾ ਟੈਕਸ ਹੈ, ਫਿਰ ਨਕਸ਼ਾ ਫੀਸ ਹੈ, ਤੇ ਪਤਾ ਨਹੀਂ ਕੀ ਕੁਝ ਹੈ। ਅਗਰ ਕਈ ਬਿਲਡਿੰਗਾਂ ਕਿਰਾਏ ਤੇ ਨੇ, ਤੇ ਇਹ ਸਾਰੀ ਚੀਜ਼ਾਂ ਮੈਂ ਉਹਨੇ ਸਮਝਣਾ ਕਿ ਇਹ ਐਜੂਕੇਸ਼ਨ ਹੁਣ ਇੱਕ ਇੰਡਸਟਰੀ ਹੈ, ਇਹਨੂੰ ਐਜ਼ ਇੰਡਸਟਰੀ ਤੁਸੀਂ ਲਵੋ, ਟ੍ਰੀਟ ਕਰਨਾ ਚਾਹੀਦਾ। ਜਿਸ ਤਰ੍ਹਾਂ ਸ਼ੂਗਰ ਦੀ ਮੈਨੂਫੈਕਚਰਿੰਗ ਹੈ, ਆਪਣਾ ਇੰਡਸਟਰੀ ਆਦਿ ਹੈ, ਤੁਸੀਂ ਉਹਨੂੰ ਇੰਡਸਟਰੀ ਦਾ ਦਰਜਾ ਦਿੰਦੇ ਹੋ, ਇਹਨੂੰ ਵੀ ਤੁਹਾਨੂੰ ਇੰਡਸਟਰੀ ਦਾ ਦਰਜਾ ਦੇਣਾ ਪਏਗਾ। ਇਹਨਾਂ ਨੂੰ ਮੁਰਾਦ ਦੇਣੀਆਂ ਪੈਣਗੀਆਂ, ਇਹਨਾਂ ਦੀ ਸਰਪ੍ਰਸਤੀ ਚਾਹੀਦੀ ਹੈ, ਇਹਨਾਂ ਨੂੰ ਲੋਨਸ ਦੀ ਫੈਸਿਲਿਟੀ ਤੁਸੀਂ ਦਿਓ। ਜਿਸ ਤਰ੍ਹਾਂ ਕੋਵਿਡ ਵਿੱਚ ਆਪਣਾ ਕਈ ਫੈਸਿਲਿਟੀ ਦਿੱਤੀ ਗਈਆਂ ਸਨ। ਕਾਸ਼ਿਫ ਸਾਹਿਬ ਵੀ ਆਏ ਬੈਠੇ ਨੇ ਤੁਹਾਡੇ ਬਿਲਕੁਲ। ਕਾਸ਼ਿਫ ਜਾਵੇਦਾਨੀ ਸਾਹਿਬ ਨੂੰ ਅਸੀਂ ਵੈਲਕਮ ਕਰਨੇ ਆ। ਕਾਸ਼ਿਫ ਜਾਵੇਦਾਨੀ ਨੇ ਬੜਾ ਨਾਰਾ ਮਾਰਿਆ ਔਰ ਬੜਾ ਇਹਨਾਂ ਨੇ ਨੁਮਾਇੰਦਗੀ ਕੀਤੀ। ਅੱਛਾ, ਤੁਸੀਂ ਦੱਸੋ ਮੀਆਂ ਸਾਹਿਬ ਜੀ, ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਬੜੀਆਂ ਮੁਹੱਬਤ ਨਾਲ। ਇਹ ਦੱਸੋ ਕਿ ਯਕਸਾ ਨਿਜ਼ਾਮੇ ਤਾਲੀਮ ਜਿਹੜਾ ਹੈ ਬਹੁਤ ਸਰਾਹਿਆ ਜਾ ਰਿਹਾ, ਇਹਨੂੰ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਹਕੂਮਤ ਇਸ ਤਰ੍ਹਾਂ? ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਜੀ। ਪਹਿਲੇ ਤੇ ਤੁਹਾਨੂੰ ਬਹੁਤ ਸਲਾਮ ਤੇ ਸ਼ੁਕਰੀਆ, ਤੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਸਲਾਮ। ਤੇ ਸਭ ਤੋਂ ਪਹਿਲੇ ਤੇ ਮੈਂ ਮੀਆਂ ਸਾਹਿਬ ਦੇ ਹਵਾਲੇ ਨਾਲ ਕੁਝ ਗੱਲ ਕਰਨਾ ਚਾਹੁੰਦਾ। ਹਾਂ ਜ਼ਰੂਰ। ਕਿ ਉਹਨਾਂ ਨਾਲ ਇੱਕ ਸਾਡਾ ਰਿਸ਼ਤਾ ਜੋ ਹੈ ਉਹ ਬੜਾ ਪੁਰਾਣਾ ਰਿਸ਼ਤਾ ਹੈ। ਜੀ ਜੀ। ਮੇਰੇ ਵਾਲਿਦ ਸਾਹਿਬ ਮਰਹੂਮ ਅਦੀਬ ਜਾਵੇਦਾਨੀ ਸਾਹਿਬ ਦੇ ਨਾਲ ਜਿਹੜੇ ਮਿਨਿਸਟਰ ਸਨ, ਤੇ ਉਹਨਾਂ ਨਾਲ ਸਾਡਾ ਜਿਹੜਾ ਲਿੰਕ ਸੀ, ਜਿਸ ਤਰ੍ਹਾਂ ਦਾ ਰਿਸ਼ਤਾ, ਜਿਸ ਤਰ੍ਹਾਂ ਦਾ ਪਿਆਰ ਸੀ, ਤੇ ਉਹ ਹਾਈ ਵੀ ਬਰਕਰਾਰ ਹੈ। ਜੀ ਜੀ। ਤੇ ਇਹ ਹੁਣ ਆਏ ਨੇ ਇੱਥੇ ਤਸ਼ਰੀਫ ਲਾਏ ਨੇ, ਇਹਨਾਂ ਨੂੰ ਐਜੂਕੇਸ਼ਨ ਦਾ ਮੇਰੇ ਤੋਂ ਜ਼ਿਆਦਾ ਪਤਾ ਹੈ ਮਾਮਲਾਤ ਦਾ, ਪ੍ਰਾਈਵੇਟ ਸੈਕਟਰਾਂ ਦੇ ਹਵਾਲੇ ਨਾਲ, ਗਵਰਨਮੈਂਟ ਸੈਕਟਰ ਦੇ ਹਵਾਲੇ ਨਾਲ ਕੀ ਹੁੰਦਾ ਪਿਆ, ਉੱਚ ਨੀਚ ਕੀ ਹੁੰਦੀ ਪਈ ਹੈ, ਕੀ ਪਾਲਿਸੀਜ਼ ਆ ਰਹੀਆਂ ਨੇ। ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ, ਮੈਂ ਸੁਣਦਾ ਸੀ ਬੜੇ ਇਨਾਮਾਤ ਨਾਲ ਇਹਨਾਂ ਦੀ ਗੱਲਾਂ, ਇਹਨਾਂ ਨੇ ਸਾਡੀ ਤਰਜਮਾਨੀ ਵੀ ਕੀਤੀ, ਬੜੀ ਸ਼ੁਕਰੀਆ ਇਹਨਾਂ ਦਾ। ਬਲਕਿ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਇਹ elite ਸਕੂਲ ਜਿਹਨੂੰ ਅਸੀਂ elite ਬੜੇ ਵੱਡੇ ਸਕੂਲ ਕਹਿੰਦੇ ਹਾਂ, ਇਹ ਇਹਨਾਂ ਨੂੰ ਰਿਪਰੈਜ਼ੈਂਟ ਵੀ ਕਰਦੇ ਨੇ ਗਵਰਨਮੈਂਟ ਦੇ ਸਾਹਮਣੇ। ਬਿਲਕੁਲ ਠੀਕ। ਤੇ ਮੇਰੀ ਡਿਊਟੀ ਲੱਗੀ ਹੈ ਜੀ ਕਿ ਮੈਂ ਜਿਹੜੇ 4000 ਤੋਂ ਕਮ ਸਕੂਲ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ। ਠੀਕ। ਤੇ ਸਾਡਾ ਕੋਆਰਡੀਨੇਸ਼ਨ ਹੈ ਮੀਆਂ ਸਾਹਿਬ ਨਾਲ ਬੜਾ ਅੱਛਾ ਹੈ। ਸਾਡੇ ਨਾਲ ਅਕਸਰ ਸਾਡੀ ਮੀਟਿੰਗਸ ਤੇ ਵੀ ਆਉਂਦੇ ਨੇ, ਅਸੀਂ ਇਹਨਾਂ ਨੂੰ ਇਨਵਾਈਟ ਕਰਨੇ, ਬੜੀ ਸਾਨੂੰ ਇੱਜ਼ਤ ਰਿਸਪੈਕਟ ਦਿੰਦੇ ਨੇ, ਤੇ ਬੜੀ ਮਿਹਰਬਾਨੀ। ਤੁਸੀਂ ਆ ਕੇ ਬੜੀ ਅੱਛੀ ਗੱਲ ਕੀਤੀ। ਬਾਕੀ ਤੁਸੀਂ ਯਕਸਾ ਨਿਸਾਬ ਦੀ ਗੱਲ ਕੀਤੀ ਹੈ, ਉਹ ਜਿਸ ਤਰ੍ਹਾਂ ਮੀਆਂ ਸਾਹਿਬ ਨੇ ਕਿਹਾ ਕਿ ਚੀਜ਼ ਅੱਛੀ ਹੈ, ਨੋ ਡਾਊਟ, ਲੇਕਿਨ ਸਾਰਾ ਮਸਲਾ ਜਿਹੜਾ ਆਉਂਦਾ ਪੈਣਾ ਜੀ ਉਹ ਇੰਪਲੀਮੈਂਟੇਸ਼ਨ ਦਾ ਆ ਰਿਹਾ ਕਿ ਇਹਨੂੰ ਨਾਫਿਜ਼ ਕਿਸ ਤਰ੍ਹਾਂ ਕਰਨਾ ਹੈ, ਕੀ ਤਰੀਕੇਕਾਰ ਹੋਣਾ ਚਾਹੀਦਾ ਹੈ। ਇੱਕ ਪੰਜਾਬ ਇੱਕ ਵੱਡਾ ਸੂਬਾ ਹੈ, ਇੱਥੇ ਇਹਨਾਂ ਨੂੰ ਇਹ ਅੰਦਾਜ਼ਾ ਨਹੀਂ ਹੁੰਦਾ ਪਿਆ ਕਿ ਕਿੰਨੇ ਪ੍ਰਾਈਵੇਟ ਸਕੂਲ ਨੇ ਜਾਂ ਕਿੰਨੇ ਬੱਚੇ ਨੇ, ਕਿੰਨੇ ਟੀਚਰਸ ਨੇ ਜਿਹਦੀ ਟ੍ਰੇਨਿੰਗ ਕਰਨੀ। ਸਹੀ। ਹੁਣ ਪਿਛਲੇ ਦਿਨਾਂ ਵੀ ਇੱਕ ਅਸੀਂ ਮੀਡੀਆ ਵਿੱਚ ਵੀ ਇਹਨਾਂ ਨੂੰ ਦੱਸਿਆ ਹੈ ਕਿ
ਪੰਜਾਬ ਵਿੱਚ ਹੈ ਜਿਹੜੇ ਇਹਨਾਂ ਦੀ ਇਨਰੋਲਮੈਂਟ ਹੁੰਦੀ ਪਈ ਹੈ ਈ ਲਾਇਸੈਂਸਿੰਗ ਦੇ ਵਾਲੇ ਨਾਲ ਪ੍ਰਾਈਵੇਟ ਸਕੂਲਾਂ ਦੀ, ਉਹ ਤਕਰੀਬਨ 65000 ਸਕੂਲ ਨੇ ਜਿਹੜੇ ਇਹਨਾਂ ਦੇ ਵੈਬਸਾਈਟ ਤੇ ਆ ਰਹੇ ਨੇ, ਠੀਕ, ਜਿਹਦੇ ਅੰਦਰ ਤਕਰੀਬਨ 92 ਲੱਖ ਸਟੂਡੈਂਟਸ ਦਾ ਡੇਟਾ ਹੈ ਸਹੀ, ਤੇ ਤਕਰੀਬਨ 5,11,115 ਜਿਹੜੇ ਨੇ ਟੀਚਰਸ ਦਾ ਡੇਟਾ ਹੈ। ਲੇਕਿਨ ਮੈਂ ਤੁਹਾਨੂੰ ਇਹ ਇੱਕ ਹੈਰਤ ਅੰਗੇਜ਼ ਗੱਲ ਦੱਸਾਂ ਕਿ ਇੰਨੇ ਸਕੂਲ ਨੇ 65,000 ਸਕੂਲ ਹੈ ਔਰ ਅਨਰਜਿਸਟਰਡ ਵੀ ਨੇ। ਇਹ ਪੰਜਾਬ ਦੀ ਗੱਲ ਕਰ ਰਹੇ ਹਾਂ, ਹਾਂਜੀ ਇਹ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ। ਅਗਰ ਇਹਨਾਂ ਨੂੰ ਅਸੀਂ ਮਿਕਸ ਕਰੀਏ ਤੇ ਦੋਨੋਂ ਐਡ ਕਰੀਏ ਤਾਂ ਤਕਰੀਬਨ 1.25 ਲੱਖ ਤੋਂ ਜ਼ਿਆਦਾ ਪ੍ਰਾਈਵੇਟ ਸਕੂਲ ਬਣਦਾ ਹੈ। ਬਿਲਕੁਲ ਠੀਕ। ਹੁਣ ਇਹਨਾਂ ਕੋਲ ਅੱਧੇ ਦਾ ਡੇਟਾ ਹੈ, ਅੱਧੇ ਦਾ ਡੇਟਾ ਨਹੀਂ ਹੈ। ਇਹਨਾਂ ਨੇ ਅੰਦਰ ਐਸਟੀਮੇਟ ਕਰ ਲਿੱਤਾ ਕਿ ਅਸੀਂ ਕਿੰਨੀਆਂ ਕਿਤਾਬਾਂ ਛਾਪਣੀਆਂ ਨੇ, ਕਦੋਂ ਅਸੀਂ ਸੈਸ਼ਨ ਸ਼ੁਰੂ ਕਰਨਾ ਹੈ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ, ਉਹ ਕਾਬੂ ਪਾ ਲੈਣਗੇ। ਦੇਖੋ ਕਰ ਰਹੇ ਨੇ ਨਾ, ਟ੍ਰੇਨਿੰਗ ਹੋ ਰਹੀ ਹੈ, ਆਸਤਾ ਹੋ ਰਹੀ ਹੈ, ਟਾਈਮ ਲੱਗੇਗਾ, ਚੀਜ਼ਾਂ ਬਿਲਕੁਲ ਹੋ ਜਾਣਗੀਆਂ। ਬਿਲਕੁਲ ਅਸੀਂ ਇਹਨਾਂ ਨੂੰ ਕਿਹਾ ਅਸੀਂ ਤਾਂ ਸਾਥ ਦੇਣ ਦੇ ਤਿਆਰ ਹਾਂ, ਲੇਕਿਨ ਇਹਦੇ ਅੰਦਰ ਹੈ ਕਿ ਸਾਡਾ ਪੁਆਇੰਟ ਆਫ ਵਿਊ ਸੁਣਨ ਬੈਠ ਕੇ ਸਾਰੀ ਚੀਜ਼ਾਂ ਨੂੰ ਮਾਮਲਾ ਦੇ ਜਿਹੜੇ ਮਸਲੇ ਮਸਾਇਲ ਨੇ, ਜਿਸ ਤਰ੍ਹਾਂ ਮੀਆਂ ਸਾਹਿਬ ਨੇ ਕਿਹਾ ਪਬਲਿਸ਼ਰਸ ਨੂੰ ਐਨਓਸੀ ਨਹੀਂ ਅਜੇ ਤੱਕ ਮਿਲੀ, ਜ਼ਿਆਦਾ ਤੋਂ ਜ਼ਿਆਦਾ ਨੂੰ ਦਿੰਦੇ ਤਾਂ ਕਿ ਮੁਸ਼ਕਲ ਬਿਲਕੁਲ ਅਜੇ ਤੱਕ ਜਿਹੜੀ ਮੇਰੀ ਇਤਲਾਹ ਹੈ ਉਹਨਾਂ ਨੂੰ ਕੋਈ ਤਕਰੀਬਨ 17-18 ਪਬਲਿਸ਼ਰਸ ਨੂੰ ਐਨਓਸੀ ਮਿਲਿਆ ਹੈ। ਉਹਨਾਂ ਦੀ ਤਕਰੀਬਨ 103 ਕਿਤਾਬਾਂ ਨੂੰ, ਠੀਕ ਤੇ ਪੰਜਾਬ ਵਿੱਚ ਤਕਰੀਬਨ 80 ਤੋਂ 90 ਪਬਲਿਸ਼ਰਸ ਕੰਮ ਕਰਦੇ ਹਨ, ਜਿਹੜੇ 1300 ਕਿਤਾਬਾਂ ਹੀ ਪੈਂਡਿੰਗ ਪਈਆਂ ਨੇ। ਅਗਰ ਉਹ ਕਿਤਾਬਾਂ ਮਾਰਕੀਟ ਵਿੱਚ ਆ ਜਾਂਦੀਆਂ ਟਾਈਮ ਸਿਰ ਹੁੰਦੀਆਂ ਤੇ ਬੜੇ ਆਸਾਨ ਤਰੀਕੇ ਨਾਲ ਮੁਸ਼ਕਲ ਨਹੀਂ ਸੀ ਹੋਣੀ ਸੀ। ਇਹ ਅਸੀਂ ਗਵਰਨਮੈਂਟ ਨੂੰ ਕਹਿ ਰਹੇ ਹਾਂ। ਮੈਂ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਕਾਸ਼ਿਫ ਜਾਵੇਦਾਨੀ ਸਾਹਿਬ ਨੇ ਬੜੀ ਖੂਬਸੂਰਤ ਗੱਲਾਂ ਕੀਤੀਆਂ। ਦੇਖੋ ਕਿੰਨੀ ਤਾਦਾਦ ਹੈ ਸਕੂਲਾਂ ਦੀ ਪ੍ਰਾਈਵੇਟ ਸੈਕਟਰ ਦੀ, ਲੱਖਾਂ ਹੀ ਚਲੇ ਜਾਂਦੇ ਜੇ ਪੂਰੇ ਪਾਕਿਸਤਾਨ। ਜੀ ਜੀ, ਇਹ ਉਹ ਮਿਸ਼ਨ ਨੇ, ਇੱਕ ਉਹ ਫਰਜ਼ ਅਦਾ ਕਰ ਰਹੇ ਜਿਹੜਾ ਗਵਰਨਮੈਂਟ ਦੀ ਡਿਊਟੀ ਹੈ। ਹਾਂ, ਤੇ ਇਹਨਾਂ ਨੂੰ ਐਸ ਪਾਰਟਨਰ ਲੈਣਾ ਚਾਹੀਦਾ ਹੈ ਪ੍ਰਾਈਵੇਟ ਸਕੂਲਾਂ ਨੂੰ, ਔਰ ਇਹ ਵਿਜ਼ਨ ਜਿਹੜਾ ਉਹ ਇੱਕ ਕਲੈਕਟਿਵ ਵਿਜ਼ਨ ਹੋਣਾ ਚਾਹੀਦਾ ਹੈ। ਔਰ ਜੇ ਪਬਲਿਕ ਪ੍ਰਾਈਵੇਟ ਸੈਕਟਰ ਦੋਵੇਂ ਰਲ ਕੇ ਟੁਰ ਪੈਣ ਅੱਗੇ ਤੇ ਇਸ ਮੁਲਕ ਦੀ ਸ਼ਰਹ ਬਿਲਕੁਲ ਕੁਆਲਿਟੀ ਵਿੱਚ ਵੀ ਫਾਇਦਾ ਹੋ ਜਾਏਗਾ, ਇਜ਼ਾਫਾ ਹੋ ਜਾਏਗਾ ਔਰ ਕੰਮ ਵੀ ਹੋ ਜਾਏਗਾ। ਮੈਂ ਇੱਕ ਪੁਆਇੰਟ ਤੇ ਗੱਲ ਕਰਨਾ ਚਾਹ ਰਿਹਾ, ਫਿਰ ਮੈਂ ਇਜਾਜ਼ਤ ਲੈਣੀ ਹੈ, ਮੇਰੀ ਅੱਗੇ ਮੀਟਿੰਗ ਹੈ, ਉਹ ਟੈਕਸਟ ਬੁੱਕ ਬੋਰਡ ਦੇ ਹਵਾਲੇ ਨਾਲ ਹੈ। ਸਾਡੀ ਉੱਥੇ ਮੀਟਿੰਗ ਹੋਈ ਸੀ, ਉਹਦੇ 'ਚ ਮੈਂ ਵੀ ਗਿਆ ਜੇ, ਹਾਲ ਹੀ 'ਚ ਹੋਈ ਹਫਤਾ ਪਹਿਲੇ। ਇਹ ਸਾਰੇ ਪਬਲਿਸ਼ਰਸ ਆਏ ਸਨ, ਅਸਾਂ ਉੱਥੇ ਐਮਡੀ ਸਾਹਿਬ ਮੌਜੂਦ ਸਨ ਟੈਕਸਟ ਬੁੱਕ ਬੋਰਡ ਦੇ। ਅਸੀਂ ਉੱਥੇ ਉਹਨਾਂ ਨੂੰ ਇਹ ਕਿਹਾ ਕਿ ਬਰਾਏ ਮਿਹਰਬਾਨੀ ਤੁਸੀਂ ਐਨਓਸੀ ਦਾ ਜਿਹੜਾ ਇੱਕ ਪ੍ਰੋਸੈਸ ਹੈ, ਇੱਕ ਜਿਹੜਾ ਇੱਕ ਤਰੀਕਾਕਾਰ ਹੈ ਕਿ ਬੁੱਕ ਨੂੰ ਕਿਸ ਤਰ੍ਹਾਂ ਪਾਸ, ਦੇਖੋ ਨਾ ਕਾਨੂੰਨ ਹੈ ਵੇ ਕਿ ਹੁਣ ਇੱਕ ਉਲਮਾ ਬੋਰਡ ਵੀ ਬਣ ਗਿਆ ਹੈ। ਉਸ ਉਲਮਾ ਬੋਰਡ ਵਿੱਚ ਸਾਰੀ ਕਿਤਾਬਾਂ ਜਾਣਗੀਆਂ, ਉਲਮਾ ਬੋਰਡ ਨੂੰ ਪਾਸ ਕਰੇਗਾ, ਫਿਰ ਉਹਨਾਂ ਨੂੰ ਐਨਓਸੀ ਇਸ਼ੂ ਹੋਏਗਾ। ਉਸ ਤੋਂ ਪਹਿਲੇ ਜਿਹੜੀ ਇਵੈਲੂਏਸ਼ਨ ਕਮੇਟੀਆਂ ਨੇ ਉਹ ਵੇਖਣਗੇ। ਇਹ ਸਟੈਪਸ ਨੇ ਹੁਕੂਮਤਾਂ ਦੇ ਜਾਂ ਟੈਕਸਟ ਬੁੱਕ ਬੋਰਡ ਦੇ। ਅਸਾਂ ਨੂੰ ਇਹ ਕਿਹਾ ਜੀ ਐਕੈਡੈਮਿਕ ਸੈਸ਼ਨ ਸ਼ੁਰੂ ਹੋ ਗਿਆ ਤੇ ਕਿਤਾਬ ਮੌਜੂਦ ਨਹੀਂ ਹੈ, ਤੇ ਬਰਾਏ ਮਿਹਰਬਾਨੀ ਤੁਸੀਂ ਉਹਦੀ ਤੇਜ਼ੀ ਲੈ ਆਓ। ਔਰ ਪਬਲਿਸ਼ਰਸ ਦੇ ਜਿਹੜੇ ਇਸ਼ੂਜ਼ ਨੇ ਉਹ ਅਸੀਂ ਬਾਅਦ ਹੀ ਡੀਲ ਕਰਦੇ ਰਹਾਂਗੇ, ਲੇਕਿਨ ਪਹਿਲੇ ਕਿਤਾਬ ਤੇ ਲੈ ਕੇ ਆਓ। ਉਹਨਾਂ ਸਾਡੀ ਗੱਲ ਮੰਨੀ, ਉਹ PR ਕੋਡ ਲਾਣਾ ਸੀ, QR ਕੋਡ ਲਾਣਾ ਸੀ, ਉਹਦੇ 'ਚ ਉਹਨਾਂ ਸਾਨੂੰ ਰਿਲੀਫ ਦਿੱਤਾ ਹੈ। ਅੱਛਾ, ਜਿਹੜੀ ਗੱਲ ਉਹਨਾਂ ਦੀ ਮਿਹਰਬਾਨੀ ਹੈ। ਔਰ ਐਮਡੀ ਸਾਹਿਬ ਨੇ ਕਿਹਾ ਜੀ ਮੈਨੂੰ ਲਿਸਟਾਂ ਦਿਓ ਤੇ ਅਸੀਂ ਇਹਨੂੰ ਪ੍ਰੋਸੈਸ ਨੂੰ ਜਲਦੀ ਕਰ ਲੈਂਦੇ। ਦੇਖੋ ਨਾ, ਇਹ ਟੈਕਸਟ ਬੁੱਕ ਬੋਰਡ ਹੋਵੇ ਜਾਂ ਵਜ਼ਾਰਤ ਤਾਲੀਮ ਹੋਵੇ, हुकूमत पंजाब या पाकिस्तान में ये जिम्मेदारी सब दी है, सब दी। बच्चों का तालीमी साल जाया ना हो, सब दी जिम्मेदारी जाया हो गया ना, तो तालीमी साल जाया हो गए हैं और इस मुल्क की तालीम बंद रही है। जी जी, बड़ा लाभ है। एहतजाज करते रहे स्कूल खोलो जी, स्कूलों को रिलीफ दियो जी, सानू लोन दियो। ये गल मन्नी जांदी रही है, ते ये नहीं मनदे थे। मेहरबानी ते मैं ਇਹਦੇ ਵਿੱਚ ਇੱਕ ਵਾਰੀ ਫੇਰ ਮੈਂ ਕਾਸ਼ਿਫ ਜਾਵੇਦਾਨੀ ਦੇ ਰੋਲ ਨੂੰ ਸਰਾਹਾਂਗਾ। ਇਹਨਾਂ ਦਾ ਇੱਕ ਬੜਾ ਅੱਛਾ ਰੋਲ ਹੈ। ਅੱਛਾ, ਜਾਂਦਾ ਮੈਂ ਤਮਾਮ ਐਸੋਸੀਏਸ਼ਨਾਂ ਇਹਨਾਂ ਦੇ ਨਾਲ ਨੇ, ਕਿਉਂਕਿ ਚਲਿਆ ਜਾਣਾ ਤੇ ਮੈਂ ਚਾਹਾਂਗਾ ਕਿ ਐਸਓਪੀ ਦੇ ਬਾਰੇ ਨਾਲ ਵੀ ਗੱਲ ਕਰਦੇ ਜੋ, ਕਿਉਂਕਿ ਕੋਰੋਨਾ ਇਹ ਖਤਮ ਨਹੀਂ ਹੋਇਆ, ਬਿਲਕੁਲ ਖਤਮ ਨਹੀਂ ਹੋਇਆ। ਔਰ ਇਹ ਮੈਸੇਜ ਹੈ ਸਾਰੇ ਭੈਣਾਂ ਭਰਾਵਾਂ ਨੂੰ ਕਿ ਸਕੂਲਾਂ ਵਿੱਚ ਐਸਓਪੀ ਆਬਜ਼ਰਵ ਹੋ ਰਿਹਾ ਹੈ। ਕੋਈ ਵੀ ਐਸਾ ਸਕੂਲ ਨਹੀਂ ਚੱਲੇਗਾ ਜਿੱਥੇ ਮਾਸਕ ਜਾਂ ਸੈਨੀਟਾਈਜ਼ਰ ਨਹੀਂ ਹੋਏਗਾ। ਇਹ ਪਾਬੰਦੀ ਹੈ, ਕਾਨੂੰਨ ਹੈ ਹੋਣਾ ਹੈ, ਔਰ हुकूमत ਇਹਨੂੰ ਜਾ ਕੇ ਚੈੱਕ ਵੀ ਕਰੇਗੀ। मेरी भी यही दरख्वास्त है सब दे के कि बराए मेहरबानी मास्क ना लाओ और सैनिटाइजर यूज करो। कोरोना अजे खत्म नहीं होया, असां इस तो जान छुड़ानी है अपनी और असी अगे वधना है। ਉਹਦੇ ਵਿੱਚ ਤਾਵਨ ਜਿਹੜਾ ਨਾ ਬੜਾ ਜ਼ਰੂਰੀ ਹੈ ਆਵਾਮ ਦਾ। ਇਹ ਲੋਕ ਨਾ ਕਹਿਣਗੇ ਜੀ ਕੋਰੋਨਾ ਹੈ ਕੋਈ ਨਹੀਂ ਹੈ, ਕੋਈ ਸ਼ਾਇਦ ਕੋਈ ਅੰਗਰੇਜ਼ਾਂ ਦੀ ਕੋਈ ਸਾਜ਼ਿਸ਼ ਹੈ। ਐਸੀ ਕੋਈ ਕੋਰੋਨਾ ਹੈ ਵੇ, ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਲੱਗਾ ਕੋਰੋਨਾ ਕਈ ਐਸੇ ਅਫਰਾਦ ਸਾਡੇ ਕੋਲ। ਮੈਂ आखिरी च ही कहांगा कि स्कूलों ने इस जिम्मेदारी का बड़ा सबूत दिता है। उन्होंने SOP बड़ा अपना जबरदस्त किया स्कूलों ने, कॉलेजा ने भी, यूनिवर्सिटियां ने भी, प्राइवेट सेक्टर की गल बिल्कुल, और गवर्नमेंट ने भी ये बड़ा जोर लाया। पाकिस्तान गवर्नमेंट को क्रेडिट जाता है, प्राइम मिनिस्टर पाकिस्तान को
उन्होंने कोविड में बड़ा ज़बरदस्त कंट्रोल किया है और पूरी दुनिया पाकिस्तान का बड़ा एक शुमार है उस लिस्ट जिथे डेथ मौत बड़ियां घट हुई ने। बिल्कुल ਇਹ ਅਸੀਂ ਕ੍ਰੈਡਿਟ ਜਿਹੜਾ ਦੇਣਾ ਚਾਹੁੰਦੇ ਆ। ਬਿਲਕੁਲ ਅਸੀਂ ਆਇੰਦਾ ਵੀ ਤਾਵਨ ਕਰਾਂਗੇ ਹਕੂਮਤਾਂ ਦੇ ਨਾਲ। ਬਿਲਕੁਲ ਸਾਡਾ ਪ੍ਰਾਈਵੇਟ ਸੈਕਟਰ ਇਨਸ਼ਾਅੱਲਾ ਤਾਲਾ ਤਾਵਨ ਕਰੇਗਾ ਕਿਉਂਕਿ ਅਸੀਂ ਰਿਸਪੌਂਸਿਬਲ ਸਿਟੀਜ਼ਨਸ ਆ ਪਾਕਿਸਤਾਨ ਦੇ। ਅਸੀਂ ਆਪਣਾ ਜਿਹੜਾ ਨੈਸ਼ਨਲ ਡਿਊਟੀ ਹੈ ਅਸੀਂ ਅਦਾ ਜ਼ਰੂਰ ਕਰਾਂਗੇ। ਤੁਸੀਂ ਕਿਉਂਕਿ ਅਗਲੀ ਮੀਟਿੰਗ ਤੇ ਜਾਣਾ ਲਿਹਾਜ਼ਾ ਤੁਹਾਡਾ ਬੜਾ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ ਔਰ ਸਾਮਿਲ ਮੁਹਤਰਮ ਇਸਲਾਮ ਮੀਆਂ ਇਮਰਾਨ ਮਸੂਦ ਕਾਸ਼ਿਫ ਅਦੀਬ ਸਾਡੇ ਨਾਲ ਰਹਿਣਗੇ। ਹੁਣ ਅਸੀਂ ਤੁਹਾਨੂੰ ਕਲਾਮੇ ਬੁੱਲੇ ਸ਼ਾਹ ਸੁਣਾਉਂਦੇ ਆ ਤੇ ਤੁਸੀਂ ਸਾਡੇ ਨਾਲ ਰਹਿਣਾ। ਜਦੋਂ ਤੁਸੀਂ ਦੁਬਾਰਾ ਵਾਪਸ ਆਓਗੇ ਤੇ ਫਿਰ ਮਹਿਮਾਨ ਬਦਲੇ ਹੋਣਗੇ। ਤੁਹਾਡਾ ਬਹੁਤ ਸ਼ੁਕਰੀਆ ਸਾਡੇ ਨਾਲ ਰਹਿਣ ਦਾ। ਤੁਸੀਂ ਸੁਣ ਰਹੇ ਹੋ ਪੰਜਾਬ ਰੰਗ ਰੇਡੀਓ FM 95 ਲਾਹੌਰ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਇਸਾਨ ਚੀਨਾ ਤੁਹਾਡੇ ਨਾਲ ਮੁਖਾਤਬ ਹਾਂ ਔਰ ਹੁਣ ਤੁਸੀਂ ਸੁਣ ਰਹੇ ਸੋ ਪੀਰ ਬੁੱਲੇ ਸ਼ਾਹ ਹੋਰਾਂ ਦਾ ਕਲਾਮ। ਬੜਾ ਸੋਹਣਾ ਕਲਾਮ ਤੁਸੀਂ ਸੁਣਿਆ ਔਰ ਇਸ ਕਲਾਮ ਤੋਂ ਪਹਿਲਾਂ ਸਾਡੇ ਨਾਲ ਸਟੂਡੀਓ 'ਚ ਪਰੌਣੇ ਸਨ ਮੀਆਂ ਇਮਰਾਨ ਮਸੂਦ ਹੋਰੀ ਜਿਹੜੇ ਕਿ ਸਾਬਕ ਵਜ਼ੀਰ ਤਲੀਮ ਔਰ ਕਾਸ਼ਿਫ ਅਦੀਬ ਜਾਵਦਾਨੀ ਸਾਹਿਬ। ਮੀਆਂ ਸਾਹਿਬ ਨੇ ਇੱਕ ਮੀਟਿੰਗ 'ਚ ਜਾਣਾ ਸੀ, ਉਹ ਚਲੇ ਗਏ ਔਰ ਕਾਸ਼ਿਫ ਜਾਵਦਾਨੀ ਸਾਹਿਬ ਸਾਡੇ ਨਾਲ ਨੇ ਔਰ ਕੁਝ ਹੋਰ ਪਰੌਣੇ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਰੀਕ ਹੋਣਗੇ, ਹਿੱਸਾ ਬਣਨਗੇ ਔਰ ਅਸੀਂ ਉਹਨਾਂ ਨਾਲ ਵੀ ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਕਰਾਂਗੇ। ਕਾਸ਼ਿਫ ਸਾਹਿਬ, ਅੱਛਾ ਇਹ ਦੱਸੋ ਕਿ ਪੋਜ਼ੀਟਿਵਲੀ ਬਹੁਤ ਸਾਰੀਆਂ ਚੀਜ਼ਾਂ ਜ਼ਾਹਿਰ ਹੈ ਜਦੋਂ ਬੰਦਾ ਵੇਖਦਾ ਹੈ ਤੇ ਕਈ ਅਸੀਂ ਤੁਸੀਂ ਚੂੰਕਿ ਉਸਤਾਦ ਵੀ ਹੋ ਤੇ ਬਹੁਤ ਸਾਰੇ ਜਿਹੜੇ ਮਸਾਇਲ ਨੇ ਜ਼ਿੰਦਗੀ ਦੇ ਮਸਾਇਲ, ਰੋਜ਼ਮਰਰਾ ਦੇ ਮਸਾਇਲ, ਉਹਨਾਂ ਨੂੰ ਕਈ ਵਾਰੀ ਅੱਛੀ ਨਜ਼ਰ ਨਾਲ ਵੇਖਣ ਨਾਲ ਉਹ ਮਸਾਇਲ ਅੱਛੇ ਹੋ ਜਾਂਦੇ ਨੇ ਔਰ ਕਈ ਵਾਰੀ ਉਹਨੂੰ ਬੰਦਾ ਮਨਫੀ ਸੋਚਦਾ ਨਾ ਫਿਰ ਦਬਾਅ ਵੱਧ ਜਾਂਦਾ ਹੈ। ਬਿਲਕੁਲ ਠੀਕ। ਜਿਹੜੇ ਰੋਜ਼ਮਰਰਾ ਦੇ ਮਸਾਇਲ ਨੇ, ਜਿਹੜੇ ਜ਼ਿੰਦਗੀ ਦੇ ਮਸਾਇਲ ਨੇ, ਕਈ ਵਾਰੀ ਹੁੰਦਾ ਨਾ ਕਿ ਅੱਛਾ ਸੋਚੋ ਤੇ ਫਿਰ ਅੱਛਾ ਨਤੀਜਾ ਨਿਕਲਦਾ। ਇਸ ਹਵਾਲੇ ਨਾਲ ਸਾਡੀ ਜਿਹੜੀ ਸੁਸਾਇਟੀ ਇਹਦੇ ਵਿੱਚ ਕਈ ਮੈਂ ਵੇਖਣਾ ਕਿ ਬਹੁਤ ਸਾਰਾ ਦਬਾਅ ਹੁੰਦਾ ਹੈ ਸਿਰਫ ਇਸ ਵਾਸਤੇ ਕਿ ਉਹ ਮਨਫੀ ਸੋਚ ਰਹੇ ਹੁੰਦੇ ਨੇ ਤੇ ਉਹਦਾ ਨਤੀਜਾ ਫਿਰ ਮਨਫੀ ਨਿਕਲਦਾ। ਤੇ ਜਿਹੜੇ ਮੈਨੂੰ ਇਹ ਦੱਸੋ ਕਿ ਜਿਹੜੇ ਸਾਡੇ ਸੂਫੀ ਸ਼ਾਇਰ, ਅਦੀਬ, ਉਸਤਾਦ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਮੁਆਸ਼ਰੇ ਵਾਸਤੇ, ਉਹਨਾਂ ਦੇ ਕੰਮ ਕੋ ਅਸੀਂ ਕਿਸ ਤਰ੍ਹਾਂ ਰਹਿਨੁਮਾਈ ਲਈਏ ਕਿ ਸਾਡਾ ਮੁਆਸ਼ਰਾ ਸੋਹਣਾ ਲੱਗਣਾ ਸ਼ੁਰੂ ਹੋ ਜਾਏ। ਮੁਆਸ਼ਰੇ ਦੇ ਵਿੱਚ ਜਿਹੜਾ ਇੰਤਸ਼ਾਰ ਹੈ, ਤਬਕਾਤੀ ਤਫਰੀਕ ਹੈ, ਉਹ ਜਿਹੜੇ ਅਸੀਂ ਧੜਿਆਂ 'ਚ ਬਟੇ ਹੋਏ ਹਾਂ, ਉਹ ਬਿਮਾਰੀ ਘਟ ਜੇ। ਔਰ ਇਸ ਗੱਲ ਨੂੰ ਜ਼ਿਹਨ 'ਚ ਵੀ ਰੱਖੋ ਕਿ ਯਕਸਾ ਨਿਜ਼ਾਮ ਤਲੀਮ ਹੀ ਜਿਹੜਾ ਹੈ ਉਹ ਵੀ 2-4 ਦਿਨ ਪਹਿਲਾਂ ਹੀ ਗੌਰਮੈਂਟ ਨੇ ਨਾਫਜ਼ ਕੀਤਾ ਹੈ। ਉਹ ਉਸ ਹਵਾਲੇ ਨਾਲ ਵੀ ਸਾਨੂੰ ਮੇਰਾ ਹਾਲੇ ਅੱਛਾ ਹੀ ਸੋਚਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਦੇਖੋ ਬੜੀ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਜਿਹੜੀ ਪੋਜ਼ਿਟਿਵਿਟੀ ਜਿਹੜੀ ਹੁੰਦੀ ਹੈ ਚੀਜ਼, ਉਹ ਇਨਸਾਨ ਨੂੰ ਕਿੱਥੇ ਦਾ ਕਿੱਥੇ ਪਹੁੰਚਾ ਦਿੰਦਾ। ਹਾਂਜੀ ਹਾਂਜੀ, ਸਾਡਾ ਦੀਨ ਵੀ ਇਹੀ ਕਹਿੰਦਾ ਹੈ, ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਇਸ ਚੀਜ਼ ਦਾ ਦਰਸ ਦਿੱਤਾ ਕਿ ਆਪਣੇ ਖਿਆਲਾਤ ਨੂੰ ਪਾਕੀਜ਼ਾ ਰੱਖੋ ਜੀ ਤੇ ਰਾਸਤੇ ਤੁਹਾਡੇ ਬੰਦੇ ਜਾਣਗੇ। ਬਿਲਕੁਲ ਬਿਲਕੁਲ। ਹੁਣ ਜਿਸ ਤਰ੍ਹਾਂ ਤੁਸੀਂ ਅਗਰ ਤਾਲੀਮ ਦੀ ਗੱਲ ਕਰਦੇ ਹੋ ਉਹਦੇ ਨਾਲ ਅਗਰ ਅਸੀਂ ਲਿੰਕ ਅਪ ਕਰੀਏ ਤੇ ਜਿਹੜਾ ਹਕੂਮਤ ਦਾ ਜਾਂ ਇਮਰਾਨ ਖਾਨ ਸਾਹਿਬ ਦਾ ਇੱਕ ਵਿਜ਼ਨ ਹੈ ਜਿਹੜਾ ਸਾਨੂੰ ਸਮਝ ਆ ਰਿਹਾ, ਮਤਲਬ ਤੁਸੀਂ ਦੇਖੋ ਕਿ ਉਹਨਾਂ ਨੇ ਮਾਸ਼ਾਅੱਲਾ ਹੁਣ ਇਸ ਚੀਜ਼ ਦਾ ਵੀ ਕਰਦੇ ਨੇ ਕਿ ਜਿਸ ਤਰ੍ਹਾਂ ਉਹਦੇ ਮੀਆਂ ਸਾਹਿਬ ਵੀ ਦੱਸ ਰਹੇ ਸਨ ਕਿ 8ਵੀਂ 9ਵੀਂ 10ਵੀਂ ਚ ਸੀਰਤ ਨਬੀ ਦੀ ਇਹ ਬੜਾ ਅੱਛਾ ਇਕਦਾਮ ਹੈ। ਫਿਰ ਕੁਰਾਨ ਪਾਕ ਦੀ ਲਾਜ਼ਮੀ ਤਾਲੀਮ ਕਰ ਦਿੱਤੀ। ਹਾਂਜੀ। ਫਿਰ ਉਹਨਾਂ ਨੇ ਇਸਲਾਮਿਕ ਯੂਨੀਵਰਸਿਟੀਜ਼ ਇਸ ਤਰ੍ਹਾਂ ਦਾ ਕਿਆਮ ਹੁੰਦਾ ਜਾ ਰਿਹਾ ਹੈ, ਜਿਹੜੇ ਸੂਫੀਆ ਔਰ ਸਾਰੇ ਬਜ਼ੁਰਗ ਨੇ ਉਹਨਾਂ ਦੇ ਨਾਮ ਤੋਂ ਵੀ ਉਹ ਯੂਨੀਵਰਸਿਟੀਆਂ ਦਾ ਕਿਆਮ ਹੋ ਰਿਹਾ। ਹਾਂਜੀ। ਫਿਰ ਕੁਝ ਐਸੇ ਵੀ ਉਹ ਇਨੀਸ਼ੀਏਟਿਵ ਲੈ ਰਹੇ ਨੇ ਜਿਹਦੇ ਅੰਦਰ ਉਹ ਸੂਫੀ ਤਾਲੀਮ ਦੇ ਵਾਸਤੇ ਕੰਮ ਵੀ ਕਰਨਾ ਚਾਹ ਰਹੇ ਨੇ। ਜੀ ਹਾਂ। ਅੱਛਾ, ਇਹ ਚੀਜ਼ਾਂ ਜਿਹੜੀਆਂ ਨੇ ਐਜ਼ ਅ ਐਜੂਕੇਸ਼ਨਿਸਟ ਸਾਨੂੰ ਇੱਕ ਬੜੀ ਅਪੀਲ ਕਰਦੀਆਂ ਨੇ। ਬਿਲਕੁਲ। ਫਿਰ ਮੁਸਲਮਾਨ ਹੋਣ ਦੇ ਨਾਤੇ ਵੀ ਇਹ ਸਾਨੂੰ ਬੜਾ ਅੱਛਾ ਇੱਕ ਇੰਪੈਕਟ ਡਾਲਦੀਆਂ ਪਏ ਨੇ ਯੂਥ ਦੇ ਉੱਤੇ ਵੀ, ਕਿਉਂਕਿ ਦੇਖੋ ਸਾਡੇ 60% ਜਿਹੜੀ ਯੂਥ ਹੈ, ਜਿਹੜੇ ਬੱਚੇ ਨੇ ਉਹ ਯੰਗਸਟਰਸ ਨੇ, ਉਹ ਸਮਝੋ ਕਿ 15 ਤੋਂ 30 ਸਾਲ ਦੀ ਉਮਰ ਵਿੱਚ 60% ਸਾਡੀ ਆਬਾਦੀ ਹੈ। ਹਾਂਜੀ। ਅਸੀਂ ਉਹਨਾਂ ਨੂੰ ਯੂਟਿਲਾਈਜ਼ ਕਿਸ ਤਰ੍ਹਾਂ ਕਰਨਾ ਹੈ? ਅਗਰ ਇਸ ਪਾਸੇ ਅਸੀਂ ਲੈ ਕੇ ਆਉਂਦੇ ਹਾਂ, ਸੂਫੀਜ਼ਮ ਦੇ ਪਾਸੇ ਜਾਂਦੇ ਹਾਂ, ਫਿਰ ਸੀਰਤ ਨਬੀ ਦੇ ਹਵਾਲੇ ਨਾਲ ਉਹਨੂੰ ਲੈ ਕੇ ਆਉਂਦੇ ਹਾਂ ਤੇ ਇਹ ਪੋਜ਼ਿਟਿਵਿਟੀ ਤੇ ਮਾਈਂਡ ਵਿੱਚ ਉਹਨਾਂ ਦੇ ਆਟੋਮੈਟਿਕਲੀ ਆਉਣ ਲੱਗ ਪਏਗੀ। ਹਾਂਜੀ ਹਾਂਜੀ ਹਾਂ, ਕਿਉਂਕਿ ਪੜ੍ਹਨ ਨੂੰ ਕੁਛ ਨਹੀਂ ਹੈ ਇੰਨਾ ਜ਼ਿਆਦਾ। ਬੱਚਿਆਂ ਨੂੰ ਕੁਛ ਪਾਸੇ ਤੁਸੀਂ ਸਿਮਤ ਦਿਓਗੇ ਤੇ ਉਹ ਹਮਾਰੇ ਖਾਤੀਨ ਵੀ ਹੋਣ ਚਾਹੇ ਮਰਦ ਹੋਣ, ਉਹ ਇੱਕ ਸਿਮਤ ਨੂੰ ਲੈ ਕੇ ਚੱਲਣਗੇ ਤੇ ਆਪੇ ਉਹਨਾਂ ਦਾ ਮੁਆਸ਼ਰਾ ਵੀ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਏਗਾ। ਸੋਚ ਵੀ ਪੋਜ਼ਿਟਿਵ ਹੋਏਗੀ, ਸੋਚਣਗੇ ਵੀ ਅੱਛਾ, ਮੁਲਕ ਵਾਸਤੇ ਵੀ ਸੋਚਣਗੇ, ਆਪਣੇ ਕਿਰਦਾਰ ਸਾਜ਼ੀ ਵਾਸਤੇ ਵੀ ਸੋਚਣਗੇ। ਤਾਲੀਮ ਦਾ ਬਹੁਤ ਵੱਡਾ ਐਲੀਮੈਂਟ ਹੁੰਦਾ। ਹੁਣ ਯਕਸਾ ਨਿਸਾਬ ਜਿਹੜਾ ਹੈ ਸਾਨੂੰ ਓਵਰਆਲ ਅਸੀਂ ਇੰਡੋਰਸ ਕਰਨੇ ਆ। ਮੇਰੇ ਵਾਲਿਦ ਮਰਹੂਮ ਨੇ, ਉਹ ਅੱਜ ਤੋਂ ਨਹੀਂ, ਉਹ ਕਈ ਸਾਲਾਂ ਤੋਂ ਇਹਦੇ ਹਾਮੀ ਸਨ
ਬੜੀ ਕਿ ਪੁਰਾਣਾ ਮੁਤਾਲਬਾ ਸੀ। ਬੜਾ ਪੁਰਾਣਾ ਮੁਤਾਲਬਾ ਸੀ ਕਿ ਇਹਨੂੰ ਸਹੀ ਸੈਂਸ ਵਿੱਚ ਇਹਨੂੰ ਕਰੋ, ਇੰਪਲੀਮੈਂਟ ਕੀਤਾ ਬਿਲਕੁਲ ਜਾਏ। ਇੰਜੀ ਹੁਣ ਉਹਦੇ ਅੰਦਰ ਸਿਲਸਿਲਾ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲੇ ਦੱਸਿਆ ਹੈ ਕਿ ਕਿੱਥੇ ਥੋੜੀ ਸੀ ਕਬਾਤਾਂ ਆ ਰਹੀਆਂ ਨੇ, ਚਲੋ ਉਹ ਐਸਾ ਦੂਰ ਹਕੂਮਤ ਨੇ ਕਰਨੀਆਂ ਨੇ। ਹਾਂ, ਅਸੀਂ ਉਹਨਾਂ ਨਾਲ ਬੈਠਣ ਵਾਸਤੇ ਤਿਆਰ ਵੀ ਹਾਂ, ਬੈਠੇ ਵੀ ਹਾਂ। ਅਸੀਂ ਕਹਿੰਦੇ ਕਿ ਬੈਠਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਨਾ ਕਿ ਗੱਲਾਂ ਸਾਡੀਆਂ ਮੰਨੀਆਂ ਜਾ ਰਹੀਆਂ ਨੇ। ਮੀਆਂ ਸਾਹਿਬ ਵੀ ਕਹਿ ਰਹੇ ਸਨ ਕਿ ਜਿਹੜੀ ਤਜਵੀਜ਼ ਗਈ ਹੈ, ਜੀ। ਜਿਹੜੀ ਉਹਨਾਂ ਨੂੰ ਸਮਝ ਆਈ ਉਹਨਾਂ ਫੌਰਨ ਮੰਨ ਲਈ। ਦੇਖੋ ਨਾ, ਹੁਣ ਇਹ ਪ੍ਰੋਸੈਸ ਸਾਰਾ ਵਰਕਿੰਗ ਦਾ ਪਹਿਲੇ ਹੋਣਾ ਚਾਹੀਦਾ ਸੀ। ਥੋੜਾ ਹਾਂ, ਜ਼ਰਾ ਲੇਟ ਹੋ ਗਿਆ। ਅਗਰ ਪਹਿਲੇ ਹੋ ਜਾਂਦਾ ਤੇ ਬੜੇ ਅੱਛੇ ਤਰੀਕੇ ਨਾਲ ਹੋ ਜਾਣਾ ਸੀ। ਜਿਹੜੇ ਥੋੜੀ ਬਹੁਤ ਜਿਹੜੀਆਂ ਖਾਮੀਆਂ ਰਹਿ ਗਈਆਂ ਨੇ ਉਹ ਉਸ ਵਕਤ ਨਹੀਂ ਹੋਣੀਆਂ ਸੀ ਤੇ ਅਸੀਂ ਇਸ ਵਕਤ ਪੜਾ ਰਹੇ ਹੋਣਾ ਸੀ। ਹੁਣ ਤੇਜ਼ੀ ਨਾਲ ਉਹ ਨਿਸਾਬ ਕੰਪਲੀਟ ਕੀਤਾ ਜਾ ਰਿਹਾ ਬਿਲਕੁਲ, ਤੇ ਉਹ ਥੋੜੇ ਜਿਹੜੇ ਤਹਫੁਜ਼ਾਤ ਨੇ ਉਹ ਦੂਰ ਹੋਣਗੇ तो इंशाअल्लाह ताला ये सारा मामला बेहतरी तरफ जाएगा। एक चीज़ अच्छी है, सिर्फ यदि इम्प्लीमेंटेशन आस्ते थोड़ा या वर्क करने मेहनत की जरूरत है। बिल्कुल ठीक। अच्छा जी, मैं सुनने वालों ਨੂੰ ਦੱਸਣਾ ਚਾਹਾਂਗਾ ਕਿ ਅੱਜ ਪੀਰ ਬੁੱਲੇ ਸ਼ਾਹ ਜਿਹੜੇ ਨੇ ਉਹਨਾਂ ਦਾ ਉਰਸ ਵੀ ਹੈ और चूंकि इस खिते ਦੇ ਬਹੁਤ ਵੱਡੇ सूफी शायर पीर सैयद ਬੁੱਲੇ ਸ਼ਾਹ ਰਹੀ और ਉਹਨਾਂ ਦੀ ਸ਼ਾਇਰੀ ਜਿਹੜੀ ਉਹਦੇ ਚ ਬੜੀ ਰਾਹਨਮਾਈ ਸਾਡੇ ਸਾਰਿਆਂ ਵਾਸਤੇ ਉਹਨਾਂ ਦਾ ਕੰਮ ਹਮੇਸ਼ਾ ਸਾਡੀ ਰਾਹਨਮਾਈ ਕਰਦਾ ਰਹੇਗਾ। ਉਹਨਾਂ ਦੇ ਬੇਸ਼ੁਮਾਰ ਐਸੇ ਸ਼ੇਰ ਨੇ ਜਿਹੜੇ ਬੰਦੇ ਨੂੰ ਹਿਲਾ ਕੇ ਰੱਖ ਦਿੰਦੇ ਨੇ ਔਰ ਕਾਫੀ ਸਾਰੀ ਐਸੀ ਉਹਨਾਂ ਦੀ ਸ਼ਾਇਰੀ ਜਿਹਦੇ ਤੇ ਬੜੀ ਰਿਸਰਚ ਹੋ ਰਹੀ ਹੈ ਔਰ ਜਿਹੜੇ ਮੁਹੱਕਕ ਨੇ, ਰਿਸਰਚਰ ਨੇ, ਇਸ ਦੌਰ ਦੇ ਜਿਹੜੇ ਅਸਾਤਿਜ਼ਾ ਨੇ ਉਹ ਜਦੋਂ ਉਹਨਾਂ ਦੀ ਸ਼ਾਇਰੀ ਦਾ ਬਰੀਕਬੀਨੀ ਨਾਲ ਮੁਤਾਲਿਆ ਕਰਦੇ ਨੇ ਤੇ ਹੈਰਾਨ ਰਹਿ ਜਾਂਦੇ ਨੇ ਕਿ ਉਸ ਗਏ ਗੁਜ਼ਰੇ ਦੌਰ ਵਿੱਚ, ਉਸ ਮਸਾਇਲ ਜ਼ਦਾ ਦੌਰ 'ਚ ਬੁੱਲੇ ਸ਼ਾਹ ਇਸ ਕਮਾਲ ਮਹਾਰਤ ਨਾਲ ਲੋਕਾਂ ਦੀ रहनुमाई की थी। बिल्कुल, ये बड़ी वड्डी गल सी। बिल्कुल जी, बल्कि सरहद पार भी उन्हां दी तारीफ होंदी है, ਉਹਦੇ ਕਲਾਮ ਤੋਂ ਉਹਨਾਂ ਨੂੰ ਸਿੱਖਿਆ ਜਾਂਦਾ ਹੈ ਤੇ ਬੜੇ ਮੰਨਣ ਵਾਲੇ ਨੇ ਉਹਨਾਂ ਦਾ। ਇੱਕ ਸ਼ੇਰ ਉਹ ਕਹਿੰਦੇ ਨੇ, ਜ਼ਾਤਾਂ ਦਾ ਨਾ ਮਾਨ ਕਰੀ ਤੇ ਕੱਢਦੇ ਸਭ ਭੁਲੇਖੇ, ਵਾਹ ਬੁੱਲੇ ਵਰਗੇ ਕੰਜਰਾਂ ਦੇ ਘਰ ਸੌਦੇ ਢੁੰਦੇ ਵੇਖੇ। ਵਾਹ। और भी मतलब बहुत अच्छी ਉਹਨਾਂ ਦੀ ਸ਼ਾਇਰੀ ਹੈ और ਬੜਾ ਕਮਾਲ ਦਾ ਉਹਨਾਂ ਦਾ ਕਲਾਮ ਹੈ। लेकिन मैं चाहांगा कि असी हुण एक सुनने वाले नूं काशिफ भाई और तुहानूं भी जी जी उन्हां दा एक होर कलाम सुनाइए जिहड़ा पीर बुल्ले शाह होरां दा ही है। की जाना मैं कौन, तुसी पीर सैयद बुल्ले शाह दा कलाम सुन रहे सो और बड़ी दिल मोह लैण वाली आवाज़ सी। मैं तुहाडा मेज़बान इसान छीना तुहाडे नाल मुहातबा प्रोग्राम सूरत नगरी विच और तुसी पंजाब रंग रेडियो FM 95 लाहौर दियां नशरियात सुनदे पे हो। साडे नाल ऐसे परोने ने काशिफदीप जावदानी और इस तो पहला मियाँ इमरान मसूद अली जिहड़े कि जा चुके ने, थोड़ी देरों भी अज दे प्रोग्राम का हिस्सा बने। काशिफ भाई एक गल दसो कि हुण पाकिस्तान दे विच और दुनिया भर दे विच कोरोना दा जिहड़ा पहला दबाव सी ओह ते नहीं रहा लेकिन खत्म भी नहीं होया। जी जी बिल्कुल। असीं वेख रहे हैं कि वो बदस्तूर उहदा नुकसान जिहड़ा है वो जारी है और कई सारे साडे दोस्त जिहड़े ने वो जिहड़े ने वो नुकसान जिहड़ा उन्हां दा हो रहा है, कई कीमती जानां जिहड़ियां ने उन्हां दा नुकसान होया। तो ये दसो कि हुण इस वेले एक SOP ते अमल करना कितना जरूरी है और तुसीं चूंकि एजुकेशनिस्ट भी हो और स्कूलों का मामला जिहड़ा हुकूमत हमेशा तफजात का इजहार करती रहती है, इस वाल नाल भी जरा दसो कितना अमल करना जरूरी है। जी वो बिल्कुल तुसीं सही किया है कि पहले मियाँ साहब भी कह रहे सन कि जिंदगी चलन का दारो मदार जिहड़ा है वो हुण इहदे उत्ते SOPs दे उत्ते ते वैक्सीनेशन दे उत्ते है जी। और साड़ी हुकूमत भी यही कहती है कि जिले तक तुसी अपने आप को वैक्सीन नहीं कराओगे तो असी टोटली अपना बिजनेस ना खोल सकते हैं, ना असी अपने खुल के किथे जा सकते हैं, ना खुल के तकरीबात हो सकती हैं। और तुसी कल परसों देखा कि असद उमर साहब कलों भी एक एडवाइजरी आई है जी कि उन्होंने एक डेट्स दित्तियां ने कि सितंबर तक जिहड़ा है अपने आप को वैक्सीन करा लो, वरना तुहाडे जहाज दा सफर नहीं होएगा, तुसी किसी तकरीबात किसी बिल्डिंग विच नहीं, मॉल शॉपिंग मॉल विच नहीं जा सकोगे, ठीक तलीमी इदारे नहीं हो सकेगा सिलसिला। हुण असीं ते अपने तलीमी इदारे टीचरां नूं करवा रहे हैं वैक्सीन, क्योंकि पता है कि साडे बच्चों का मामला उहदे उत्ते ते असीं रिस्क बिल्कुल नहीं लै सकदे जी। ते असीं ते अपने टीचर नूं अपने आप नूं भी वैक्सीन करवाया है, टीचर्स नूं भी कह रहे हैं, अमले नूं भी करवा रहे हैं।
ਹੁਣ ਇਹ ਪਾਕਿਸਤਾਨ ਦਾ ਸ਼ਹਿਰੀ ਹੋਣੇ ਦੇ ਨਾਤੇ ਤੋਂ ਇੱਕ ਮੁਹਿੱਬੇ ਵਤਨ ਸ਼ਹਿਰੀ ਹੋਣੇ ਦੇ ਨਾਤੇ ਇਹ ਸਾਰਿਆਂ ਦਾ ਫਰਜ਼ ਹੈ ਕਿ ਉਹ ਵੈਕਸੀਨ ਲਵਾਉਣ। ਬਿਲਕੁਲ ਠੀਕ। ਹੁਣ ਇਹ ਇੱਕ ਜਿਹੜਾ ਮਿਥ ਹੈ ਨਾ, ਜਿਹੜਾ ਇੱਕ ਨਿਕਲਿਆ ਪਿਆ ਕਿ ਵੈਕਸੀਨ ਲਵਾਓਗੇ ਤੇ 2 ਸਾਲ ਬਾਅਦ ਖੁਦਾ ਨਾ ਖਾਸਾ ਕੁਝ ਹੋ ਜਾਏਗਾ, ਆਓ ਤੇ ਐਵੇਂ ਇੱਥੋਂ ਫਜ਼ੂਲ ਨਿਕਲੋ। ਦੂਸਰਾ, ਮੈਂ ਆਪਣੀ ਬੀਬੀਆਂ ਨੂੰ ਮੈਂ ਖਾਸ ਪੈਗਾਮ ਦੇਣਾ ਚਾਹ ਰਿਹਾ, ਉਹ ਜ਼ਰਾ ਡਰ ਰਹੀਆਂ ਨੇ ਜੀ ਕਿ ਇੱਕ ਪਿੱਛੇ ਅਫਵਾਹ ਹੀ ਉੱਠੀ ਸੀ ਕਿ ਅਗਰ ਵੈਕਸੀਨ ਲਵਾਉਂਦੇ ਹੋ ਤਾਂ ਤੁਹਾਨੂੰ ਮੈਡੀਕਲ ਕੰਪਲਿਕੇਸ਼ਨਸ ਹੋ ਜਾਂਦੀਆਂ ਨੇ। ਐਸੀ ਕੋਈ ਗੱਲ ਨਹੀਂ, ਬਹੁਤ ਸਾਰੀਆਂ ਗੱਲਾਂ ਇੱਥੋਂ ਨਿਕਲੋ, ਤੁਸੀਂ ਬੀਬੀਆਂ ਨਿਕਲੋ, ਤੁਸੀਂ ਸਾਡੇ ਮੁਲਕ ਦਾ ਅੱਧਾ 50% ਸਾਡੀ ਖਾਤੀਨ ਨੇ। ਜੀ 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 ਬਿਲਕੁਲ। ਇਹ ਜਿਹੜੇ ਤੱਕ ਵੈਕਸੀਨ ਨਹੀਂ ਕਰਾਉਣਗੇ, ਘਰ ਵੀ ਸੇਫ ਨਹੀਂ ਹੋਏਗਾ ਤੇ ਇਰਦ ਗਿਰਦ ਦੇ ਮਾਹੌਲ ਵੀ ਸੇਫ ਨਹੀਂ ਹੋਏਗਾ, ਤੇ ਬੀਬੀਆਂ ਦਾ ਵੈਕਸੀਨ ਕਰਾਉਣਾ ਬਹੁਤ ਲਾਜ਼ਮੀ ਹੈ। ਬਹੁਤ ਜ਼ਰੂਰੀ, ਬਹੁਤ ਜ਼ਰੂਰੀ। ਬਹੁਤ ਸ਼ੁਕਰੀਆ, ਤੁਸੀਂ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਹੁਣ ਸਾਡੇ ਨਾਲ 2 ਹੋਰ ਪ੍ਰਾਹੁਣੇ ਜਿਹੜੇ ਨੇ ਉਹ ਵੀ ਪ੍ਰੋਗਰਾਮ ਦਾ ਹਿੱਸਾ ਬਣ ਗਏ, ਔਰ ਮੈਂ ਚਾਹਾਂਗਾ ਕਿ ਅਸੀਂ ਅੱਜ ਦੇ ਪ੍ਰੋਗਰਾਮ 'ਚ ਉਹਨਾਂ ਨਾਲ ਵੀ ਗੱਲਾਂ ਕਰੀਏ। ਹੁਣ ਜਿਹੜੇ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਸਾਡੇ ਦੋਸਤ ਨੇ ਸੂਫੀ मोहम्मद रमज़ान चीना साहब और हसान जफर चीना साहब, मेरी बरादरी जी बड़ी दूरों आए, बड़ी मोहब्बत नाल खानेवाल तो बड़ी दूरों तशरीफ लाए और बड़ा उत्थे काम करते पे ने और रोजगार लोगों को फराहम करने के हवाले नाल टैक्नीकल एजुकेशन जी ਉਹਦੇ ਵਾਲੇ ਨਾਲ ਬੜਾ ਅੱਛਾ ਕੰਮ ਉੱਥੇ ਕਰ ਰਹੇ ਨੇ। ਵਕਤਨ ਫਕਤਨ ਜਦੋਂ ਵੀ ਸੂਫੀ ਸਾਹਿਬ ਨਾਲ ਰਾਬਤਾ ਹੁੰਦਾ ਹੈ ਤੇ ਕਿਸੇ ਅੱਛੀ ਗੱਲ ਦਾ ਪਤਾ ਲੱਗਦਾ ਹੈ ਔਰ ਅੰਦਾਜ਼ਾ ਹੁੰਦਾ ਕਿ ਚਲੋ ਉੱਥੇ ਉਹ ਤਬਕਾ ਇਨਸਾਨਾਂ ਦਾ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਐਜੂਕੇਸ਼ਨ ਨਹੀਂ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਬੜਾ ਸ਼ੁਕਰੀਆ ਤੁਹਾਡਾ ਸੂਫੀ ਸਾਹਿਬ, ਤੁਸੀਂ ਐਡੀ ਦੂਰੋਂ ਤਸ਼ਰੀਫ ਲਾਏ, ਔਰ ਹਸਾਨ ਜ਼ਫਰ ਸਾਹਿਬ ਤੁਸੀਂ ਵੀ ਤਸ਼ਰੀਫ ਲਿਆ। ਤੇ ਇਹ ਦੱਸੋ ਕਿ ਅੱਜ ਕੱਲ੍ਹ ਕੀ ਹੋ ਰਿਹਾ ਉੱਥੇ ਖਾਨੇਵਾਲ 'ਚ, ਤੁਸੀਂ ਕੀ ਕਰ ਰਹੇ ਹੋ ਲੋਕਾਂ ਵਾਸਤੇ? ਮੈਂ ਤੁਹਾਡੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਬਾਜ਼ ਤੰਜ਼ੀਮਾਂ ਕਾਸ਼ਿਫ ਭਾਈ ਐਸੀਆਂ ਹੁੰਦੀਆਂ ਜਿਹੜੀਆਂ ਸਿਰਫ ਆਪਣੀ ਬਰਾਦਰੀ ਲਈ ਕੰਮ ਕਰਦੀਆਂ ਜੀ। ਸੂਫੀ ਸਾਹਿਬ ਨੂੰ ਇੱਕ ਵਾਰੀ ਮੈਂ 2 ਸਾਲ ਪਹਿਲਾਂ ਇੱਕ ਪ੍ਰੋਗਰਾਮ 'ਚ ਬੁਲਾਇਆ ਤੇ ਮੈਂ ਕਿਹਾ ਵੀ ਹੁਣ ਤੇ ਲੋਕ ਬਰਾਦਰੀਜ਼ਮ ਦੇ ਜਿਹੜਾ ਤਫਰੀਕ ਸੀ ਉਹਦੇ ਤੋਂ ਨਸ ਰਹੇ ਨੇ, ਤੁਸੀਂ ਇਸ ਹਾਲਾਂਕਿ ਮੇਰੀ ਬਰਾਦਰੀ ਵਿੱਚ ਹੀ ਨਹੀਂ ਹੈ, ਲੇਕਿਨ ਇਹਨਾਂ ਨੇ ਕਿਹਾ ਕਿ ਨਹੀਂ, ਕੰਮ ਕਰਨ ਦੇ ਮਾਮਲੇ 'ਚ ਬਰਾਦਰੀ ਨਹੀਂ, ਅਸੀਂ ਵਸਾਇਲ ਇਕੱਠੇ ਕਰਨ ਦੇ ਮਾਮਲੇ 'ਚ ਬਰਾਦਰੀ ਨੂੰ ਇਸਤੇਮਾਲ ਕਰਨੇ ਆ। ਜਦੋਂ ਫੈਸਿਲਿਟੇਟ ਕਰਨੇ ਆ ਲੋਕਾਂ ਨੂੰ ਤੇ ਉਹਦੇ ਵਾਸਤੇ ਸਿਰਫ ਛੀਨੇ ਨਹੀਂ ਹੁੰਦੇ, ਸਾਰਿਆਂ ਲੋਕਾਂ ਵਾਸਤੇ ਹੁੰਦਾ। ਇਹ ਬੜੀ ਅੱਛੀ ਗੱਲ। ਤੇ ਅੱਜ ਕੱਲ੍ਹ ਜਨਾਬ ਕੀ ਹੋ ਰਿਹਾ? ਬਿਸਮਿल्लाहिर्रहमानिर्रहीम जी, सब तो पहले तो बहुत शुक्रिया हसन भाई कि तुसी सानू अपने प्रोग्राम 'ਚ ਦਾਵਤ ਦਿੱਤੀ, मैं नहायत मशहूर हाँ ਤੁਹਾਡਾ। और दूसरा टैक्नीकल एजुकेशन के हवाले नाल ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਪ੍ਰੋਫੈਸਰ ਹਸਾਨ ਜ਼ਫਰ ਸਾਹਿਬ ਵੀ ਇਹ ਪ੍ਰੋਗਰਾਮ ਦਾ ਹਿੱਸਾ ਨੇ, ਉਹ ਵੀ ਮਜ਼ੀਦ ਤੁਹਾਨੂੰ ਇਹਦੇ ਬਾਰੇ ਦੱਸਣਗੇ ਕਿ ਅਸਲ ਇਹਦਾ ਸਾਡਾ ਮਿਸ਼ਨ ਇਹ ਹੈ ਕਿ ਜਿਹੜੇ ਸਕੂਲ ਕਾਲਜ ਜਾਂ ਇਸ ਤੋਂ ਹਟ ਕੇ ਜਿਹੜੇ ਸਾਡੇ ਮਦਾਰਸ ਦੇ ਬੱਚੇ ਨੇ ਨਾ ਜੀ ਜੀ, ਉਹ ਕਮ ਸੇ ਕਮ ਜਿਹੜੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਜਾਂ ਜਿਸ ਤਰ੍ਹਾਂ ਅੱਜ ਕੱਲ੍ਹ ਵਸਾਇਲ ਦੇ ਜਾਂ ਆਪਣੇ ਮੁਲਕੀ ਹਾਲਾਤ ਦਾ ਤੁਹਾਡੇ ਸਾਹਮਣੇ ਸਾਰੀ ਸੂਰਤ ਹਾਲ ਹੈ, ਉਹ ਬੱਚੇ ਕਮ ਸੇ ਕਮ ਇਹ ਹੋਣ ਕਿ ਉਹ ਆਪਣੀ ਟੈਕਨੀਕਲ ਜਿਹੜੀ ਐਜੂਕੇਸ਼ਨ ਉਹ ਹਾਸਲ ਕਰਕੇ ਤੇ ਉਹ ਆਪਣਾ ਰੋਜ਼ਗਾਰ ਅੱਛਾ ਕਮਾ ਸਕਣ। ਬਿਲਕੁਲ। ਬਾਵਕਾਤ ਇਹ ਹੁੰਦਾ ਹੈ ਕਿ ਬੱਚਾ ਨਾਲ ਨਾਲ ਪੜ੍ਹ ਵੀ ਰਿਹਾ ਹੁੰਦਾ, ਨਾਲ ਉਹਨੂੰ ਕੋਈ ਹੁਨਰ ਸਿੱਖ ਲਵੇ ਤੇ ਆਪਣਾ ਨਾਲ ਨਾਲ ਕੋਈ ਬਿਜ਼ਨਸ ਵੀ ਕਰ ਸਕਦਾ। ਨਹੀਂ, ਇਹ ਬੜੀ ਵੱਡੀ ਗੱਲ ਜੀ। तो बिजनेस के हवाले नाल असीं ट्रेनिंग दिंदे आ और ਉਹਦੇ ਵਿੱਚ ਸਾਡਾ 2 ਘੰਟੇ ਦਾ ਸੈਸ਼ਨ ਹੁੰਦਾ ਹੈ ਔਰ ਉਹ ਮਦਾਰਸ ਵਿੱਚ ਵੀ ਔਰ ਅਸੀਂ ਸਕੂਲ ਕਾਲਜ ਯੂਨੀਵਰਸਿਟੀ ਮੁxtਲਿਫ ਪਲੇਟਫਾਰਮ ਤੇ ਔਰ ਹੁਣ ਤੱਕ ਤਕਰੀਬਨ 5000 ਮੁxtਲਿਫ ਬੱਚਿਆਂ ਨੂੰ ਅਸੀਂ ਫ੍ਰੀ ਟ੍ਰੇਨਿੰਗ ਦੇ ਚੁੱਕੇ ਹਾਂ, ਜਿਹਦੇ ਵਿੱਚ ਕੋਈ ਫੀਸ ਨਹੀਂ ਸੀ। ਅੱਛਾ, ਹੁਣ ਅਸੀਂ ਪ੍ਰੋਫੈਸਰ ਹਸਾਨ ਜ਼ਫਰ ਸਾਹਿਬ ਨਾਲ ਵੀ ਕੋਈ ਗੱਲ ਕਰੀ? ਜੀ ਜੀ ਬਿਲਕੁਲ। ਪ੍ਰੋਫੈਸਰ ਵੀ ਦੱਸੋ ਕਿ ਇਹ ਜਿਹੜੀ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ, ਇਹਦਾ ਕ੍ਰਾਈਟੇਰੀਆ ਕੀ, ਮਤਲਬ ਮੈਟ੍ਰਿਕ ਪਾਸ ਹੋਣਾ ਜ਼ਰੂਰੀ ਹੈ ਜਾਂ ਜਿਹੜੇ ਮਦਰਸੇ ਦੇ ਬੱਚੇ ਨੇ ਉਹਨਾਂ ਵਾਸਤੇ ਕਿੰਨੀ ਤਾਲੀਮ ਜ਼ਰੂਰੀ ਹੈ, ਜਾਂ ਕੋਈ ਸ਼ੌਕ ਵਾਲਾ ਬੰਦਾ ਆ ਜਾਏ ਤੇ ਫਿਰ ਤੁਸੀਂ ਉਹਨੂੰ ਉਸ ਕਲਾਸ ਸ਼ਾਮਿਲ ਕਰ ਲੈਂਦੇ? ਬੇਸਿਕਲੀ ਹਸਾਨ ਸਾਹਿਬ ਇਹਦਾ ਜਿਹੜਾ ਅਗਰ ਮੈਂ ਇਹਦੇ ਬੈਕਗ੍ਰਾਉਂਡ ਜਾਵਾਂ ਤੇ ਜੀ ਜੀ ਜ਼ਰੂਰ, ਉਹ ਹੈ ਕਿ ਮੈਂ ਮੁxtਲਿਫ ਇੰਸਟੀਟਿਊਟਸ ਵਿੱਚੋਂ ਪੜ੍ਹ ਚੁੱਕਿਆ ਹਾਂ। ਅੱਛਾ, ਮਤਲਬ ਜਿਹੜੀ ਮੇਰੀ ਬੇਸਿਕ ਐਜੂਕੇਸ਼ਨ ਹੈ ਉਹ ਰਿਲੀਜੀਅਸ ਹੈ ਜੀ। ਮੈਂ ਤਾਰਿਕ ਜਮੀਲ ਸਾਹਿਬ ਕੋਲ 8 ਸਾਲ ਪੜ੍ਹਿਆ ਵਾ। ਅੱਛਾ ਅੱਛਾ। ਫਿਰ ਮੈਂ ਸ਼ਾਹ ਸਾਹਿਬ ਕੋਲ ਪੜ੍ਹਿਆ, ਕਾਸਿਮ ਅਲੀ ਸ਼ਾਹ ਸਾਹਿਬ ਕੋਲ 2 ਸਾਲ ਪੜ੍ਹਿਆ ਵਾ ਜੀ। ਇਸ ਤਰ੍ਹਾਂ ਮੈਂ PhD ਇਸ ਟਾਈਮ BZU ਤੋਂ ਕਰ ਰਿਹਾ। ਤੇ ਇਹ ਮੁxtਲਿਫ ਇੰਸਟੀਟਿਊਟਸ ਦੇ ਵਿੱਚ ਜਾ ਕੇ ਜਿਹੜਾ ਮੈਂ ਖੁਦ ਵੇਖਿਆ ਨਾ, ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਇਸ ਟਾਈਮ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਪੂਰਾ ਇੱਕ ਇਨਫਰਾਸਟ੍ਰਕਚਰ ਹੈ, ਉਹਦੇ ਵਿੱਚ ਵਾਕਈ ਹੀ ਖਾਨ ਸਾਹਿਬ ਦੇ ਬਕੌਲ ਰਿਫਾਰਮਸ ਆਣੇ ਚਾਹੀਦੇ ਨੇ। ਬਿਲਕੁਲ ਠੀਕ, ਬਿਲਕੁਲ ਠੀਕ। ਉਹਨਾਂ ਰਿਫਾਰਮਸ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਇੱਕ ਡਿਗਰੀ ਕ੍ਰਾਈਸਿਸ ਪੈਦਾ ਹੋ ਰਿਹਾ ਵਾ, ਯਾਨੀ ਤੁਹਾਡੇ ਸੀਟਾਂ ਆਉਂਦੀਆਂ ਨੇ, ਤੁਹਾਡੇ ਕੋਲ 50-60 ਸੀਟਾਂ ਆਉਂਦੀਆਂ ਨੇ, ਐਪਲੀਕੈਂਟ ਜਿਹੜੇ ਹੁੰਦੇ ਨੇ ਉਹ 1 ਲੱਖ ਤੋਂ ਜ਼ਿਆਦਾ ਹੁੰਦੇ ਨੇ। मैंने इस क्राइसिस ਨੂੰ ਅਸੀਂ ਫਿਲ ਕਰਨ ਵਾਸਤੇ ਉਹਦੀ ਵਜ੍ਹਾ ਇਹ ਵੀ ਕੋਈ ਲੋਕ ਸਮਝਦੇ ਨੇ ਰੋਜ਼ਗਾਰ ਦੇ ਮੌਕੇ ਕੋਈ ਨਹੀਂ। ਜੀ ਜੀ, ਜਦੋਂ ਤੁਸੀਂ ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਦਿਓਗੇ ਜਾਂ ਉਧਰ ਕਾਇਲ ਕਰੋਗੇ ਤੇ ਉਹ ਆਪਣੀ ਸਕਿੱਲ ਦੇ ਮੁਤਾਬਕ ਰਸਤੇ ਇਖਤਿਆਰ ਕਰਨਗੇ ਤੇ ਉਹ ਸਰਕਾਰੀ ਨੌਕਰੀ ਦੇ ਦਬਾਅ ਘਟ ਜਾਏਗਾ। ਜੀ ਜੀ,
ਬੇਸਿਕਲੀ ਇਹ ਮੁxtਲਿਫ ਇਹ ਇੱਕ ਫੇਸ ਹੈ। ਦੂਸਰਾ ਫੇਸ ਹੈ ਕਿ ਟੈਕਨੀਕਲ ਇੰਸਟੀਟਿਊਟਸ ਨੇ, ਜਿਵੇਂ ਉਹਦੇ ਵਿੱਚ ਵੀ ਕੋਰਸਿਸ ਆ ਰਹੇ ਨੇ, ਜਿਵੇਂ ਲੋਕਾਂ ਨੇ ਸ਼ੁਰੂ ਕੀਤੇ ਹੋਏ ਨੇ 1 ਸਾਲ ਦੇ ਨੇ 2 ਸਾਲ ਦੇ ਨੇ, ਉਹ ਵੀ ਬਹੁਤ ਜ਼ਿਆਦਾ ਲੋਕ ਇੰਨਾ ਅਫੋਰਡ ਨਹੀਂ ਕਰ ਸਕਦੇ, ਇੰਨਾ ਟਾਈਮ ਵੀ ਨਹੀਂ ਹੈ ਜਿੰਨੀ ਇੱਕ ਤੇਜ਼ ਰਫ਼ਤਾਰ ਦੌਰ ਚ ਆਪਾਂ ਜੀ ਰਹੇ ਹਾਂ। ਬਿਲਕੁਲ ਠੀਕ। ਅਸੀਂ ਇਹਨੂੰ ਡਿਜ਼ਾਈਨ ਇਸ ਤਰ੍ਹਾਂ ਕੀਤਾ ਵਾ ਕਿ ਇਹ 2 ਘੰਟੇ ਦੇ ਵਿੱਚ ਅਸੀਂ ਕਿਸੇ ਵੀ ਬੰਦੇ ਨੂੰ, ਚਾਹੇ ਉਹਨੇ ਮੈਟ੍ਰਿਕ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਠੀਕ ਹੈ। ਅਸੀਂ ਉਹਨੂੰ 1 ਸਕਿੱਲ ਦੀ ਟ੍ਰੇਨਿੰਗ ਦੇ ਦਿੰਦੇ ਹਾਂ। ਨਹੀਂ ਮਸਲਨ ਸਿਰਫ 2 ਘੰਟੇ ਚ? ਹਾਂਜੀ, 2 ਘੰਟੇ ਚ ਕੋਈ ਵੀ ਉਹਦੇ ਪ੍ਰੋਡਕਟ ਵਾਸਤੇ ਮਹੀਨਾ 15 ਦਿਨ 3 ਮਹੀਨੇ ਆਉਣ ਦੀ ਲੋੜ ਨਹੀਂ, ਸਿਰਫ 2 ਘੰਟੇ ਜੀ। ਅੱਛਾ, ਕਮਾਲ ਹੈ, ਮਾਸ਼ਾਅੱਲਾ, ਬੜੀ ਵੱਡੀ ਗੱਲ ਹੈ ਜੀ। ਤੇ ਇਹਨੂੰ ਅਸੀਂ ਡਿਜ਼ਾਈਨ ਹੀ ਇਸ ਤਰ੍ਹਾਂ ਸੇ ਕੰਫਰਟੇਬਲ ਕੀਤਾ ਹੋਇਆ ਹੈ ਕਿ ਅਗਲਾ ਜਿਹੜਾ ਬੰਦਾ ਸਿੱਖਣ ਵਾਲਾ ਹੈ, ਅੱਛਾ ਉਹ 2 ਘੰਟੇ ਦੇ ਵਿੱਚ ਅਸੀਂ ਸਿਰਫ ਇਹ ਨਹੀਂ ਕਿ ਪ੍ਰੋਡਕਟ ਮੇਕਿੰਗ ਨਹੀਂ ਸਿਖਾਉਂਦੇ, ਉਹਦੇ ਵਿੱਚ ਅਸੀਂ ਇੱਕ ਕੈਮੀਕਲ ਦੇ ਉੱਤੇ ਵੀ ਗੱਲ ਕਰਦੇ ਹਾਂ, ਉਹਦੀ ਬੇਸਿਸ ਵੀ ਦੱਸਦੇ ਹਾਂ, ਉਹਦੀ ਪੀਐਚ ਕਿਵੇਂ ਬੈਲੈਂਸ ਕਰਨੀ ਹੈ, ਕਿੱਥੋਂ ਇੰਪੋਰਟ ਹੋ ਰਿਹਾ, ਸਾਰਾ ਇਹ ਸਿਲਸਿਲਾ ਕਦੋਂ ਤੁਸੀਂ ਸ਼ੁਰੂ ਕੀਤਾ ਜੀ? ਬੇਸਿਕਲੀ ਮੇਰੀ ਜਿਹੜਾ ਐਕਸਪੀਰੀਅੰਸ ਹੈ ਇਹਦੇ ਵਿੱਚ ਪਿਛਲੇ 6-7 ਸਾਲ ਤੋਂ ਹੈ। ਮੈਂ ਮਾਰਕੀਟ ਦੇ ਵਿੱਚ ਇਹਨੂੰ ਸਿੱਖ ਵੀ ਰਿਹਾ, ਸਿਖਾ ਵੀ ਰਿਹਾ ਵਾਂ ਜੀ। ਲੇਕਿਨ ਜਿਹੜਾ ਇਹ ਪ੍ਰੋਗਰਾਮ ਜਿਹੜਾ ਸਕਿੱਲਸ ਅਸੀਂ ਸ਼ੁਰੂ ਕੀਤਾ ਵਾ, ਇਹ ਤਕਰੀਬਨ ਇਹਨੂੰ 1 ਸਾਲ ਹੋਇਆ ਵਾ। ਤੇ ਇਹਦਾ ਰਿਸਪਾਂਸ ਜਿਹੜਾ ਹੈ ਜਾਂ ਉਹਦੇ ਤੋਂ ਤੁਹਾਡੇ ਤੋਂ ਜਿਹੜੇ ਫਾਰਗ ਹੋਣ ਵਾਲੇ ਬੱਚੇ ਨੇ, ਜੀ ਜੀ, ਉਹ ਤੁਹਾਨੂੰ ਮਹਿਸੂਸ ਹੁੰਦਾ ਕਿ ਠੀਕ ਸਮਝ ਤੇ ਉਹਨਾਂ ਦਾ ਸਫ਼ਰ ਜਾਰੀ ਹੈ? ਇਹਦੇ 'ਚ ਨਾ ਆਸਾਨ ਸਾਹਿਬ ਮੁxtਲਿਫ ਲੋਕ ਹੁੰਦੇ ਨੇ, ਮੁxtਲਿਫ ਟਾਈਪ ਦੇ ਲੋਕ ਹੁੰਦੇ ਨੇ। ਬਾਅਦ ਲੋਕ ਹੁੰਦੇ ਨੇ ਜਿਹੜੇ ਬਹੁਤ ਜਲਦੀ ਪਿਕ ਕਰ ਜਾਂਦੇ ਨੇ, ਬਹੁਤ ਜਲਦੀ ਮਾਰਕੀਟ 'ਚ ਆਪਣੀ ਪ੍ਰੋਡਕਟ ਲੈ ਕੇ ਆ ਜਾਂਦੇ ਨੇ। ਕੁਝ ਲੋਕ ਹੁੰਦੇ ਨੇ ਜਿਹੜੇ ਪ੍ਰੋਡਕਟ ਸਿੱਖ ਲੈਂਦੇ ਨੇ, ਫਿਰ ਉਸ ਤੋਂ ਹੁੰਦੇ ਨੇ। ਹਾਂ, ਫਿਰ ਉਹ ਮੁxtਲਿਫ ਹਰ ਬੰਦੇ ਨੂੰ ਅਸੀਂ ਉਸ ਇਤਬਾਰ ਨਾਲ ਫਿਰ ਡੀਲ ਕਰੀਦਾ ਹੁੰਦਾ ਹੈ। ਕੁਝ ਐਸੇ ਵੀ ਸਾਡੇ ਕੋਲ ਆਉਂਦੇ ਨੇ ਜਿਹੜੇ ਸਾਡੇ ਕੋਲ ਸਿੱਖ ਕੇ ਚਲੇ ਜਾਂਦੇ ਨੇ, ਉਹ ਕਹਿੰਦੇ ਨੇ ਜੀ ਤੁਸੀਂ ਸਾਨੂੰ ਪ੍ਰੋਡਕਟ ਮੇਕਿੰਗ ਕਰਕੇ ਦੇ ਦਿਓ, ਸਾਨੂੰ ਖੁਦ ਰੈਡੀ ਪ੍ਰੋਡਕਟ ਦੇ ਦਿਓ। ਬਿਲਕੁਲ, ਮਤਲਬ ਜ਼ਾਹਿਰ ਮੁxtਲਿਫ ਸਕਿੱਲ ਵਾਲੇ ਬੰਦੇ ਹੁੰਦੇ ਨੇ, ਕੁਝ ਬੜੇ ਫਾਸਟ ਹੁੰਦੇ ਨੇ, ਕੁਝ ਸਲੋ ਲਰਨਰ ਹੁੰਦੇ ਨੇ, ਇਸ ਤਰ੍ਹਾਂ ਹੀ। ਅੱਛਾ, ਅਸੀਂ ਅੱਜ ਦੇ ਪ੍ਰੋਗਰਾਮ ਤੇ ਗੱਲ ਤੇ ਕਰ ਰਹੇ ਸਾਂ ਯਕਸਾ ਨਿਜ਼ਾਮੇ ਤਲੀਮ। ਗਵਰਨਮੈਂਟ ਨੇ ਇੱਕ ਬੜਾ ਅੱਛਾ ਫੈਸਲਾ ਕੀਤਾ ਜੀ। ਤੁਸੀਂ ਕਿਉਂਕਿ ਪ੍ਰੋਫੈਸਰ ਵੀ ਹੋ, ਮਾਹਿਰ ਤਲੀਮ ਵੀ ਹੋ। ਕਾਸ਼ਿਫ ਸਾਹਿਬ ਜਿਹੜੇ ਨੇ, ਇਹਨਾਂ ਨਾਲ ਤੁਹਾਡਾ ਮੈਂ ਤਾਰਫ ਕਰਵਾਉਂਦਾ ਜਾਵਾਂ ਕਿ ਇਹ ਆਲ ਪਾਕਿਸਤਾਨ ਪ੍ਰਾਈਵੇਟ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨੇ। ਪਾਕਿਸਤਾਨ ਦੇ ਇੱਕ ਬਹੁਤ ਵੱਡੇ ਜਰਨਲਿਸਟ ਸਨ ਅਦੀਬ ਜਾਵਦਾਨੀ ਸਾਹਿਬ ਜੀ, ਉਹ ਇਹਨਾਂ ਦੇ ਵਾਲਿਦ ਸਨ, ਔਰ ਮੂਨਲਾਈਟ ਸਕੂਲ ਸਿਸਟਮ ਜਿਹੜਾ ਉਹ ਵੀ ਚਲਾ ਰਹੇ। ਸਹੀ। ਅੱਜ ਦਾ ਜਿਹੜਾ ਸਾਡਾ ਟਾਪਿਕ ਸੀ ਉਹ ਇਹ ਸੀ ਕਿ ਯਕਸਾ ਨਿਜ਼ਾਮੇ ਤਲੀਮ ਦੀ ਅਫਾਦੀਅਤ ਜਿਹੜੀ ਹੈ, ਉਹਨੂੰ ਅਗਰ ਅਸੀਂ ਦੇਖੀਏ ਇਸ ਦੌਰ ਦੇ ਜਿਹੜੇ ਮਸਾਇਲ ਨੇ, ਤਬਕਾਤੀ ਤਫਰੀਕ ਹੈ, ਇੰਤਸ਼ਾਰ ਹੈ, ਅਫਰਾ ਤਫਰੀ ਹੈ, ਬਾਗਮ ਬਾਗ ਜਿਹੜਾ ਇਨਫਰਾਦੀ ਹੈ, ਤੇ ਉਹਦੇ ਵਿੱਚ ਕਿੰਨਾ ਫਾਇਦਾਮੰਦ ਹੋ ਸਕਦਾ ਯਕਸਾ ਨਿਜ਼ਾਮੇ ਤਲੀਮ ਦਾ ਨਫਾਜ਼? ਇਸ ਹਵਾਲੇ ਨਾਲ ਵੀ ਕੋਈ ਰਾਏ ਤੁਹਾਡੀ ਹੈ? ਬਿਲਕੁਲ ਹੈ। ਅਸੀਂ ਤਾਂ ਕੰਮ ਹੀ ਇਸ ਬੇਸ ਤੇ ਕਰ ਰਹੇ ਹਾਂ। ਬੇਸਿਕਲੀ ਇਹ ਜਿਹੜਾ ਅੱਜ ਜਿਹੜੇ ਟੌਪਿਕ ਨੂੰ ਛੇੜਿਆ ਹੋਇਆ ਨਾ, ਇਹ ਕਿਆਮੇ ਪਾਕਿਸਤਾਨ ਤੋਂ 5-10 ਸਾਲ ਬਾਅਦ ਹੀ ਇਹਨੂੰ ਮਤਲਬ ਲੈ ਕੇ ਆਉਣਾ ਚਾਹੀਦਾ ਸੀ, ਇਹਦੇ ਤੇ ਕੰਮ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜੀ ਇੱਕ ਪੂਰੀ ਜਨਰੇਸ਼ਨ ਹੈ ਨਾ, ਉਹਨੂੰ ਤਿਆਰ ਹੋਣ ਵਿੱਚ ਕਮ ਸੇ ਕਮ 30-40 ਸਾਲ ਚਾਹੀਦੇ ਹੁੰਦੇ ਨੇ। ਜੀ ਬਿਲਕੁਲ, ਕਮ ਸੇ ਕਮ। ਜੀ। ਤੇ ਅਗਰ ਹੁਣ ਇਸ ਟਾਈਮ ਵੀ ਇਹ ਰਿਫਾਰਮਸ ਅਗਰ ਇਹਨੂੰ ਐਕਸੈਪਟ ਕਰ ਲਵੇ, ਪ੍ਰਾਈਵੇਟ ਸੈਕਟਰ ਵੀ, ਗਵਰਨਮੈਂਟ ਵੀ ਜਿਵੇਂ ਜ਼ੋਰ ਲਾ ਰਹੀ ਹੈ, ਤੇ ਇਨਸ਼ਾਅੱਲਾ ਇੱਕ ਉਮੀਦ ਹੈ ਕਿ ਆਉਣ ਵਾਲੇ ਜਿਹੜੇ 25-30 ਸਾਲ ਨੇ ਉਸ ਤੋਂ ਬਾਅਦ ਇਨਸ਼ਾਅੱਲਾ ਬਿਹਤਰ ਹੋ ਜਾਣਗੀਆਂ। ਤੇ ਇਹ ਜਿਹੜਾ ਬੇਸਿਕ ਜਿਹੜਾ ਇਹਨਾਂ ਦਾ ਸਿਸਟਮ, ਐਜੂਕੇਸ਼ਨ ਸਿਸਟਮ ਦੀ ਕੰਮ ਹੋ ਰਿਹਾ, ਉਹ ਤਾਂ ਕੋਰ ਸਿਲੇਬਸ ਹੈ ਨਾ, ਕਿ ਜਿਹੜੇ ਸਟਾਰਟਿੰਗ ਦੇ ਸਾਡੀ ਜਿਹੜੀ ਕਲਾਸਿਸ ਨੇ, ਬੱਚੇ ਦੀ ਬੇਸ ਉਸ ਟਾਈਮ ਇੱਕ ਬਿਹਤਰੀਨ ਬਣ ਜਾਵੇ। ਤੇ ਅਸੀਂ ਵੀ ਇਹਦੇ ਤੇ ਹੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਚਾਹ ਰਹੇ ਹਾਂ ਕਿ ਇਹਦੇ ਉੱਤੇ ਜਿਹੜਾ ਬੱਚਾ ਹੈ, ਸਾਡਾ ਬੱਚਾ ਸ਼ੁਰੂ ਤੋਂ ਹੀ ਉਹ ਐਜੂਕੇਸ਼ਨ ਵੀ ਹਾਸਲ ਕਰੇ, ਨਾਲ ਉਹਦੀ ਤਰਬੀਅਤ ਵੀ ਹੋਵੇ, ਐਥਿਕਸ ਵੀ ਸਿੱਖੇ, ਬਿਲਕੁਲ, ਨਾਲ ਰਿਲੀਜੀਅਸ ਇੱਕ ਮਾਈਂਡਸੈਟ ਵੀ ਉਹਨੂੰ ਦਈਏ। ਨਾਲ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਆਉਣ ਵਾਲੇ ਸਾਡੇ ਦੌਰ ਵਾਸਤੇ, ਉਹ ਹੈ ਚਾਈਨੀਜ਼ ਜਿਹੜਾ ਇੱਕ ਸਿਸਟਮ ਆ ਰਿਹਾ ਵਾ ਪੂਰੀ ਦੁਨੀਆ ਦੇ ਵਿੱਚ, ਚਾਈਨੀਜ਼ ਟ੍ਰੇਡ ਦਾ। ਅਸੀਂ ਚਾਹ ਰਹੇ ਹਾਂ ਕਿ ਆਪਣੇ ਜਿਹੜੇ ਸਾਡੇ ਪਾਕਿਸਤਾਨ ਦੇ ਯੂਥ ਹੈ, ਕਮ ਸੇ ਕਮ ਅਸੀਂ ਉਹਨਾਂ ਨੂੰ ਉਹ ਮਾਈਂਡਸੈਟ ਦੇ ਕੇ ਉਹਦੀ ਹੁਣੇ ਨਾਲ ਤਿਆਰੀ ਕਰਵਾਈਏ। ਅभी टाइम तो लगता है और वो टाइम मिलना चाहिए बिल्कुल नस्ल ਨੂੰ। ਬਿਲਕੁਲ ਠੀਕ। ਅੱਛਾ, ਅੱਜ ਸਾਹਮਣੇ ਮੁਹਤਰਮ ਸਾਡੇ ਨਾਲ ਜਿਹੜੇ ਹੁਣ ਪ੍ਰਾਹੁਣੇ ਨੇ ਐਸੇ ਸਟੂਡੀਓ ਚ ਕਾਸ਼ਫਦੀਪ ਜਾਵਦਾਨੀ ਸਾਹਿਬ, ਸੂਫੀ ਮੁਹੰਮਦ ਰਮਜ਼ਾਨ ਚੀਨਾ ਸਾਹਿਬ ਔਰ ਪ੍ਰੋਫੈਸਰ ਹਸਨ ਜ਼ਫਰ ਚੀਨਾ ਸਾਹਿਬ। ਇਹਨਾਂ ਤੋਂ ਪਹਿਲਾਂ ਸਾਬਕ ਵਜ਼ੀਰ ਤਲੀਮ ਇਮਰਾਨ ਮਸੂਦ ਸਾਡੇ ਨਾਲ ਪ੍ਰਾਹੁਣੇ ਸਨ, ਜਿਹੜੇ ਉਹਨਾਂ ਇੱਕ ਜ਼ਰੂਰੀ ਮੀਟਿੰਗ ਸੀ, ਜ਼ਾਹਿਰ ਉਹ ਆਪਣਾ ਹਿੱਸਾ ਪਾ ਕੇ ਤੇ ਚਲੇ ਗਏ। ਅੱਜ ਇੱਕ ਹੋਰ ਵੀ ਈਵੈਂਟ ਹੈ, ਪੀਰ ਸੈयद ਬੁੱਲੇ ਸ਼ਾਹ ਹੋਰਾਂ ਦਾ ਉਰਸ ਵੀ ਜਾਰੀ ਹੈ, ਔਰ ਉਹਦੇ ਵੱਲ ਨਾਲ ਵੀ ਥੋੜੀ ਦੇਰ ਪਹਿਲੇ ਅਸੀਂ ਗੱਲ ਵੀ ਕਰ ਰਹੇ ਸਾਂ ਔਰ ਉਹਨਾਂ ਦਾ ਕਲਾਮ ਵੀ ਤੁਹਾਨੂੰ ਸੁਣਾਇਆ। ਗੱਲਾਂ ਵੀ ਅਸੀਂ ਇਹ ਕਰਨੀਆਂ ਨੇ, ਔਰ 3:30 ਤੋਂ ਬਾਅਦ ਤੁਹਾਡੇ ਜਿਹੜੀਆਂ ਕਾਲਸ ਨੇ ਉਹ ਵੀ ਲੈਣੇ ਆ, ਮੈਸੇਜ ਵੀ ਹੁੰਦੇ ਨੇ। ਲੇਕਿਨ ਹੁਣ ਅਸੀਂ ਤੁਹਾਨੂੰ ਇੱਕ ਹੋਰ ਕਲਾਮ ਸੁਣਾਣਾ ਹੈ।
ਪੰਜਾਬ ਰੰਗ ਰੇਡੀਓ FM 95 ਲਾਹੌਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੂਰਤ ਨਗਰੀ ਔਰ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਇਸਾਨ ਚੀਨਾ। ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਬਹੁਤ ਸਾਰੇ ਪ੍ਰਾਹੁਣੇ ਸੋਹਣੇ ਪ੍ਰਾਹੁਣੇ ਤੁਹਾਡੇ ਨਾਲ ਔਰ ਅਸੀਂ ਬੜੀਆਂ ਚੰਗੀਆਂ ਗੱਲਾਂ ਕਰ ਰਹੇ ਹਾਂ। ਖਾਨੇਵਾਲ ਤੋਂ ਵੀ ਦੋ ਪ੍ਰਾਹੁਣੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ, ਸੂਫੀ ਰਮਜ਼ਾਨ ਸਾਹਿਬ ਔਰ ਹਸਨ ਜ਼ਫਰ ਸਾਹਿਬ। ਇਸ ਤਰ੍ਹਾਂ ਹੀ ਕਾਸ਼ਿਫ ਅਦੀਬ ਜਾਵਦਾਨੀ ਸਾਹਿਬ ਵੀ ਸਾਡੇ ਨਾਲ ਨੇ ਔਰ ਇੱਕ ਚੌਥੇ ਪ੍ਰਾਹੁਣੇ ਸਨ ਜਿਹੜੇ ਜਾ ਚੁੱਕੇ, ਇਮਰਾਨ ਮਸੂਦ ਸਾਹਿਬ। ਯਕਸਾ ਨਿਜ਼ਾਮੀ ਤਾਲੀਮ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਪਏ ਸਾਂ ਔਰ ਉਹਦੇ ਨਾਲ ਅਸੀਂ ਥੋੜ੍ਹੀ ਜਿਹੀ ਗੱਲ ਇਸ ਤੋਂ ਪਹਿਲਾਂ ਬੁੱਲੇ ਸ਼ਾਹ ਹੋਰਾਂ ਦੇ ਹਵਾਲੇ ਨਾਲ ਵੀ ਕੀਤੀ। ਵੈਸੇ ਤੇ ਕਾਸ਼ਿਫ ਸਾਹਿਬ ਜਿੰਨੇ ਵੀ ਸਾਡੇ ਸੂਫੀ ਸ਼ਾਇਰ ਨੇ, ਬੁੱਲੇ ਸ਼ਾਹ ਨੇ, ਵਾਰਿਸ ਸ਼ਾਹ ਨੇ, ਬਾਬਾ ਫਰੀਦ ਨੇ, ਸ਼ਾਹ ਹੁਸੈਨ ਨੇ, ਇਸ ਤਰ੍ਹਾਂ ਦੇ ਢੇਰ ਸਾਰੇ ਸਾਡੇ ਸ਼ਾਇਰ, ਮੀਆਂ ਮੁਹੰਮਦ ਬਖਸ਼, ਅਦਲ ਕरें ਤੇ ਥਰ ਥਰ ਕੰਬਣ ਉੱਚੀਆਂ ਸ਼ਾਨਾਂ ਵਾਲੇ, ਕਰਮ ਕरें ਤੇ ਬਖਸ਼ੇ ਜਾਵਣ ਮੈਂ ਜੇ ਵੀ ਮੂੰਹ ਕਾਲੇ। ਬੁੱਲੇ ਸ਼ਾਹ ਆਂਦਾ ਨੇ ਇੱਕ ਬੰਦ ਦੇ ਦੋ ਤਰੇ ਸ਼ੇਰਾਂ ਦਾ, ਉਹ ਕਮਾਲ ਦਾ ਹੀ। ਉਹ ਕਹਿੰਦੇ ਨੇ ਜੇ ਮੈਂ ਤੈਨੂੰ ਬਾਹਰ ਢੂੰਡਾਂ ਤੇ ਅੰਦਰ ਕੌਣ ਸਮਾਣਾ, ਜੇ ਮੈਂ ਤੈਨੂੰ ਬਾਹਰ ਢੂੰਡਾਂ ਤੇ ਅੰਦਰ ਕੌਣ ਸਮਾਣਾ, ਤੇ ਜੇ ਮੈਂ ਤੈਨੂੰ ਅੰਦਰ ਢੂੰਡਾਂ ਤੇ ਫਿਰ ਮੁਕੱਯਦ ਜਾਣਾ, ਫਿਰ ਸਮਝਾਂਗੇ ਅੱਲਾ ਕਹਿ ਦੇ। ਜੇ ਮੈਂ ਤੈਨੂੰ ਅੰਦਰ ਢੂੰਡਾਂ ਤੇ ਫਿਰ ਮੁਕੱਯਦ ਜਾਣਾ, ਸਭ ਕੁਝ ਤੂੰ ਏ, ਸਭ ਵਿੱਚ ਤੂੰ ਏ, ਮੈਂ ਤੈਨੂੰ ਸਭ ਤੋਂ ਪਾਕ ਪਛਾਣਾ, ਤੂੰ ਵੀ ਤੂੰ ਏ, ਮੈਂ ਵੀ ਤੂੰ ਏ, ਇੱਥੇ ਬੁੱਲਾ ਕੌਣ ਨਮਾਣਾ। ਤੇ ਇਹ ਬਾਬਿਆਂ ਨੇ ਆਪਣੇ ਅੰਦਾਜ਼ 'ਚ ਗੱਲ ਕੀਤੀ ਨਾ, ਉਹ ਇਹ ਦੂਜਿਆਂ ਸ਼ਾਇਰਾਂ 'ਚ ਵੀ ਇਹ ਗੱਲ ਨਜ਼ਰ ਆਉਂਦੀ। ਔਰ ਸਾਡੇ ਵੈਸੇ ਕਿਉਂਕਿ ਕਈ ਇੱਥੇ ਸਾਡੇ ਮਸਲਕੀ ਮਸਾਇਲ ਵੀ ਬਹੁਤ ਸਾਰੇ ਨੇ, ਔਰ ਸਾਨੂੰ ਸ਼ਾਇਦ ਉਹ ਸਿੱਖਾਂ, ਹਿੰਦੂਆਂ, ਯਹੂਦੀਆਂ ਇੰਨਾ ਤੰਗ ਨਹੀਂ ਕੀਤਾ ਜਿੰਨਾ ਸਾਡੇ ਮਸਾਇਲ ਜਿਹੜੇ ਮਸਲਕੀ ਮਸਾਇਲ ਸਨ ਉਹਨਾਂ ਸਾਡੇ 'ਚ ਖਲੀਜ ਪੈਦਾ ਕੀਤੀ। ਇਹ ਗੱਲ ਜਿਹੜੀ ਹੈ ਉਹਨਾਂ ਨੇ ਵਾਰਿਸ ਸ਼ਾਹ ਨੇ ਵੀ ਆਪਣੇ ਅੰਦਾਜ਼ 'ਚ ਕੀਤੀ। ਉਹ ਇੱਕ ਮੌਕੇ 'ਤੇ ਕਹਿੰਦੇ ਉਹ ਆਉਂਦੇ ਨੇ ਸੁਣ ਸਹਿਤੀਏ, ਉਹਨਾਂ ਸਹਿਤੀ ਕਿਰਦਾਰ ਵਾਰਿਸ ਸ਼ਾਹ ਕਹਿੰਦੇ ਨੇ ਸੁਣ ਸਹਿਤੀਏ, ਇਸ ਜਹਾਨ ਅੰਦਰ ਰੱਬ ਕਈ ਪਸਾਰਦਾ ਨਹੀਂ, ਨਾਲ ਕੁਦਰਤ ਖਾਹਿਸ਼ ਆਪਣੀ ਦੇ ਰੰਗ ਰੰਗ ਦੀਆਂ ਸੂਰਤਾਂ ਢਾਲਦਾ ਨਹੀਂ, ਕਰੇ ਕਰਮ ਆਪੇ ਰੱਖੇ ਸ਼ਰਮ ਆਪੇ, ਇਹੋ ਕੰਮ ਸਦਾ ਬਖਸ਼ਣ ਹਾਰਦਾ ਨਹੀਂ, ਆਪੇ ਹੈ ਸੋਹਣੀ ਮਹੀਂ ਵਾਲ ਆਪੇ, ਆਪੇ ਚਾਕ ਹੋ ਕੇ ਮਜੀ ਚਾਰਦਾ ਨਹੀਂ, ਆਪੇ ਹੈ ਸ਼ੀਰੀਂ ਫਰਹਾਦ ਹੋਪੇ ਆਪੇ, ਆਪੇ ਫੜਤੇ ਚਾਹ ਸਿਰ ਮਾਰਦਾ ਨਹੀਂ, ਆਪੇ ਹੈ ਸੋਹਣੀ ਮੈਂ। ਅੱਛਾ ਇੱਕ ਸ਼ੇ ਬੰਦ ਸੀ ਨੂੰ ਅੱਗੇ ਹੋ ਗਿਆ, ਆਪੇ ਹੈ ਰਾਂਝਾ ਆਪੇ ਹੀਰ ਜੱਟੀ, ਆਪੇ ਚਾਕ ਹੋ ਕੇ ਮਜੀ ਚਾਰਦਾ ਨਹੀਂ, ਆਪੇ ਹੈ ਸ਼ੀਰੀਂ ਫਰਹਾਦ ਆਪੇ, ਆਪੇ ਫੜਤੇ ਚਾਹ ਸਿਰ ਮਾਰਦਾ ਨਹੀਂ, ਆਪੇ ਹੈ ਸੋਹਣੀ ਮਹੀਂ ਵਾਲ ਆਪੇ, ਆਪੇ ਡੋਬਦਾ ਤੇ ਆਪੇ ਤਾਰਦਾ ਨਹੀਂ, ਇੱਕ ਪਲ ਦੀ ਖੇਡ ਜਹਾਨ ਵਾਰਸ, ਰੱਬ ਬੇਵਾਰਸ ਕਰ ਮਾਰਦਾ ਨਹੀਂ। ਅੱਛਾ ਉਹ ਬਾਬਿਆਂ ਨੇ ਜੀ ਇਹਨਾਂ ਦੀ ਜ਼ਿੰਦਗੀ ਨੂੰ ਅਸੀਂ ਵੇਖੀਏ ਤੇ ਉਹਨਾਂ ਨੇ ਆਪਣੇ ਅਮਲ ਦੇ ਨਾਲ ਨਫਸ ਦੀ ਨਫੀ ਕੀਤੀ ਹੈ। ਅਸੀਂ ਅੱਜ ਬੜੀ ਸਹੂਲਤ ਹੈ ਜ਼ਿੰਦਗੀਆਂ ਦੇ ਵਿੱਚ, ਬੜੀਆਂ ਵੱਡੀਆਂ ਗੱਡੀਆਂ ਨੇ, ਲੇਕਿਨ ਕਿਸੇ ਦੂਜੇ ਬੰਦੇ ਵਾਸਤੇ, ਕਿਸੇ ਦੂਜੇ ਭਰਾ ਵਾਸਤੇ ਅਸੀਂ ਐਵੇਂ 1 ਇੰਚ ਗੱਡੀ ਪਿੱਛੇ ਕਰਨ ਨੂੰ ਤਿਆਰ ਨਹੀਂ ਹੈ। ਸਾਡਾ ਦਿਲ ਕਰਦਾ ਕਿ ਉਹਨੂੰ ਗੱਡੀ ਇਹਦੀ ਨੂੰ ਮਾਰ ਕੇ ਅਸੀਂ ਅੱਗੇ ਗੁਜ਼ਰ ਜਾਈਏ, ਇਹਦੀ ਪੰਦੀ ਹੈ ਗੱਡੀ ਨੂੰ ਤੇ ਉੱਤੋਂ ਨਹੀਂ ਗੁਜ਼ਾਰਦੀ ਹੈ। ਲੇਕਿਨ ਉਹ ਜਿਹੜੇ ਸੂਫੀਆ ਸਨ, ਜਿਨ੍ਹਾਂ ਨੇ ਇੱਥੇ ਬੜੇ ਮੁਸ਼ਕਲ ਦੌਰ ਦੇ ਵਿੱਚ ਵਕਤ ਗੁਜ਼ਾਰਿਆ, ਉਹਨਾਂ ਨੇ ਆਪਣਾ ਨਹੀਂ ਕੋਈ ਵੇਖਿਆ, ਉਹਨਾਂ ਨੇ ਜਿਸ ਤਰ੍ਹਾਂ ਵੀ ਮੁਮਕਿਨ ਹੋਇਆ ਲੋਕਾਂ ਤੱਕ ਜਿਹੜੀ ਇਸਲਾਮ ਦੀ ਰੋਸ਼ਨੀ ਸੀ ਪਹੁੰਚਾਉਣ ਵਾਸਤੇ ਆਪਣੇ ਗੰਦੇ ਮੰਦੇ ਕੱਪੜੇ ਵੀ ਪਾਏ, ਉਹ ਫਕਾਈ ਰਸਤੇ ਇਖਤਿਆਰ ਕੀਤੇ, ਉਹ ਕਵਾਲੀ ਦਾ ਅੰਦਾਜ਼ ਇਖਤਿਆਰ ਕੀਤਾ, ਜਿਸ ਤਰ੍ਹਾਂ ਕਿਸੇ ਨੇ ਗੱਲ ਸੁਣੀ ਉਂਝ ਸੁਣਾਈ। ਔਰ ਇਹ ਗੱਲ ਹੁੰਦੀ ਹੈ ਕਿ ਤੁਸੀਂ ਆਪ ਤੇ ਸਾਰੇ ਲੋਕ ਕਰਦੇ ਨੇ, ਤੁਸੀਂ ਕਿਸੇ ਵਾਸਤੇ ਕੀ ਕਰਦੇ ਹੋ, ਇਹ ਗੱਲ ਜ਼ਿੰਦਾ ਰਹਿ ਜਾਂਦੀ, ਇਹ ਗੱਲ ਯਾਦ ਰਹਿ ਜਾਂਦੀ ਹੈ। ਔਰ ਬੁੱਲੇ ਸ਼ਾਹ ਦਾ ਵੀ ਕਮਾਲ ਸੀ, ਤੁਸੀਂ ਤਾਂ ਕੋਈ ਇੰਨਾ ਬੰਦਾ ਨਾ, ਲੇਕਿਨ ਸਵਾਏ ਖਿਦਮਤ ਇਨਸਾਨੀ ਤੇ ਦੂਜੀ ਕੋਈ ਗੱਲ ਨਹੀਂ ਉਹਨਾਂ ਨੂੰ, ਬਿਲਕੁਲ ਔਰ ਕੋਈ ਦੂਸਰਾ ਰਸਤਾ ਨਹੀਂ। ਤੇ ਇਹ ਵੀ ਕਿ ਅੱਜ ਕਈ ਸਾਰੇ ਸਾਡੇ ਦੋਸਤ ਨੇ, ਪ੍ਰੋਫੈਸਰਾਂ ਜਿਹੜੇ ਨੇ, ਜਾਂ ਉਹ ਕਈ ਵਾਰੀ ਇਹ ਗੱਲ ਤੇ ਬਹਿਸ ਕਰਦੇ ਨੇ ਕਿ ਯਾਰ ਕਿਆ ਸੂਫੀਜ਼ਮ ਜਿਹੜਾ ਹੈ ਇਹਨੂੰ ਅਸੀਂ ਬਤੌਰ ਸਿਸਟਮ ਵੀ ਅਜ਼ਮਾ ਸਕਦੇ ਹਾਂ, ਯਾਨੀ ਜਿਹੜਾ ਸਾਨੂੰ ਇਹਨਾਂ ਕੋਲੋਂ ਸਬਕ ਮਿਲਦਾ ਹੈ, ਦਾਤਾ ਸਾਹਿਬ ਕੋਲੋਂ, ਮੀਆਂ ਸਾਹਿਬ ਕੋਲੋਂ, ਵਾਰਿਸ ਸ਼ਾਹ ਕੋਲੋਂ, ਬੁੱਲੇ ਸ਼ਾਹ ਕੋਲੋਂ, ਇਹਨੂੰ ਬਤੌਰ ਸਿਸਟਮ ਹੀ ਅਜ਼ਮਾਇਆ ਜਾ ਸਕਦਾ ਜਾਂ ਨਹੀਂ ਅਜ਼ਮਾਇਆ ਜਾ ਸਕਦਾ। ਇਹਦੇ ਤੇ ਬਹਿਸ ਹੁੰਦੀ ਯੂਨੀਵਰਸਿਟੀਆਂ ਦੇ ਵਿੱਚ, ਸੈਮੀਨਾਰਸ ਦੇ ਵਿੱਚ। ਤੇ ਚਲੋ ਉਹ ਇੱਕ ਵੱਖਰੀ ਗੱਲ ਹੈ ਕਿ ਅਜ਼ਮਾਇਆ ਜਾ ਸਕਦਾ ਜਾਂ ਨਹੀਂ ਅਜ਼ਮਾਇਆ ਜਾ ਸਕਦਾ, ਲੇਕਿਨ ਉਹਦੇ ਕੋਲੋਂ ਕੰਮ ਦੀਆਂ ਗੱਲਾਂ ਤੇ ਲਈਆਂ ਜਾ ਸਕਦੀਆਂ ਨੇ। ਬਿਲਕੁਲ ਕੋਈ ਵੀ ਇਨਸਾਨ ਹੈ ਜਦੋਂ ਉਹ ਗੱਲ ਕਰਦਾ ਹੈ ਆਪਣੀ ਜ਼ਾਤ ਦੀ ਨਫੀ ਕਰਕੇ, ਪਿੱਛੇ ਆਪਣੀ ਜ਼ਾਤ ਦੀ ਨਫੀ ਕਰਕੇ, ਤੇ ਫਿਰ ਉਹਦੀ ਗੱਲ ਤਾਸੀਰ ਹੁੰਦਾ। ਬਿਲਕੁਲ ਉਹ ਕੱਜ ਤੇ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਆਵਾਜ਼ ਚੱਲੀ ਪਈ ਹੈ ਸਿਆਸਤ ਵਿੱਚ ਜਾਂ ਸਿਆਸਤ ਤੋਂ ਬਾਹਰ ਵੀ, ਉਹ ਬੰਦੇ ਉਹੀ ਗੱਲ ਕਰਦੇ ਨੇ ਜਿਹਦੇ 'ਚ ਉਹਨਾਂ ਦਾ ਆਪਣਾ ਫਾਇਦਾ ਹੁੰਦਾ।
ਤੇ ਆਪਣਾ ਫਾਇਦਾ ਕੱਢ ਕੇ ਗੱਲ ਕੀਤੀ ਜਾਏ ਤੇ ਫੇਰ ਹੀ ਮੇਰਾ ਖਿਆਲ ਹੈ ਉਹਦਾ ਤਸੀਰ ਹੁੰਦੀ ਹੈ। ਇਹ ਜਿਹੜਾ ਪ੍ਰੋਜੈਕਟ ਇਹਦੇ ਚ ਵੀ ਮੇਰਾ ਖਿਆਲ ਤੁਸੀਂ ਆਪਣਾ ਫਾਇਦਾ ਕੱਢ ਕੇ ਹੀ ਲੱਗੇ ਹੋਏ ਲੋਕਾਂ ਦੀ ਖਿਦਮਤ ਕਰਨ, ਜਿਹੜਾ ਤੁਸੀਂ ਉੱਥੇ ਖਾਨੇਵਾਲ ਸ਼ੁਰੂ ਕੀਤਾ ਹੋਇਆ ਸਿਲਸਿਲਾ। ਤੇ ਕਾਸ਼ਿਫ ਸਾਹਿਬ ਦੀ ਜਿਹੜੀ ਬਾਬਿਆਂ ਦੀ ਜ਼ਾਤ ਦੀ ਨਫੀ ਦੀ ਗੱਲ ਹੈ, ਬੁੱਲੇ ਸ਼ਾਹਰਾਂ ਦੀ ਜਾਂ ਵਾਰਿਸ ਸ਼ਾਹਰਾਂ ਦੀ ਜਾਂ ਜਿੰਨੇ ਵੀ ਇਸ ਤਰ੍ਹਾਂ ਦੇ ਬਜ਼ੁਰਗ ਨੇ, ਉਹਨੇ ਆਪਣੇ ਆਪ ਨੂੰ ਪਿੱਛੇ ਕੀਤਾ। ਇਹ ਸੂਫੀਜ਼ਮ ਜਿਹੜਾ ਕਿਆ ਇਹਦੇ ਤੋਂ ਕੋਈ ਸਬਕ ਸਿੱਖ ਸਕਨੇ ਆ, ਲੈ ਸਕਨੇ ਆ? ਬਿਲਕੁਲ, ਕਿਉਂ ਨਹੀਂ ਲੈ ਸਕਦੇ ਜੀ, ਬਲਕਿ ਪ੍ਰੋਫੈਸਰ ਸਾਹਿਬ ਵੀ ਇੱਥੇ ਮੌਜੂਦ ਨੇ, ਇਹ ਜ਼ਰਾ ਇਹਦੇ ਉੱਤੇ ਬਿਹਤਰ ਵੀ ਦੱਸਣਗੇ ਕਿ ਬਾਹਰ ਦੀ ਯੂਨੀਵਰਸਿਟੀਆਂ, ਬਾਹਰ ਦੇ ਮੁਲਕਾਂ 'ਚ ਬਕਾਇਦਾ ਇਹਦੀ ਤਾਲੀਮ ਦਿੱਤੀ ਜਾਂਦੀ ਸੂਫੀਜ਼ਮ ਦੀ, ਵਾਹ ਵਾਹ, ਤੇ ਲੋਕ ਇਹਨੂੰ ਐਜ਼ ਅ ਸਬਜੈਕਟ ਵੀ ਉੱਥੇ ਪੜ੍ਹਦੇ ਨੇ। ਅੱਛਾ, ਜ਼ਿੰਦਾਬਾਦ। ਤੇ ਹੁਣ ਦੇਖੋ ਨਾ, ਇਮਰਾਨ ਖਾਨ ਸਾਹਿਬ ਹੈ ਜਿਹੜਾ ਐਸੀ ਚੀਜ਼ ਨੂੰ ਇੱਥੇ ਵੀ ਲਿਆਉਣਾ ਚਾਹ ਰਹੇ ਨੇ ਕਿ ਅਸੀਂ ਆਪਣੇ ਸੂਫੀਆਂ ਤੋਂ ਜਿਹੜੀ ਚੀਜ਼ਾਂ ਅੱਛੀਆਂ ਕੁਝ ਲਈਏ, ਕੁਝ ਸਿੱਖ ਕਿਉਂ ਨਾ ਲਈਏ ਉਹਨਾਂ ਕੋਲ, ਜਿਹੜੇ ਉਹਨਾਂ ਨੇ ਆਪਣੇ ਤਨ ਮਨ ਧਨ, ਜਿਸ ਤਰ੍ਹਾਂ ਤੁਸੀਂ ਕਿਹਾ, ਆਪਣਾ ਸਭ ਕੁਝ ਖਤਮ ਕਰਕੇ ਇਨਸਾਨੀਅਤ ਦੀ ਖਿਦਮਤ ਵਾਸਤੇ ਕੀਤਾ ਹੈ। ਬਹੁਤ ਅੱਲਾ। ਹੁਣ ਅਸੀਂ ਦੇਖੋ ਨਾ, ਮੈਂ ਤੁਹਾਨੂੰ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ ਕਿ ਦੂਸਰੇ ਮੁਲਕਾਂ ਦੇ ਲੋਕ ਵੀ ਜਿਨ੍ਹਾਂ ਨੂੰ ਪੰਜਾਬੀ ਦੀ ਸ਼ਾਇਰੀ ਜਾਂ ਸਮਝ ਨਹੀਂ ਆਉਂਦੀ, ਉਹ ਟਰਾਂਸਲੇਟ ਕਰਕੇ ਇਹਨਾਂ ਦੀ ਸ਼ਾਇਰੀ ਨੂੰ ਪੜ੍ਹਦੇ ਨੇ, ਉਹ ਇਸਤਫਾਦਾ ਕਰਦੇ ਨੇ। ਕਿ ਇੰਡੀਆ ਵਾਲੇ ਨੇ, ਉਹ ਇੰਡੀਆ ਹਿੰਦੀ ਆਪਣੀ ਜ਼ੁਬਾਨ ਵਿੱਚ ਉਹਨੂੰ ਕਰਕੇ ਇਸਤਫਾਦਾ ਕਰਦੇ, ਕਲਾਮ ਗਾਉਂਦੇ ਨੇ ਬੁੱਲੇ ਸ਼ਾਹ ਦੇ, ਵਾਰਿਸ ਸ਼ਾਹ ਸਾਹਿਬ ਦੇ। ਤੇ ਅਗਰ ਦੂਸਰੇ ਮੁਲਕਾਂ ਦੇ ਲੋਕ ਅਗਰ ਇਹ ਲੈਂਦੇ ਪਏ ਨੇ, ਬੈਨੀਫਿਟ ਚੁੱਕ ਰਹੇ ਨੇ, ਤੇ ਸਾਨੂੰ ਵੀ ਚੁੱਕਣਾ ਚਾਹੀਦਾ। ਸਾਡੇ ਤੇ ਆਪਣੇ ਸਨ, ਆਪਣੇ ਪਰਾਇਕ ਥੋੜੇ ਸਨ। ਅੰਗਰੇਜ਼ ਅਗਰ ਚੁੱਕਦੇ ਪਏ ਨੇ ਉਹਨਾਂ ਦੇ ਤਾਲੀਮਾਤ ਦਾ ਬੈਨੀਫਿਟ, ਤੇ ਅਸੀਂ ਕਿਉਂ ਨਾ ਚੁੱਕੀਏ? ਤੇ ਇਹ ਜਿਸ ਤਰ੍ਹਾਂ ਯੂਨੀਵਰਸਿਟੀ ਦਾ ਕਿਆਮ ਜਾਂ ਇਸ ਤਰ੍ਹਾਂ ਦੇ ਸੈਂਟਰਸ ਜਿਹੜੇ ਸੂਫੀ ਬਣਾਏ ਜਾ ਰਹੇ ਨੇ ਹੁਕੂਮਤ ਵੱਲੋਂ, ਇਹ ਬਹੁਤ ਅੱਛਾ ਕੰਮ ਹੋਣਾ ਚਾਹੀਦਾ ਹੈ, ਤੇ ਇਹਦੇ ਉੱਤੇ ਵੱਧ ਚੱਦ ਕੇ ਕੰਮ ਹੋਣਾ ਚਾਹੀਦਾ ਹੈ, ਬਲਕਿ ਇਹਦੇ ਵਾਸਤੇ ਨਾ ਬਜਟ ਵੀ ਐਲੋਕੇਟ ਹੋਣਾ ਚਾਹੀਦਾ ਅਲੱਗ ਤੋਂ। ਬਿਲਕੁਲ ਠੀਕ, ਬਿਲਕੁਲ ਠੀਕ। ਅੱਛਾ ਜੀ, ਆਪਣਾ ਹਸਨ ਜ਼ਫਰ ਸਾਹਿਬ ਇਹ ਗੱਲ ਦੱਸੋ ਕਿ ਤੁਸੀਂ ਤਾਰਕ ਜਮੀਲ ਸਾਹਿਬ ਦੇ ਜ਼ਾਹਿਰ ਬੈਣ ਉੱਠਣ ਵਾਲਿਆਂ ਚੋਂ, ਤੇ ਉਹ ਤਾਰਕ ਜਮੀਲ ਸਾਹਿਬ ਇਸ ਜ਼ਮਾਨੇ ਦੇ ਵਿੱਚ ਐਸੀ ਸ਼ਖਸੀਅਤ ਨੇ ਜਿਹੜੇ ਨਫ਼ਰਤ ਤੋਂ ਦੂਰ ਰਹਿਣ ਦੀ ਗੱਲ ਕਰਦੇ ਨੇ, ਮੁਹੱਬਤ ਪਿਆਰ ਦੀ ਗੱਲ ਕਰਦੇ ਨੇ। ਬਾਕੀ ਸਾਰੀਆਂ ਚੀਜ਼ਾਂ ਤਾਂ ਚਲੋ ਚੱਲਦੀਆਂ ਹੀ ਨੇ, ਲੇਕਿਨ ਮੁਹੱਬਤ ਦੇ, ਪਿਆਰ ਦੀ, ਇਨਸਾਨੀਅਤ ਨਾਲ ਅੱਛਾ ਵਰਤਾਓ ਜਿਹੜਾ, ਉਹਦੀ ਗੱਲ ਕਰਦੇ ਨੇ। ਲੇਕਿਨ ਅਸੀਂ ਦੂਜੇ ਪਾਸੇ ਵੇਖ ਰਹੇ ਹਾਂ ਤੇ ਸਾਨੂੰ ਕਈਆਂ ਜਗ੍ਹਾ ਤੇ ਬੜੀ ਸਖਤੀ ਵੀ ਨਜ਼ਰ ਆਉਂਦੀ ਹੈ, ਕਈ ਮਸਲਕ ਦੀ ਬੁਨਿਆਦ ਤੇ। ਔਰ ਇਸ ਤਰ੍ਹਾਂ ਮੁਹੱਬਤ ਦੇ ਇਸ ਪੈਮਾਨੇ ਸਾਨੂੰ ਦੱਸੋ, ਔਰ ਤਾਰਕ ਜਮੀਲ ਸਾਹਿਬ ਦਾ ਜਿਹੜਾ ਪੈਗਾਮ ਹੈ ਕਿ ਉਹ ਇਸ ਵਕਤ ਜਦੋਂ ਕਿ ਸਾਰੇ ਭੱਜੇ ਹੋਏ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ, ਔਰ ਨਫ਼ਰਤ ਜ਼ਿਆਦਾ ਵੱਧ ਗਈ, ਪਤਾ ਨਹੀਂ ਸ਼ਾਇਦ ਮੁਆਸ਼ੀ ਦਬਾਅ ਵਧਿਆ, ਉਹਦਾ ਨਤੀਜਾ ਹੋਇਆ, ਤੇ ਇਹ ਮੁਹੱਬਤ ਦੇ ਪੈਗਾਮ ਤੇ ਅਮਲ ਕਰਨਾ ਇਸ ਵੇਲੇ ਕਿੰਨਾ ਜ਼ਰੂਰੀ ਹੈ? ਅਸੀਂ ਇੱਕ ਬੜਾ ਲੰਬਾ ਅਰਸਾ ਉਹਨਾਂ ਕੋਲ ਗੁਜ਼ਾਰਿਆ ਵਾ, ਤੇ ਉਹਨਾਂ ਦਾ ਸਾਰੀ ਜ਼ਿੰਦਗੀ ਦਾ ਜਿਹੜਾ ਸਮਝ ਲਓ ਕਿ ਇੱਕ ਖੁਲਾਸਾ ਸੀ, ਇੱਕ ਸਮਰੀ ਸੀ, ਉਹ ਉਹੀ ਹੈ ਕਿ ਤੁਸੀਂ ਕੋਈ ਵੀ ਮੁਸਲਮਾਨ ਹੈ ਜਾਂ ਗੈਰ ਮੁਸਲਿਮ ਹੈ, ਉਹਨੂੰ ਇੱਜ਼ਤ ਤੇ ਮੁਹੱਬਤ ਦਿਓ, ਕਿਉਂਕਿ ਮੁਆਸ਼ਰਾ ਇੱਕ ਜਿਹੜਾ ਹੈ ਨਾ, ਮੁਆਸ਼ਰਾ ਉਹ ਇਸੇ ਬੁਨਿਆਦ ਉਤੇ ਹੀ ਕਾਇਮ ਰਹਿ ਸਕਦਾ ਵਾ। ਮੁਆਸ਼ਰੇ ਦੀ ਬੁਨਿਆਦ ਹੀ ਅਮਨ ਹੈ, ਤੇ ਅਮਨ ਜਿਹੜਾ ਹੈ ਉਹ ਅਮਨ ਤਕਾਜ਼ਾ ਕਰਦਾ ਹੈ ਮੁਹੱਬਤ ਦਾ, ਅਮਨ ਤਕਾਜ਼ਾ ਕਰਦਾ ਹੈ ਕਿ ਤੁਸੀਂ ਕਿਸੇ ਵਾਸਤੇ ਕੁਰਬਾਨੀ ਦਿਓ, ਤੁਸੀਂ ਆਪਣੀ ਜਗ੍ਹਾ ਛੱਡੋ। ਇਹ ਅਮਨ ਇਸ ਤੋਂ ਬਗੈਰ ਆ ਨਹੀਂ ਸਕਦਾ, ਠੀਕ ਹੈ। ਤੇ ਇਹ ਅਗਰ ਇਹਨੂੰ ਦੀਨੀ ਪੁਆਇੰਟ ਆਫ ਵਿਊ ਨਾਲ ਵੇਖੀਏ ਤੇ ਉਹਦੇ ਇਤਬਾਰ ਨਾਲ ਵੀ ਦੀਨ ਨੇ ਵੀ ਬਹੁਤ ਜ਼ੋਰ ਦਿੱਤਾ ਹੈ। ਅਗਰ ਇਹਨੂੰ ਅਸੀਂ ਆਪਣੇ ਆਮ ਮੁਆਸ਼ਰੇ ਦੇ ਕਨਸੈਪਟ ਨਾਲ ਵੇਖੀਏ ਕਿ ਸਾਡਾ ਮੁਆਸ਼ਰਾ ਜਾਂ ਸਾਡਾ ਮੁਲਕ ਉਹ ਕੀ ਚਾਹੁੰਦਾ, ਸਾਡੇ ਕੋਲ ਤਕਾਜ਼ਾ ਕਰ ਰਿਹਾ ਹੈ, ਤੇ ਉਹ ਵੀ ਜ਼ਾਹਿਰ ਹੈ ਕਿ ਹਰ ਮੁਲਕ ਦੀ ਜਿਹੜੀ ਸਲਾਮਤੀ ਹੈ ਉਹ ਅਮਨ ਨਾਲ ਜੁੜੀ ਹੋਈ ਹੈ, ਤੇ ਅਮਨ ਬੇਸ ਹੀ ਮੁਹੱਬਤ ਤੇ ਕਰਦਾ ਹੈ। ਵਾਹ ਵਾਹ, ਅਮਨ ਬੇਸ। ਔਰ ਸੂਫੀਆ ਨੇ ਵੀ ਇਹ ਗੱਲ ਕੀਤੀ ਜੀ, ਸੂਫੀਆ ਨੇ ਤੇ ਸਾਰੀ ਜ਼ਿੰਦਗੀ ਇਹੀ ਹੈ, ਵਾਹ, ਮੁਹੱਬਤ ਦਾ ਸਬਕ ਦਿੱਤਾ। ਤੇ ਜੇ ਅੱਛਾ, ਇਸ ਕੌਮ ਦਾ ਸਭ ਤੋਂ ਜਿਹੜੀ ਵੱਡੀ ਬਦਕਿਸਮਤੀ ਹੈ ਨਾ, ਉਹ ਹੈ ਕਿ ਸੂਫੀਆ ਕਰਾਮ ਸਭ ਤੋਂ ਜ਼ਿਆਦਾ ਜਿਹੜੀ ਸੂਫੀਆ ਕਰਾਮ ਦੀ ਕਰਾਮਾਤ ਨੇ, ਜਾਂ ਉਹਨਾਂ ਦਾ ਇਲਮ ਹੈ, ਜਾਂ ਉਹਨਾਂ ਦੀ ਰੂਹਾਨੀਅਤ ਹੈ, ਉਹ ਸਾਰੀ ਉਹਦੀ ਮੇਜਰ ਜਿਹੜੀ ਮੈਜੋਰਿਟੀ ਸੀ ਉਹ ਬਰੇ ਸਗੀਰ ਤੋਂ ਪੈਦਾ ਹੋਈ। ਠੀਕ ਹੈ, ਤੇ ਬਰੇ ਸਗੀਰ ਦੇ ਅਹਲੇ ਬਰੇ ਸਗੀਰ ਨੇ ਫਾਇਦਾ ਨਹੀਂ ਚੁੱਕਿਆ, ਤੇ ਲੋਕ ਚੁੱਕ ਕੇ ਫਾਇਦਾ ਚੁੱਕ ਰਹੇ ਨੇ, ਗਵਾਂਢੀ ਫਾਇਦਾ ਚੁੱਕ ਕੇ ਲੈ ਗਏ ਤੇ ਕਰਦੇ ਰਹਿ ਗਏ। ਨਹੀਂ, ਮੈਨੂੰ ਇਹ ਦੱਸੋ ਨਾ ਕਿ ਤੁਸੀਂ ਇਸ ਵਕਤ ਜਿਹੜੀ ਸੂਰਤ ਹਾਲ ਹੈ, ਉਹਨਾਂ ਬਾਬਿਆਂ ਦੀ ਉਸ ਰਹਿਨੁਮਾਈ ਤੋਂ ਹੁਣ ਕਿੰਨੀ ਲੋੜ ਹੈ ਸਾਨੂੰ ਸਭ ਫਾਇਦਾ ਚੁੱਕਣ ਦੀ? ਜ਼ਾਹਿਰ ਅਸੀਂ ਚਲੋ ਮਾਜ਼ੀ 'ਚ ਨਹੀਂ ਚੁੱਕਿਆ, ਹੁਣ ਤੇ ਚੁੱਕਣਾ ਚਾਹੀਦਾ ਨਾ ਇਸ ਵੇਲੇ। ਨਹੀਂ, ਹੁਣ ਇਸ ਟਾਈਮ ਜਿਵੇਂ ਕਾਸ਼ਿਫ ਸਾਹਿਬ ਗੱਲ ਕਰ ਰਹੇ ਸੀ ਕਿ ਐਜ਼ ਅ ਸਿਲੇਬਸ ਵੀ ਪੜ੍ਹਾਇਆ ਜਾ ਰਿਹਾ ਸੂਫੀਜ਼ਮ, ਲੇਕਿਨ ਇਹਦੇ ਨੇ ਦੋ ਚੀਜ਼ਾਂ ਨੇ, ਦੋ ਮੁਖਤਲਿਫ ਕਨਸੈਪਟ ਨੇ। ਇੱਕ ਹੈ ਕਿ ਤੁਸੀਂ ਸੂਫੀਜ਼ਮ ਨੂੰ ਐਜ਼ ਅ ਸਿਲੇਬਸ ਪੜ੍ਹ ਰਹੇ ਹੋ,
ਸਿਲੇਬਸ ਪੜ੍ਹ ਕੇ ਉਹਨੂੰ ਸਿਸਟਮ ਵਿੱਚ ਲੈ ਕੇ ਆਣਾ ਠੀਕ। ਇਹ ਮੁਸ਼ਕਿਲ ਕੰਮ ਹੈ। ਬਿਲਕੁਲ ਠੀਕ। ਤੇ ਇਹ ਮਤਲਬ ਅਗਰ ਉਹਨੂੰ ਸਿਸਟਮ ਵਿੱਚ ਲੈ ਕੇ ਵੀ ਆ ਜਾਈਏ ਨਾ ਤੇ ਉਹ ਸਿਸਟਮ ਮੁਤਹਮਲ ਨਹੀਂ ਹੋਏਗਾ ਸੂਫੀਜ਼ਮ ਪੂਰੇ ਕਲਚਰ ਦਾ। ਦੁਨੀਆਦਾਰ ਜ਼ਿਆਦਾ ਨੇ ਨਾ ਜੀ ਉਹਦੀ ਵਜ੍ਹਾ ਇੱਕ ਮੇਜਰ ਵਜ੍ਹਾ ਇਹ ਹੈ ਕਿ ਸੂਫੀਜ਼ਮ ਜਿਹੜਾ ਬੇਸਿਕ ਕੰਟੈਂਟ ਹੈ ਨਾ ਸੂਫੀਜ਼ਮ ਦਾ, ਉਹ ਅੰਬੀਆ ਦੀ ਜਿਹੜੀ ਸੀਰਤ ਹੈ ਉਹਦਾ ਜੁਜ਼ ਹੈ ਅੰਬੀਆ ਦੀ। ਹਾਂ ਉਹਦੇ ਵਿੱਚ ਫਿਰ ਅੱਗੇ ਉਹ ਆਪਣੇ ਮੁਜਾਹਿਦੇ ਦੇ ਨਾਲ ਉਹ ਬਹੁਤ ਅੱਗੇ ਚਲੇ ਜਾਂਦੇ ਨੇ ਰੂਹਾਨੀਅਤ ਦੇ ਵਿੱਚ, ਜਿਹਦੇ ਵਜ੍ਹਾ ਤੋਂ ਕਰਾਮਤ ਵਜੂਦ ਵਿੱਚ ਆ ਜਾਂਦੀ ਹੈ। ਉਹ ਜਿਹੜੀ ਕਰਾਮਤ ਆਮ ਬੰਦਾ ਮੁਤਹਮਲ ਹੀ ਨਹੀਂ ਹੋ ਸਕਦਾ, ਆਮ ਬੰਦਾ ਮੁਤਹਮਲ ਨਹੀਂ ਹੋ ਸਕਦਾ। ਠੀਕ ਹੈ, ਇਹ ਤੇ ਇੰਨੀ ਗੱਲ ਹੈ ਜੋ 5 ਵਾਰ ਦਾ ਜਾਂ ਬਲਬ ਉਹਨੂੰ ਤੁਸੀਂ 1000 ਲਾ ਦਿਓ ਤੇ ਫਿਰ ਉਹ ਉੱਡ ਜਾਏਗਾ, ਉਹ ਐਵੇਂ ਹੀ ਆਊਟ ਹੋ ਜਾਂਦੇ ਨੇ ਕਈ ਬੰਦੇ। ਪਤਾ ਜੋ ਪੰਜਾਬੀ ਦਾ ਮੁਹਾਵਰਾ ਥੋੜੀ ਚੋਖੀ ਪਾ ਦਿਓ ਤਾਂ ਵੀ ਕਈ ਵਾਰ ਕੰਮ ਖਰਾਬ ਹੋ ਜਾਂਦਾ ਹੈ ਜੀ। ਉਹ ਸਾਡੇ ਤੂੰ ਇੱਕ ਬਜ਼ੁਰਗ ਹੋਏ ਨੇ ਆਪਣਾ ਹਜ਼ਰਤ ਸ਼ੌਦੌਲਾ ਦਰਿਆਈ ਸਾਹਿਬ ਜੀ ਜੀ, ਉਹ ਮੈਂ ਉਹਨਾਂ ਤੇ ਇੱਕ ਕਿਤਾਬ ਲਿਖੀ ਤੇ ਮੈਂ ਇੱਕ ਵਾਰੀ ਪੜ੍ਹ ਰਿਹਾ ਸਾਂ ਉਹਨਾਂ ਦੇ ਵੱਲ ਨਾਲ ਇੱਕ ਕਿ ਉਹਨਾਂ ਨੇ ਲੰਗਰਖਾਨਾ ਇੱਕ ਬਣਾਇਆ ਹੋਇਆ ਸੀ ਉੱਥੇ, ਹੁਣ ਵੀ ਲੰਗਰਖਾਨਾ ਚੱਲਦਾ ਤੇ ਉਹ ਇੱਕ ਬੰਦਾ ਡਾਢਾ ਜਿਹਾ ਪੀਰ ਗਿਆ ਉੱਥੇ ਤੇ ਉਹਨਾਂ ਨੇ ਲੰਗਰ ਦਿੱਤਾ। ਉਹਨੇ ਕਿਹਾ ਮੈਂ ਤੇ ਯਾਰ ਇਹ ਖਾਂਦਾ ਹੀ ਨਹੀਂ, ਤੁਸੀਂ ਜੋ ਮੇਰੇ ਵਾਸਤੇ ਲਾਏ। ਉਹਨਾਂ ਕਿਹਾ ਜੀ ਤੁਸੀਂ ਕੀ ਖਾਣਾ? ਉਹਨੇ ਆਖਿਆ ਮੈਂ ਤੇ ਭਾਈ ਅੰਗੂਰ ਖਾਣਾ ਤੇ ਉਹਦੇ ਤੋਂ ਇਲਾਵਾ ਕੋਈ। ਉਹਨਾਂ ਕਿਹਾ ਯਾਰ ਉਹ ਆਊਟ ਸੀਜ਼ਨ ਜਿਹਾ ਹੈ ਤੇ ਅੱਜ ਕੱਲ੍ਹ ਦੇ ਅੰਗੂਰ ਸਿਰਫ ਕਾਬਲ ਹੁੰਦਾ ਹੈ। ਤੇ ਉਹਨਾਂ ਕਿਹਾ ਠੀਕ ਹੈ ਤੁਸੀਂ ਲੰਗਰਖਾਨਾ ਲਿਖਿਆ ਨਾ ਸਖੀ ਬਣੇ ਤੇ ਮੈਨੂੰ ਫਿਰ ਕਹੋ ਅੰਗੂਰ, ਮੈਂ ਤੇ ਅੰਗੂਰ ਹੀ ਖਾਣਾ। ਉਹ ਬਜ਼ੁਰਗ ਜਿਹੜੇ ਸਨ ਉਹਨਾਂ ਨੂੰ ਜਾ ਕੇ ਅੰਦਰ ਦੱਸਿਆ ਗਿਆ। ਉਹਨਾਂ ਕਿ ਉਹ ਉਹਨਾਂ ਕੋਲ ਆਏ ਔਰ ਉਹਨਾਂ ਕਿਹਾ ਜੀ ਜੋ ਦਸਤਿਆਬ ਹੈ ਤੇ ਨੋਸ਼ ਫਰਮਾਓ ਤੇ ਚਲੋ ਵੀ ਅੱਲਾਹ ਤਾਲਾ ਮਦਦ ਕਰੇ ਤੇ ਕਿਨੂੰ ਆ ਜਾਏਗਾ। ਲੇਕਿਨ ਉਹ ਨਾ ਮੰਨੇ। ਉਹ ਕੁਝ ਟਾਈਮ ਗੁਜ਼ਰਿਆ ਤੂੰ ਕਾਬਲ ਤੋਂ ਕੋਈ ਮੁਸਾਫਰ ਇੱਧਰ ਜਾ ਰਿਹਾ ਸੀ ਤੇ ਉਹਨੇ ਉੱਥੇ ਰੁਕਿਆ ਘੋੜੇ ਤੇ ਔਰ ਉਹਨੇ ਕਿਹਾ ਕਿ ਮੈਨੂੰ ਉੱਥੋਂ ਹੁਕਮ ਹੋਇਆ ਸੀ ਕਿ ਅੰਗੂਰ 2 ਕਿਲੋ ਉੱਥੇ ਜਿਹੜਾ ਨਸ਼ਦੌਲਾ ਦਰਬਾਰ ਤੇ ਤੁਸੀਂ ਦੇਣਾ। ਤੇ ਉਹ ਲਿਖਿਆ ਹੈ ਉਸ ਕਿਤਾਬ ਹਾਫਿਜ਼ ਤਾਰਿਕ ਸਾਹਿਬ ਨੇ ਲਿਖੀ ਹੈ ਕਿ ਉਹਦੇ ਤੋਂ ਬਸ ਉਹਨਾਂ ਨੇ ਇੱਕ ਦਾਣਾ ਚੈੱਕ ਕੀਤਾ, ਜਿਹੜੇ 2 ਦਿਨਾਂ ਦੇ ਬੈਠੇ ਸਨ ਅੰਗੂਰ ਖਾਣ ਤੇ ਉਹ ਨਿਕਲ ਗਏ ਉੱਥੋਂ, ਸਿਰਫ ਉਹ ਇੱਕ ਦਾਣਾ ਹੀ ਉਹਨਾਂ ਨੇ ਚੈੱਕ ਕੀਤਾ। ਸੋ ਇਹ ਵੇਖ ਬਈ ਉਹ ਕੁਝ ਚੀਜ਼ਾਂ ਤੇ ਐਸੀਆਂ ਨੇ ਜਿਹੜੀਆਂ ਸਾਡੀ ਸਮਝ 'ਚ ਨਹੀਂ ਹੁੰਦੀਆਂ ਔਰ ਉਹਦਾ ਸਬਬ ਉਹ ਹੈ ਜਿਹੜਾ ਤੁਸੀਂ ਜਿਹਦੀ ਨਿਸ਼ਾਨਦੇਹੀ ਕਰ ਰਹੇ ਹੋ। ਹਰ ਬੰਦਾ ਜਿਹੜਾ ਉਹਦੀ ਇਲਮ ਦੀ ਸੱਤਾ ਤੇ ਜ਼ਾਹਿਰ ਨਹੀਂ ਹੁੰਦੀ ਜੀ, ਲੇਕਿਨ ਚਲੋ ਜਿੰਨੀ ਸਮਝ ਆਉਂਦੀ ਹੈ ਉਹ ਇਹ ਤੇ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਗੱਲ ਮੁਹੱਬਤ ਦੀ ਕਰਦੇ ਨੇ, ਇਨਸਾਨਾਂ ਦੀ ਖਿਦਮਤ ਦੀ ਗੱਲ ਕਰਦੇ ਨੇ। ਲਿਹਾਜ਼ਾ ਸਾਨੂੰ ਵੀ ਆਪਣੇ ਤਾਂ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕਿ ਯਾਰ ਕਿਸੇ ਵਾਸਤੇ ਦੁੱਖ ਪੈਦਾ ਨਾ ਕਰੀਏ, ਕਿਸੇ ਨੂੰ ਤਕਲੀਫ ਦੇ ਕੇ ਤੇ ਜ਼ਾਹਿਰ ਹੈ ਤੁਸੀਂ ਖੁਸ਼ ਨਹੀਂ ਹੋ ਸਕਦੇ। ਉਹ ਉਹਨਾਂ ਦਾ ਸ਼ੇਰ ਵੀ ਵਾਰਿਸ ਸ਼ਾਹ ਦਾ, ਵਾਰਿਸ ਸ਼ਾਹ ਉਜਾੜ ਕੇ ਵਸਿਆਂ ਨੂੰ ਆਪ ਖੈਰ ਦੇ ਨਾਲ ਫਿਰ ਵਸੀਏ ਕਿਉਂ। ਜਦੋਂ ਕਿਸੇ ਨੂੰ ਤੁਸੀਂ ਕਿਸੇ ਦਾ ਦੀਵਾ ਬੁਝਾਓਗੇ ਤੇ ਫਿਰ ਆਪਣਾ ਨਹੀਂ ਬਲੇਗਾ ਜੀ ਜੀ। ਤੇ ਇਸ ਲਈ ਤੁਸੀਂ ਮੈਂ ਸਮਝਣਾ ਕਿ ਵੀ ਇਸ ਦੌਰ ਦੇ ਵਿੱਚ ਤੁਸੀਂ ਜਾਂ ਇਸ ਤਰ੍ਹਾਂ ਦੇ ਜਿਹੜੇ ਦੀਗਰ ਲੋਕ ਨੇ ਕਾਸ਼ਿਫ ਸਾਹਿਬ ਜਿਹੜੇ ਲੋਕਾਂ ਨੂੰ ਕੁਝ ਦੇਣ ਦੀ ਗੱਲ ਕਰ ਰਹੇ ਨੇ, ਟੈਕਨੀਕਲ ਐਜੂਕੇਸ਼ਨ ਦੇਣ ਦੀ ਗੱਲ ਕਰ ਰਹੇ ਨੇ, ਰੋਜ਼ਗਾਰ ਦੇਣ ਦੀ ਗੱਲ ਕਰ ਰਹੇ ਨੇ। ਔਰ ਬੜੀ ਅੱਛੀ ਗੱਲ ਇਹਨਾਂ ਨੇ ਅੱਗੇ ਕੀਤੀ ਕਿ ਜਦੋਂ ਤੁਸੀਂ ਕਿਸੇ ਬੰਦੇ ਜਿਹੜੀ ਸਕਿੱਲ ਹੈ ਉਹਨੂੰ ਤੁਸੀਂ ਜ਼ਰਾ ਉਭਾਰ ਦਿਓਗੇ, ਉਹਨੂੰ ਤੁਸੀਂ ਉਹਦੀ ਮਦਦ ਕਰੋਗੇ, ਉਹਨੂੰ ਪਾਲਿਸ਼ ਕਰ ਦਿਓਗੇ ਤੇ ਜ਼ਾਹਿਰ ਹੈ ਉਹ ਫਰਜ਼ ਕਰੋ ਬੰਦਾ ਇੱਕ ਜਗ੍ਹਾ ਤੇ ਗਵਰਨਮੈਂਟ ਜੌਬ ਕਰਦਾ ਉਹ 32,000 ਰੁਪਏ ਲੈਂਦਾ ਤੇ ਕਿਸੇ ਦਾ ਮਾੜਾ ਜਿਹਾ ਵੀ ਕਾਰੋਬਾਰ ਚੱਲ ਪਵੇ ਤਾਂ ਲੱਖ ਰੁਪਏ ਮਹੀਨੇ 'ਚ ਪਿਆ ਕਮਾਉਂਦਾ। ਬਿਲਕੁਲ ਸਹੀ ਗੱਲ। ਔਰ ਕਾਰੋਬਾਰ ਦੇ ਲੋਕ ਜਿਹੜੇ ਉਹਨਾਂ ਬੜੀ ਜਲਦੀ ਤਰੱਕੀ ਕੀਤੀ, ਜਿਹੜਾ ਕਾਰੋਬਾਰ ਚੱਲਿਆ ਉਹਨੇ ਬਹੁਤ ਤਰੱਕੀ ਕੀਤੀ। ਔਰ ਐਸੀਆਂ ਲਾਤਦਾਰ ਮਿਸਾਲਾਂ ਨੇ ਕਿ ਪਿਛਲੇ 20 30 40 ਸਾਲ 'ਚ ਅਸੀਂ ਵੇਖਦੇ ਹਾਂ। ਸੋ ਇਹ ਬੜੀ ਵੱਡੀ ਖਿਦਮਤ। ਇਹ ਦੱਸੋ ਕਿ ਜਿਹੜਾ ਇਹ ਕੰਮ ਕਰਦੇ ਨੇ ਇਹਨਾਂ ਨੂੰ ਇਸ ਕੰਮ ਨੂੰ ਫੈਲਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਕਿ ਅਸੀਂ ਇਹਨੂੰ दूर दराज तक फैला दी। नहीं बिल्कुल फैलाने की जरूरत, बल्कि इस तो पहले एक मैं कमेंट करना चाहूँगा कि तुसीं देन की गल की ना हुण जिससे असीं जिस इदारे च बैठे हैं इलाके च ਇਹ ਵੀ ਸੂਫੀਜ਼ਮ ਵਿੱਚ ਤੇ ਦੂਸਰਾ ਜਿਹੜੇ ਤਾਲੀਮਾਤ ਦੇ ਵਿੱਚ ਇੱਕ ਕਿਰਦਾਰ ਹੈ। ਨਹੀਂ ਬੜਾ ਕੰਮ ਹੈ, ਬੜਾ ਕੰਮ, ਬਹੁਤ ਕੰਮ ਕੀਤਾ ਇਹਨਾਂ ਨੇ। ਹਾਂ ਬੜਾ ਕੰਮ। ਬਲਕਿ ਅਸੀਂ ਐਸੇ ਇਦਾਰਾ ਇੱਕ ਮਿਸਾਲ ਹੈ ਦੂਸਰਿਆਂ ਵਾਸਤੇ, ਐਸੇ ਇਦਾਰੇ ਹੋਰ ਵੀ ਬਣਨੇ ਚਾਹੀਦੇ ਨੇ। ਐਸੇ ਇਦਾਰਿਆਂ ਨੂੰ ਹੁਕੂਮਤ ਨੂੰ ਸਰਪ੍ਰਸਤੀ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ ਹੈ, ਜਿਹਦੇ ਜਿਸ ਤਰ੍ਹਾਂ ਮੈਂ ਬਜਟ ਦੀ ਗੱਲ ਕੀਤੀ ਹੈ। ਹਾਂ ਇਹ ਬਜਟ ਵਧਾ ਕੇ ਇੱਥੇ ਕੋਈ ਐਸਾ ਤਦਰੀਸੀ ਅਮਲ ਜਾਂ ਕੁਝ ਸਿਲਸਿਲਾ ਕਾਲਜ ਕੋਈ ਐਸਾ ਚੀਜ਼ ਇੱਥੇ ਵੀ ਸ਼ੁਰੂ ਕਰਨੀ ਚਾਹੀਦੀ ਹੈ ਸੂਫੀਜ਼ਮ ਦੇ ਹਵਾਲੇ ਨਾਲ, ताकि ਇਹਨੂੰ ਵਸੀਹ ਪੈਮਾਨੇ ਤੇ ਫੈਲਾਇਆ ਜਾ ਸਕੇ। ਆਲਰੇਡੀ ਬੜੀ ਅੱਛਾ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਹੈ। ਦੂਸਰਾ ਜਿਸ ਤਰ੍ਹਾਂ ਤੁਸੀਂ ਕਾਰੋਬਾਰ ਦੀ ਗੱਲ ਕੀਤੀ, ਦੇਖੋ ਜੀ ਕਾਰੋਬਾਰ ਵਿੱਚ ਹੁੰਦੀ ਬਰਕਤ ਤੇ ਸਾਨੂੰ ਹੁਕਮ ਵੀ ਕਾਰੋਬਾਰ ਦਾ ਦਿੱਤਾ ਗਿਆ ਕਿ ਕਾਰੋਬਾਰ ਕਰੋਗੇ ਤੇ ਉਹਦੇ ਅੰਦਰ ਤੁਹਾਨੂੰ ਬਰਕਤਾਂ ਹੋਣੀਆਂ ਤੇ ਤੁਹਾਡਾ ਫਾਇਦਾ ਹੋਏਗਾ। ਜੀ ਬਿਲਕੁਲ। ਹੁਣ ਕਾਰੋਬਾਰ ਨੀਅਤ ਨਾਲ ਕਰੋਗੇ, ਸਾਰੇ ਕੰਮ ਤੇ ਨੀਅਤ ਨਾਲ। ਹੁਣ ਜਿਸ ਤਰ੍ਹਾਂ ਇਹਨਾਂ ਨੇ ਇੱਕ ਨੀਅਤ ਕੀਤੀ ਹੈ ਸਾਨ ਜ਼ਫਰ ਸਾਹਿਬ ਨੇ ਤੇ ਰਮਜ਼ਾਨ ਸਾਹਿਬ ਨੇ ਜੀ, ਸਰ ਇਹ ਬੜੀ ਇੱਕ ਅੱਛਾ ਕੰਮ ਕਰ ਰਹੇ ਹੋ, ਦੇਰ ਦੇ ਚੱਲੇ ਹੋਏ ਨੇ ਸੂਫੀ ਸਾਹਿਬ ਤੇ ਹੁਣ ਚਲੋ ਕੁਝ ਤੇ ਇਹ ਇੱਕ ਸਦਕਾ ਜਾਰੀਆ ਵੀ ਜੇ ਇੱਕ ਕਿਸਮ ਦਾ ਕਿ ਜੋ ਲੋਕ ਸਿੱਖ ਰਹੇ ਨੇ ਤੁਹਾਡੇ ਅੱਗੇ ਵੀ ਸਿਖਾਉਂਦੇ ਪਏ, ਆਪਣੇ ਵਾਸਤੇ ਵੀ ਕਮਾ ਰਹੇ ਨੇ, ਦੂਸਰਿਆਂ ਨੂੰ ਵੀ ਇੱਕ ਜ਼ਰੀਆ ਬਣਦੇ ਨੇ। ਤੇ ਮੈਂ ਤੇ ਤਾਰੀਫ ਕਰਾਂਗਾ ਇਸ ਚੀਜ਼ ਦੀ ਕੰਮ ਦੀ, ਬਲਕਿ ਐਸੇ ਤੁਹਾਨੂੰ ਇਹਦਾ ਜਿਹੜਾ ਦਾਇਰਾਕਾਰ ਹੈ ਨਾ ਹੋਰ ਜਗ੍ਹਾ ਵੀ ਖਾਨੇਵਾਲ ਤੋਂ ਛੱਡ ਕੇ ਹੋਰ ਪਾਸੇ ਵੀ ਫੈਲਾਉਣਾ ਚਾਹੀਦਾ ਹੈ। ਜਿੱਥੇ ਤੱਕ ਸਾਡੀ ਆਵਾਜ਼ ਜਾ ਰਹੀ ਹੈ ਜਿਹੜੇ ਸਾਹਿਬ ਸਰਬਤ ਲੋਕ ਨੇ, ਮੈਂ ਕਹਿੰਦਾ ਕਿ ਉਹਨਾਂ ਨੂੰ
ਇਸ ਤਰ੍ਹਾਂ ਦੇ ਫਲਾਈ ਕੰਮ ਕਰਨ ਵਾਸਤੇ ਅੱਗੇ ਹੋਣਾ ਚਾਹੀਦਾ ਹੈ। ਬਿਲਕੁਲ ਬਿਲकुल ਲਾਜ਼ਮੀ ਕਿਉਂਕਿ ਦੁਨੀਆ ਇੱਕ ਮੁਖਤਸਰ ਜਿਹਾ ਟਾਈਮ ਮਿਲਦਾ ਇਨਸਾਨ ਨੂੰ, ਔਰ ਉਹਨੇ ਚੱਲਿਆ ਜਾਣਾ ਹੈ। ਔਰ ਜਦੋਂ ਉਹਨੇ ਟੁਰ ਜਾਣਾ ਤੇ ਫਿਰ ਜ਼ਾਹਿਰ ਖੁਸ਼ ਜਿਹੜੀ ਉਹ ਜਦੋਂ ਬੰਦਾ ਮਰਨ ਲੱਗਦਾ ਤੇ ਫਿਰ ਉਹ ਕਹਿੰਦਾ ਮੈਂ ਫਲਾਣਾ ਕੰਮ ਵੀ ਕਰਨਾ ਸੀ, ਉਹ ਵੀ ਰਹਿ ਗਿਆ, ਫਿਰ ਫਾਇਦਾ ਕੋਈ ਨਹੀਂ ਬਿਲकुल ਉਸ ਪਰੇਸ਼ਾਨੀ ਦਾ। ਮੀਆਂ ਸਾਹਿਬ ਰਹਿਮਤੁल्लाह ਅਲੈਹ ਦੇ ਕੋਈ ਸ਼ੇਰ ਨੇ, ਉਹ ਐਵੇਂ ਖਿਆਲ ਚ ਆ ਗਏ ਨੇ। ਉਹ ਕਹਿੰਦੇ ਨੇ ਕਿ ਤੇਰੀ ਵੰਡ ਤੂੰ ਮਾਲਕਾ ਜਾਂ ਸਦਕੇ, ਯਾਨੀ ਤੂੰ ਜਿਹੜੀ ਵੰਡ ਕਰਨਾ ਉਹ ਕਮਾਲ ਦੀ ਵੰਡ ਹੈ। ਮੀਆਂ ਮੁਹੰਮਦ ਬਖਸ਼ ਸਾਹਿਬ ਕਹਿੰਦੇ ਨੇ ਤੇਰੀ ਵੰਡ ਦੇ ਮਾਲਕਾਂ ਜਾਂ ਸਦਕੇ ਕਰਮ ਪਿਆ ਕਰਨਾ ਸੱਚੀਆਂ ਕੁੜੀਆਂ ਤੇ। ਭਾਵੇਂ ਸੱਚੀ ਬੋਲੀਏ ਜਾਂ ਝੂਠ ਵੀ ਮਾਰੀਏ ਤਾਂ ਵੀ ਮੰਨਦੇ, ਹਾਲਾਂ ਤੈਨੂੰ ਪਤਾ ਹੁੰਦਾ ਹੈ, ਲੇਕਿਨ ਤੂੰ ਇੰਨਾ ਪਿਆਰ ਕਰਨਾ 17 ਮਾਵਾਂ ਜਿਨ੍ਹਾਂ ਕਿ ਤੂੰ ਆਨਾ ਚੱਲ ਠੀਕ ਹੈ, ਪਰਦੇ ਪਾਉਂਦਾ ਰਹਿਣਾ। ਕਰਮ ਪਿਆ ਕਰਨਾ ਸੱਚੀਆਂ ਕੁੜੀਆਂ ਤੇ, ਇੱਕ ਕਾਲੀਆਂ ਰੱਜ ਕੇ ਕਾਲੀਆਂ ਨਹੀਂ, ਹੁਸਨ ਵੰਡਣਾ ਕਿਸੇ ਦਾ ਗੋਰੀਆਂ ਤੇ। ਇੱਕ ਕਾਲੀਆਂ ਰੱਜ ਕੇ ਕਾਲੀਆਂ ਨਹੀਂ, ਹੁਸਨ ਵੰਡਣਾ ਕਿਸੇ ਦਾ ਗੋਰੀਆਂ ਤੇ। ਇੱਕ ਸੋਨੇ ਨਾਲ ਭਰੀਆਂ ਕਰਨ ਸ਼ਿਕਵੇ, ਇੱਕ ਖੁਸ਼ ਨਹੀਂ ਕੱਚ ਦੀਆਂ ਚੂੜੀਆਂ ਤੇ। ਆਫਤ ਜ਼ਿੰਦਗੀ ਦੇ ਡੰਗ ਲੰਘ ਜਾਣੇ ਕਿਸੇ ਦੇ ਮਹਿਲ ਤੇ ਕਿਸੇ ਦੇ ਰੂੜੀਆਂ ਤੇ। ਤੇ ਜਦੋਂ ਡੰਗ ਲੰਘ ਜਾਣੇ ਨੇ ਫਿਰ ਵੇਖੋ ਨਾ, ਜਿਹੜਾ ਬੰਦਾ ਦਾਲ ਖਾ ਲੈਂਦਾ ਜਾਂ ਬੱਕਰੇ ਦਾ ਗੋਸ਼ਤ ਖਾਂਦਾ, ਗੱਲ ਤੇ ਬਰਾਬਰ ਹੀ ਹੈ। ਬੇਸ਼ੁਮਾਰ ਬੰਦੇ ਐਸੇ ਨੇ ਜਿਹੜੇ ਕਈ ਵਾਹਨ ਵਾਲੇ ਵੇਖੇ ਨੇ, ਉਹ ਬੜੇ ਤੰਦਰੁਸਤ ਨੇ, ਔਰ ਜਿਨ੍ਹਾਂ ਕੋਲ ਲੈਂਡ ਕਰੂਜ਼ਰਾਂ ਨੇ ਉਹ ਜਾਂ ਗੋਸ਼ਤ ਖਾਣ ਵਾਲੇ ਜਿਹੜੇ ਨੇ ਉਹ ਡਿੱਗੇ ਪਏ ਨੇ। ਕਿਸੇ ਨੂੰ ਸ਼ੂਗਰ ਹੋ ਗਈ ਹੈ, ਕਿਸੇ ਨੂੰ ਕੁਝ ਹੋ ਗਿਆ। ਉਹ ਜਿਹਨੇ ਕਈ ਮੁੰਡੇ ਤਰੀਓ ਬਿਲਕੁਲ ਫਿੱਟ ਫਾਟ ਹੈ, ਉਹ ਉਹਦੇ ਚੋਂ ਆੜ ਚੋਂ ਪਾਣੀ ਪੀ ਲੈਂਦਾ ਹੈ, ਗੰਦਾ ਵੀ ਪੀ ਲੈਂਦਾ, ਉਹਨੂੰ ਕੁਝ ਨਹੀਂ ਆਉਂਦਾ। ਉਹ ਦੂਜੇ ਜਿਹੜੇ ਉਹਨਾਂ ਫਿਲਟਰ ਪਾਣੀ ਧਰਿਆ ਹੁੰਦਾ ਤੇ ਫਿਰ ਵੀ ਮੁਸੀਬਤ ਪਈ ਹੁੰਦੀ ਹੈ। ਇਹ ਸਾਰੀ ਖੇਡ ਉਹਦੇ ਕੋਲ, ਅੱਲਾਹ ਤਾਲਾ ਕੋਲ। ਲਿਹਾਜ਼ਾ ਕੁਝ ਕੰਮ ਉਹਦੇ ਤੇ ਵੀ ਛੱਡ ਕੇ ਤੇ ਸਾਨੂੰ ਫਲਾਏ ਇਨਸਾਨੀ ਵਾਸਤੇ, ਖਿਦਮਤ ਇਨਸਾਨੀ ਵਾਸਤੇ ਵੀ ਅੱਗੇ ਆਉਣਾ ਚਾਹੀਦਾ। ਔਰ ਗੱਲਾਂ ਦਾ ਸਿਲਸਿਲਾ ਵੀ ਜਾਰੀ ਹੈ। ਸਾਡੇ ਨਾਲ ਜਿਹੜੇ ਪ੍ਰਾਹੁਣੇ ਨੇ, ਤਿੰਨੋਂ ਪ੍ਰਾਹੁਣੇ ਸਾਡੇ ਨਾਲ ਨੇ। 3:20 ਸਾਹਮਣੇ ਮੁਹਤਰਮ ਹੋ ਗਏ ਨੇ। ਅਸੀਂ ਆਪਣਾ ਹਸਨ ਸਾਹਿਬ ਇਹ ਫਰਮਾਓ ਆਖਰੀ ਤੁਹਾਡਾ ਪੈਗਾਮ, ਆਖਰੀ ਮੈਸੇਜ ਸੁਣਨ ਵਾਲਿਆਂ ਲਈ, ਕਿ ਤੁਹਾਨੂੰ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਕਾਰੇ ਖੈਰ ਜਿਹੜਾ ਤੁਸੀਂ ਸ਼ੁਰੂ ਕੀਤਾ, ਔਰ ਤੁਸੀਂ ਲੋਕਾਂ ਦੀ ਸਕਿੱਲ ਜਿਹੜੀ ਉਹਨੂੰ ਹਾਈਲਾਈਟ ਕਰ ਰਹੇ ਹੋ, ਪਾਲਿਸ਼ ਕਰਦੇ ਪਏ ਹੋ, ਆਉਣ ਵਾਲੇ ਦਿਨ ਜਿਹੜੇ ਨੇ ਉਹਨਾਂ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ, ਔਰ ਸਿਵਲ ਸੁਸਾਇਟੀ ਕੋਲੋਂ ਤੁਹਾਨੂੰ ਕਿਹੜੀ ਤਵੱਜੋ ਦੀ ਲੋੜ ਹੈ? ਆਖਰੀ ਤੁਹਾਡਾ ਮੈਸੇਜ। ਮੈਂ ਆਪਣੇ ਮੈਸੇਜ ਦੇ ਵਿੱਚ ਮੁਫਤੀ ਤਕੀ ਉਸਮਾਨੀ ਸਾਹਿਬ ਨੂੰ ਕੋਟ ਕਰਨਾ ਚਾਹਾਂਗਾ, ਕਿ ਜਿਹੜੇ ਇਸ ਟਾਈਮ ਮਿਜ਼ਾਨ ਬੈਂਕ ਨੂੰ ਵੀ ਲੀਡ ਕਰ ਰਹੇ ਨੇ ਜੀ, ਕਿ ਉਹ ਫਰਮਾਉਂਦੇ ਨੇ ਕਿ ਉਹਨਾਂ ਦੇ ਵਾਲਿਦ ਸਾਹਿਬ ਮੁਫਤੀ ਸ਼ਫੀ ਸਾਹਿਬ ਨੇ 1952 ਦੇ ਵਿੱਚ ਫਰਮਾਇਆ ਸੀ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਨਾ ਦਿਓਬੰਦ ਦਾ ਨਿਜ਼ਾਮ ਚਾਹੀਏ, ਨਾ ਹੀ ਸਾਨੂੰ ਚਾਹੀਦਾ ਵਾ ਇੱਥੇ ਨਦਵਤੁਲ ਉਲਮਾ, ਤੇ ਨਾ ਹੀ ਸਾਨੂੰ ਯੂਨੀਵਰਸਿਟੀ ਅਲੀਗੜ੍ਹ ਚਾਹੀਦੀ ਹੈ, ਬਲਕਿ ਸਾਨੂੰ ਉਹੀ ਸਾਡਾ ਨਿਜ਼ਾਮ ਅਕਾਬਿਰ ਦਾ ਨਿਜ਼ਾਮ ਚਾਹੀਦਾ ਵਾ ਜਿਹੜਾ ਤੀਸਰੀ ਸਦੀ ਹਿਜਰੀ ਦੇ ਵਿੱਚ ਜਾਮਿਆ ਅਜ਼ਹਰ ਤੇ ਜਾਮਿਆ ਜ਼ੈਤੂਨਾ ਤੇ ਜਾਮਿਆ ਕਰਵੀਨ ਦਾ ਨਿਜ਼ਾਮ ਸੀ। ਉਹ ਨਿਜ਼ਾਮ ਕੀ ਸੀ ਕਿ ਉਹਦੇ ਵਿੱਚ ਤਫਸੀਰ ਵੀ ਪੜ੍ਹਾਈ ਜਾਂਦੀ ਸੀ, ਹਦੀਸ ਵੀ ਪੜ੍ਹਾਈ ਜਾਂਦੀ ਸੀ, ਰਿਆਜ਼ੀ ਵੀ ਪੜ੍ਹਾਈ ਜਾਂਦੀ ਸੀ, ਤੇ ਫਲਸਫਾ ਵੀ ਪੜ੍ਹਾਇਆ ਜਾਂਦਾ ਸੀ। ਦੁਨੀਆ ਨੂੰ ਇਕੱਠਾ, ਜੀ, ਦੁਨੀਆ ਤਮਾਮ ਜਿਹੜੇ ਸ਼ੋਬੇ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ। ਇਸ ਵਜ੍ਹਾ ਤੋਂ ਮੈਂ ਇਸ ਟਾਈਮ ਜਿਹੜੇ ਸਾਹਿਬ ਇਕਤਦਾਰ ਲੋਕ ਨੇ ਉਹਨਾਂ ਨੂੰ ਵੀ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰ ਰਿਹਾ ਕਿ ਜਲਸਾ ਨਿਜ਼ਾਮੇ ਤਲੀਮ ਉਸ ਸਾਈਡਲ ਪੇਸ਼ਰਫਤ ਨਹੀਂ, ਉਹਨਾਂ ਨੇ ਕੁਰਾਨ ਪਾਕ ਨੂੰ ਵੀ ਲਾਜ਼ਮੀ ਕਰਾਰ ਦੇ ਦਿੱਤਾ। ਜੀ ਇਸ ਉਹੀ ਪੇਸ਼ਰਫਤ ਹੋ ਰਹੀ ਹੈ। ਬਸ ਮੈਂ ਉਹਨਾਂ ਕੋਲ ਇਹੀ ਰਿਕੁਐਸਟ ਕਰਨਾ ਚਾਹ ਰਿਹਾ ਕਿ ਅਗਰ ਹੁਣ ਤੁਸੀਂ ਇੱਕ ਨੀਅਤ ਕਰ ਲਈ ਹੈ ਨਾ, ਤੇ ਹੁਣ ਇਹਨੂੰ ਠਾਣ ਲਓ, ਇਹਦੇ ਤੇ ਕਾਇਮ ਰਹਿਣਾ। ਹਾਂ, ਇਹਦੇ ਤੇ ਕਾਇਮ ਰਹੋ। ਹੁਣ ਤੁਸੀਂ ਲੈ ਆਓ ਰਿਫਾਰਮ ਨੂੰ, ਵੇਖੀ ਜੈਸੀ ਜਿਹੜੀ ਸੀ। ਬਿਲਕੁਲ ਠੀਕ।